वाहिगुरु जी का खालसा वाहिगुरु जी की फतेह। ऑनलाइन गुरमत समर कैंप जो कि एजुकेट पंजाब प्रोजेक्ट ਅਤੇ ਗੁਰੂ ਨਾਨਕ ਮਲਟੀ ਯੂਨੀਵਰਸਿਟੀ ਵੱਲੋਂ ਪਿਛਲੇ ਲਗਭਗ 6 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਸਾਨੂੰ ਰੋਜ਼ਾਨਾ ਇਸ ਸੰਗਤ ਦਾ ਆਨੰਦ ਮਾਣਦਿਆਂ ਨੂੰ। ਪਿਛਲੇ 2 ਦਿਨ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਅਸੀਂ ਸਾਰਿਆਂ ਨੇ ਗੁਰਪੁਰਬ ਪ੍ਰਕਾਸ਼ ਪੁਰਬ ਮਨਾਇਆ ਏ। ਉਸ ਕਰਕੇ ਅੱਜ 2 ਦਿਨਾਂ ਦੇ ਗੈਪ ਤੋਂ ਬਾਅਦ ਕੈਂਪ ਦੇ ਅੱਜ 175ਵੇਂ ਦਿਨ ਅਸੀਂ ਸਾਰੇ ਜੁੜ ਬੈਠੇ ਹਾਂ। ਆਓ ਅੱਜ ਦੇ ਕੈਂਪ ਦੀ ਆਰੰਭਤਾ ਕਰੀਏ ਜੀ। ਸਭ ਤੋਂ ਪਹਿਲਾਂ ਜਾਪ ਸੇਵਾ ਹੈ। ਬੱਚੇ ਪ੍ਰਭਦੀਪ ਕੌਰ ਜੀ EPP ਨੰਬਰ 12156 ਮਾਨਸਾ ਜ਼ੋਨ ਤੋਂ ਜੁੜੇ ਹੋਏ ਹਨ ਜੀ। ਬੇਨਤੀ ਹੈ ਜੀ ਬੇਟਾ ਜੀ ਜਾਪ ਸੇਵਾ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਪੁੱਤਰ ਜੀ। ਤੁਹਾਡੀ ਕਲਾਸ ਕਿਹੜੀ ਹੈ ਜੀ ਪ੍ਰਭਦੀਪ ਕੌਰ ਜੀ? ਸਰ 5th ਜੀ। ਠੀਕ ਹੈ ਪੁੱਤਰ। ਕੈਂਪ ਦੇ ਵਿੱਚ ਡੇਲੀ ਜੁੜ ਰਹੇ ਹੋ ਤੁਸੀਂ? ਹਾਂਜੀ। ਠੀਕ ਹੈ ਜੀ। ਤੇ ਜਦੋਂ ਆਪਾਂ ਕੈਮਰੇ ਅੱਗੇ ਆਉਣੇ ਆ ਉਦੋਂ ਘਬਰਾਈਏ ਨਾ। ਵੈਸੇ ਤੁਹਾਨੂੰ ਮੂਲ ਮੰਤਰ ਪਤਾ ਹੈ ਕਿ ਗੁਰਪ੍ਰਸਾਦ ਤੱਕ ਹੈ, ਪਰ ਸਾਡੇ ਚੋਂ ਬਹੁਤੇ ਬੱਚੇ ਹੋਣਗੇ ਜਿਨ੍ਹਾਂ ਨੂੰ ਜਿਸ ਤਰ੍ਹਾਂ ਦੇ ਨਾਲ ਕੈਂਪ ਦੇ ਵਿੱਚ ਵੀ ਗੱਲ ਕੀਤੀ ਜਾਂਦੀ ਹੈ ਕਿ ਸਟੇਜ ਫੀਅਰ ਰਹਿੰਦਾ ਹੈ ਕਿ ਜਦੋਂ ਅਸੀਂ ਕੈਮਰੇ ਅੱਗੇ ਆਉਣੇ ਉਦੋਂ ਅਸੀਂ ਡਰ ਜਾਂਦੇ ਹਾਂ, ਘਬਰਾ ਜਾਂਦੇ ਹਾਂ। ਘਬਰਾਈਏ ਨਾ। ਗੁਰੂ ਪਾਤਸ਼ਾਹ ਜੀਆਂ ਦਾ ਓਟ ਆਸਰਾ ਲੈ ਕੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੀਏ ਜੀ। ਬਹੁਤ ਵਧੀਆ ਸੇਵਾ ਕੀਤੀ ਹੈ ਜੀ। ਅੱਗੇ ਜੀ ਅੱਜ ਕੀਰਤਨ ਦੀ ਸੇਵਾ ਹੈ ਜੀ ਬੇਟੀ ਕੋਮਲਪ੍ਰੀਤ ਕੌਰ ਜੀ ਬਰਨਾਲਾ ਜ਼ੋਨ ਤੋਂ। ਉਹਨਾਂ ਨੂੰ ਬੇਨਤੀ ਹੈ ਜੀ ਜੇ ਜੁੜੇ ਆ ਤਾਂ ਹੈਂਡ ਰੇਜ਼ ਕਰਨ ਜੀ। ਕੋਮਲਪ੍ਰੀਤ ਕੌਰ ਜੀ ਬਰਨਾਲਾ ਜ਼ੋਨ ਤੋਂ ਜੀ। ਸਾਰਿਆਂ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਬਖਸ਼ੀ ਗਈ ਫਤਿਹ ਕਰੋ ਪ੍ਰਵਾਨੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕੋਮਲਪ੍ਰੀਤ ਕੌਰ ਜਮਾਤ 7ਵੀਂ ਦੀ ਵਿਦਿਆਰਥਣ ਅੱਜ ਤੁਹਾਡੇ ਸਾਰਿਆਂ ਸਾਹਮਣੇ ਇੱਕ ਸ਼ਬਦ ਲੈ ਕੇ ਪੇਸ਼ ਹੋਈ ਹਾਂ ਜਿਸ ਦਾ ਵਿਸ਼ਾ ਹੈ ਥਿਰ ਕਰ ਬੈਸੋ। ਥਿਰ ਕਰ ਬੈਸੋ ਹਰ ਜਨ ਪਿਆਰੇ सतगुर तुमरे काज सवारे। थिर कर बैसो हर जन प्यारे सतगुर तुमरे काज सवारे। दुष्ट दूत परमेश्वर मारे जन की पैज रखी करतारे। दुष्ट दूत परमेश्वर मारे जन की पैज रखी करतारे। बादशाह सा सब बस कर दीन अमृत नाम महारस पीने। बादशाह सा सब बस कर दीन अमृत नाम महारस पीने। निरपौ होए जो भगवान साध संगत मिल कीनो दान। निरपौ होए जो भगवान साध संगत मिल कीनो दान। शरण परे प्रभ अंतर जामी नानक ओट पकड़ी प्रभ स्वामी। शरण परे प्रभ अंतर जामी नानक ओट पकड़ी प्रभ स्वामी।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਜੀ, ਸ਼ਾਬਾਸ਼ ਪੁੱਤਰ ਜੀ। ਫਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਅਸੀਂ ਹਮੇਸ਼ਾ ਇਹ ਗੱਲ ਕਰਦੇ ਰਹਿੰਦੇ ਹਾਂ ਕਿ ਪਾਤਸ਼ਾਹ ਜੀ, ਗੁਰੂ ਸਾਹਿਬ ਜੀ ਸਾਡਾ ਇਹ ਕਾਰਜ ਸਵਾਰ ਦਿਓ। ਤੇ ਗੁਰੂ ਪਾਤਸ਼ਾਹ ਜੀ ਸਾਨੂੰ ਕਹਿੰਦੇ ਕਿ ਅਸੀਂ ਆਪਣੇ ਅਸਲ ਘਰ ਦੀ ਪਹਿਚਾਣ ਕਰ ਲਈਏ। ਬਹੁਤ ਵਧੀਆ ਜੀ, ਸ਼ਾਬਾਸ਼ ਪੁੱਤਰ ਜੀ। ਅੱਜ ਸਾਡੇ ਨਾਲ ਜੋ ਸੈਸ਼ਨ ਲੈਣਗੇ ਜੀ, ਆਪ ਸਭ ਨੇ ਉਹਨਾਂ ਦਾ ਨਾਮ ਤੋਂ ਜਾਣੂ ਹੋਵੋਗੇ। ਅੱਜ ਦੇ ਸੈਸ਼ਨ ਲੈ ਰਹੇ ਆ ਜੀ ਭਾਈ ਜਬਰਤੋੜ ਸਿੰਘ ਜੀ, ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿਨ੍ਹਾਂ ਨੂੰ ਅਸੀਂ ਲਾਈਵ ਟੈਲੀਕਾਸਟ ਦੇ ਵਿੱਚ ਵੀ ਸੁਣਦੇ ਹਾਂ। ਬੜੇ ਪੰਥ ਪ੍ਰਸਿੱਧ ਕੀਰਤਨੀਏ ਨੇ। ਗੁਰੂ ਪਾਤਸ਼ਾਹ ਜੀਆਂ ਦੀ ਬੜੀ ਕਿਰਪਾ ਹੈ ਭਾਈ ਸਾਹਿਬ ਜੀ ਤੇ ਬੇਨਤੀ ਹੈ ਜੀ ਭਾਈ ਸਾਹਿਬ ਜੀ ਨੂੰ ਕਿ ਆਪਣੇ ਆਪ ਨੂੰ ਅਨਮਿਊਟ ਕਰਕੇ ਬੱਚਿਆਂ ਦੇ ਨਾਲ ਇਸ ਟਾਈਮ ਲਗਭਗ 318 ਬੱਚੇ ਤੇ ਸੰਗਤ ਇਸ ਕੈਂਪ ਦੇ ਵਿੱਚ ਜੁੜ ਰਹੀ ਹੈ। ਆਪ ਜੀਆਂ ਨੂੰ ਸਾਰੇ ਦਰਸ਼ਨ ਕਰ ਰਹੇ ਹੈ ਤੇ ਬੇਨਤੀ ਹੈ ਭਾਈ ਜਬਰਤੋੜ ਸਿੰਘ ਜੀ ਨੂੰ ਕਿ ਆਪ ਜੀ ਆ ਸਾਰੀਆਂ ਸੰਗਤਾਂ ਦੇ ਨਾਲ ਗੁਰੂ ਦੀਆਂ ਬਾਤਾਂ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨੈਟ ਦੇ ਮਾਧਿਅਮ ਰਾਹੀਂ ਸਾਰੇ ਵੀ ਜਿੰਨੇ ਵੀ ਬੱਚੇ ਔਰ ਵੱਡੇ ਸਾਰੇ ਜੁੜੇ ਨੇ ਗੁਰੂ ਦੀਆਂ ਬਾਤਾਂ ਲਈ, ਆਪਾਂ ਸਾਰੇ ਇਕੱਠੇ ਹੋਏ ਹਾਂ। ਸਤਿਗੁਰੂ ਜੀ ਰਹਿਮਤ ਕਰਨ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੱਕ ਭੈਣ ਜੀ ਰੁਪਿੰਦਰ ਕੌਰ ਜੀ ਹੁਣਾਂ ਨੇ ਦੱਸਿਆ ਸੀ ਸੇਵਾ ਤੇ ਸਿਮਰਨ ਦਾ, ਸਿਮਰਨ ਤੇ ਕਿਰਪਾ ਜਿਹੜੀ ਹੈ। ਸੇਵਾ ਦੀ ਗੱਲ ਕਰਾਂ, ਤੁਸੀਂ ਪਹਿਲਾਂ ਤੇ ਇੰਨਾ ਮਾਣ ਸਾਰਾ ਪਿਆਰ ਦਿੰਦੇ ਹੋ, ਸਾਰੇ ਬੱਚੇ ਵੀ ਵੱਡੇ ਵੀ। ਪਿਛਲੀ ਵਾਰ ਵੀ ਹੁਕਮ ਹੋਇਆ ਸੀ, ਸਿਹਤ ਢਿੱਲੀ ਹੋਣ ਕਰਕੇ ਆਪ ਜੀਆਂ ਤੋਂ ਮਾਫੀ ਮੰਗ ਲਈ ਸੀਗੀ। ਪਿਤਾ ਜੀ ਨੇ ਹਾਜ਼ਰੀ ਲਗਾਈ ਸੀਗੀ, ਮਾਸਟਰ ਸਰਦਾਰ ਬਲਦੇਵ ਸਿੰਘ ਜੀ ਉਹਨਾਂ ਨੇ ਹਾਜ਼ਰੀ ਲਗਾਈ ਸੀਗੀ ਔਰ ਬੜੀ ਸੋਭਾ ਕੀਤੀ ਕਿ ਸਾਰੇ ਬੱਚਿਆਂ ਦੇ ਸਵਾਲ ਜਵਾਬ ਜਿਹੜੇ ਸੀ ਬੜੇ ਉਹ ਆਲਾ ਦਰਜੇ ਦੇ ਸੀ। ਤੁਸੀਂ ਇੰਨੀ ਖੋਜ ਰੱਖਦੇ ਹੋ, ਇੰਨਾ ਲੈਵਲ ਰੱਖਦੇ ਹੋ ਸੋਚਣ ਦਾ, ਗੱਲ ਕਰਨ ਦਾ। ਅਧਿਆਤਮਕ ਤੌਰ ਤੇ ਆਪਣੇ ਆਪ ਨੂੰ ਉੱਚਾ ਕਿਵੇਂ ਚੁੱਕਣਾ, ਗਿਆਨ ਕਿਵੇਂ ਪ੍ਰਾਪਤ ਕਰਨਾ। ਇੱਕ ਹੁੰਦਾ ਗਿਆਨ ਕਿਤਾਬਾਂ ਵਿੱਚੋਂ, ਜਿਹੜਾ ਆਪਣੇ ਸਕੂਲਾਂ 'ਚ ਵੀ ਜਾਂਦੇ ਹਾਂ, ਉੱਥੋਂ ਗਿਆਨ ਪ੍ਰਾਪਤ ਕਰਦੇ ਹਾਂ। ਸੰਸਾਰ ਵਿੱਚ ਕਿਵੇਂ ਵਿਚਰਨਾ ਹੈ। ਤੇ ਜਿਹੜਾ ਅਧਿਆਤਮਕ ਗਿਆਨ ਹੈ, ਧਾਰਮਿਕ ਗਿਆਨ ਹੈ, ਉਹ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਤਿਗੁਰਾਂ ਨੂੰ ਨਤਮਸਤਕ ਹੋ ਕੇ ਮਿਲਦਾ ਹੈ। ਇਹ ਸਹਿਜੇ ਇਸ ਗਿਆਨ ਦੀ ਪ੍ਰਾਪਤੀ ਹੁੰਦੀ ਜਦੋਂ ਆਪਾਂ ਗੁਰੂ ਘਰ ਵਿੱਚ ਜਾਂਦੇ ਹਾਂ, ਅਜੇ ਪੈਰ ਹੀ ਪਾਉਂਦੇ ਹਾਂ ਤੇ ਉੱਥੋਂ ਦੀਆਂ ਵਾਈਬ੍ਰੇਸ਼ਨਸ, ਉਸ ਘਰ ਦੇ ਵਿੱਚ ਸੇਵਾ ਕੀਤੀ, ਤਿਲ ਮਾਤਰ ਵੀ ਸੇਵਾ ਪਾਤਸ਼ਾਹ ਜਦੋਂ ਆਪ ਕਰਵਾ ਲੈਂਦੇ ਨੇ ਤਰਸ ਕਰਕੇ, ਉਹਦਾ ਬੜਾ ਵੱਡਾ ਫਲ ਮਿਲਦਾ ਹੈ ਅੱਗੇ ਜਾ ਕੇ। ਉਦੋਂ ਸੇਵਾ ਕਰਦੇ ਨਹੀਂ ਸੀ ਪਤਾ ਲੱਗਦਾ। ਮਾਤਾ ਪਿਤਾ ਨੇ ਸਕੂਲ ਤੋਂ ਅਸੀਂ ਆਉਣਾ, ਮਾਤਾ ਪਿਤਾ ਨੇ ਕਹਿਣਾ ਸਕੂਲ ਦਾ ਕੰਮ ਕਰ ਲਿਆ, ਠੀਕ ਹੈ, ਹੁਣ ਜਾਣਾ ਤੇ ਜਾਓ। ਸੱਚਖੰਡ ਜਾਣਾ, ਰੋਜ਼ ਸੇਵਾ ਕਰਨੀ, ਉੱਥੇ ਜਾ ਕੇ ਪਤਾ ਨਹੀਂ ਸੀ ਭੋਲੇ ਭਾਏ ਮਿਲੇ ਰੁਗਰਾਇਆ, ਕਹੋ ਕਬੀਰ ਭਗਤ ਕਰ ਪਾਇਆ। ਇਹ ਸ਼ਬਦ ਪਿੱਛੇ ਜੇ ਦਾਸਰਾ ਨੇ ਕੀਤਾ ਸੀ ਰਿਕਾਰਡ, ਇਹ ਬੜਾ ਚੰਗਾ ਲੱਗਦਾ ਸੀ ਕਿਉਂਕਿ ਛੋਟੀ ਉਮਰ ਜਦੋਂ ਸੇਵਾ ਕਰਦੇ ਸੀ ਨਾ, ਭੱਜ ਭੱਜ ਕੇ ਜਾ ਕੇ ਗੁਰੂ ਘਰ ਵਿੱਚ ਗੁਰੂ ਰਾਮਦਾਸ ਜੀ ਦੇ ਲੰਗਰਾਂ 'ਚ ਜੋੜੇ ਘਰ ਸੇਵਾ ਕਰਦੇ ਸੀ ਤੇ ਪਤਾ ਨਹੀਂ ਸੀ ਲੱਗਦਾ। ਫਿਰ ਇੰਨਾ ਆਨੰਦ ਖੇੜਾ ਉਸ ਉਮਰ ਦੇ ਵਿੱਚ, ਹੋਰ ਕੁਝ ਸੋਚਦਾ ਨਹੀਂ ਸੀ, ਬਸ ਸੇਵਾ ਤੇ ਸੇਵਾ ਹੀ ਬਸ। ਤੇ ਉਹ ਸੇਵਾ ਦਾ ਫਲ ਕਰਦੇ ਕਰਦੇ ਇੰਨਾ ਮਿਲ ਜਾਣਾ ਕਿ ਗੁਰੂ ਰਾਮਦਾਸ ਜੀ ਨੇ ਆਪਣੇ ਕੋਲ ਹੀ ਬਿਠਾ ਲੈਣਾ ਕੀਰਤਨ ਦੇ ਵਿੱਚ। ਇਹ ਕਿਸੇ ਬੰਦੇ ਦੀ ਕੋਈ ਹਿਕਮਤ ਨਹੀਂ ਹੁੰਦੀ ਕਿ ਗੁਰੂ ਰਾਮਦਾਸ ਜੀ ਇੰਨੀਆਂ ਵਡਿਆਈਆਂ ਬਖਸ਼ਦੇ ਨੇ ਆਪਣੇ ਬੱਚਿਆਂ ਨੂੰ। ਉਹ ਤਿਲ ਮਾਤਰ ਸੇਵਾ ਦਾ ਫਲ ਇੰਨਾ ਜ਼ਿਆਦਾ ਮਿਲਦਾ, ਹੈਰਾਨ ਹੋ ਜਾਈਦਾ। ਫਿਰ ਬਾਅਦ 'ਚ ਹੁਣ ਇਹ ਸੋਚਦੇ ਪਾਤਸ਼ਾਹ ਉਦੋਂ ਕਿਤੇ ਸੇਵਾ ਹੋਰ ਕਰ ਲੈਂਦੇ, ਹੋਰ ਵੀ ਆਨੰਦ, ਹੋਰ ਸੇਵਾ ਕਰ ਲੈਂਦੇ। ਪਰ ਪਾਤਸ਼ਾਹ ਨੇ ਬੇਅੰਤ ਰਹਿਮਤਾਂ ਝੋਲੀ ਵਿੱਚ ਬਖਸ਼ਿਸ਼ ਕੀਤੀਆਂ ਨੇ, ਤਾਂ ਹੀ ਤੁਸੀਂ ਸਾਰੇ ਪਿਆਰ ਕਰਦੇ ਗੁਰੂ ਰਾਮਦਾਸ ਜੀ ਦੀ ਰਹਿਮਤ ਨਾਲ। ਸੇਵਾ ਤੇ ਸਿਮਰਨ, ਸਿਮਰਨ ਕਰਨਾ, ਜਦੋਂ ਬੰਦਾ ਬੇਨਤੀਆਂ ਕਰਕੇ ਭਗਤੀ ਕਰਦਾ, ਸਿਮਰਨ ਕਰਦਾ, ਉਸ ਸਿਮਰਨ ਨੂੰ ਪਹੁੰਚਾਉਣ ਵਾਸਤੇ ਇੱਕ ਜਿਵੇਂ ਇਹ ਕਹਿ ਲਓ, ਦਾਸ ਦੀ ਕੋਈ ਆਪਣੀ ਨਿੱਜੀ ਮੱਤ ਹੈ, ਵੈਸੇ ਕੋਈ ਅਸੀਂ ਇੰਨੇ ਗਿਆਨਵਾਨ ਨਹੀਂ, ਕਿਤੇ ਗਲਤ ਵੀ ਹੋ ਸਕਦੇ ਹਾਂ। ਭਾਵਨਾ ਬਸ ਹੋ ਕੇ
ਅਸੀਂ ਤਾਂ ਇਹ ਸੋਚਦੇ ਹਾਂ ਕਿ ਇੱਕ ਸਬਜ਼ੀ ਤੇ ਕੱਲਾ ਪ੍ਰਸ਼ਾਦਾ ਨਹੀਂ ਖਾਧਾ ਜਾਂਦਾ, ਪ੍ਰਸ਼ਾਦੇ ਨਾਲ ਸਬਜ਼ੀ ਜ਼ਰੂਰੀ ਹੈ। ਕੋਈ ਵੀ ਚਾਹੇ ਪਦਾਰਥ ਹੋਵੇ, ਪ੍ਰਸ਼ਾਦੇ ਨਾਲ ਬਣਿਆ ਹੋਵੇ, ਫਿਰ ਪ੍ਰਸ਼ਾਦਾ ਛਕਿਆ ਜਾਂਦਾ ਆਨੰਦ ਵਿੱਚ ਤੇ ਪਚ ਜਾਂਦਾ। ਇਸੇ ਤਰ੍ਹਾਂ ਜਦੋਂ ਆਪਾਂ ਸਿਮਰਨ ਕਰਦੇ ਉਹਦੇ ਨਾਲ ਸੇਵਾ ਵੀ ਜ਼ਰੂਰੀ ਹੈ। ਸੇਵਾ ਸਤਿਗੁਰੂ ਜੀ ਆਪ ਹੀ ਰਹਿਮਤ ਕਰਕੇ ਭਾਵਨਾ ਵਿੱਚ ਜਦੋਂ ਵੀ ਕੋਈ ਬਖਸ਼ਿਸ਼ ਕਰਦੇ ਨੇ, ਸੇਵਾ ਕਰਵਾ ਲੈਂਦੇ ਨੇ, ਭਾਵੇਂ ਤਿਲ ਮਾਤਰ ਹੀ ਮਨ ਉਹਦੇ ਵਿੱਚ ਜੁੜ ਜਾਏ, ਉਹਦਾ ਫਲ ਇੰਨਾ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਕਿ ਦਾਸਿਆਂ ਨੂੰ ਆਪਣੇ ਕੋਲ ਬਿਠਾ ਲੈਣਾ। ਕੋਈ ਗਿਆਨ ਨਹੀਂ ਹੈ, ਕੋਈ ਕੀਰਤਨ ਦੀ ਸਿਖਲਾਈ ਚੰਗੀ ਤਰ੍ਹਾਂ ਕਿਤੋਂ ਲਈ ਨਹੀਂ, ਇਹ ਸੇਵਾ ਦਾ ਫਲ ਤੇ ਸਿਮਰਨ ਦਾ ਫਲ ਹੈ। ਪਰ ਪਾਤਸ਼ਾਹ ਆਪ ਹੀ ਕਰਾ ਲੈਣ, ਸਾਡੀ ਕੋਈ ਹਿਕਮਤ ਨਹੀਂ। ਜੇ ਮੈਂ ਕਹਾਂ ਕਿ ਮੈਂ ਜੀ ਉਸ ਸਮੇਂ ਬੜਾ ਸਿਮਰਨ ਕੀਤਾ, ਬਹੁਤ ਸੇਵਾ ਕੀਤੀ, ਨਹੀਂ। ਇਸੇ ਦੇ ਪਰਥਾਏ ਜੇ ਮੈਂ ਇੱਕ ਗੱਲ ਕਰਾਂ, ਆਮ ਕਰਕੇ ਕੋਈ ਕਹਿੰਦਾ ਭਾਈ ਸਾਹਿਬ ਜੀ ਤੁਹਾਡਾ ਨਿਤਨੇਮ ਕਿੰਨਾ ਹੈ? ਖਿਮਾ ਮਾਫੀ ਦੇਣਾ, ਅੱਜ ਦੀ ਡਿਊਟੀ ਸੀ 10 ਦੀ ਸ਼ਾਮ ਦੀ, ਤਾਂ ਕਰਕੇ ਸਾਰੇ ਫੋਨ ਵਿੱਚ ਆਈ ਜਾਂਦੇ ਨੇ, ਉਹਦੇ ਸਾਰੇ ਬੰਦੇ ਮਾਫੀ ਚਾਹੁੰਦੇ। ਸੋ ਬੇਨਤੀ ਮੈਂ ਕਰ ਰਿਹਾ ਸੀ ਕਿ ਜਦੋਂ ਆਪਾਂ ਸਹਿਜੇ, ਮੈਂ ਸਾਰੇ ਬੱਚੇ ਜਿਹੜੇ ਛੋਟੇ ਵੀ ਸੁਣਦੇ ਨੇ, ਆਪਾਂ ਸਹਿਜੇ ਨਾ ਕੁਝ ਗਲਤੀਆਂ ਕਰਦੇ ਨੇ ਆਪਣੀ ਲਾਈਫ ਦੇ ਵਿੱਚ, ਤੋ ਜਿਹੜੀਆਂ ਗਲਤੀਆਂ ਮੇਰੇ ਕੋਲੋਂ ਹੋਈਆਂ ਤੇ ਮੈਂ ਚਾਹੁੰਦਾ ਕਿ ਕੋਈ ਹੋਰ ਨਾ ਕਰੇ, ਉਸ ਨੂੰ ਸਾਂਭ ਲਵੇ। ਇਹ ਰੱਬੀ ਰਹਿਮਤਾਂ, ਰੱਬੀ ਬਖਸ਼ਿਸ਼ਾਂ ਜਿਹੜੀਆਂ ਹੁੰਦੀਆਂ ਨੇ ਨਾ, ਆਪ ਸੁਣ ਰਹੇ ਹੋ ਸਾਰੀ ਆਵਾਜ਼? ਹਾਂਜੀ ਵੀਰ ਜੀ, ਆ ਰਹੀ ਹੈ ਜੀ। ਸੋ ਇਹ ਮਿਸਟੇਕ ਕਿੱਥੇ ਹੋਈਆਂ ਲਾਈਫ ਦੇ ਵਿੱਚ? ਰੱਬੀ ਰਹਿਮਤਾਂ ਜਦੋਂ ਸੇਵਾ ਤੇ ਸਿਮਰਨ ਕਰਦੇ ਆ ਨਾ, ਸਹਿਜੇ ਸਾਡੇ ਉੱਪਰ ਇੰਨੀ ਕੁ ਬਖਸ਼ਿਸ਼ ਹੋ ਜਾਂਦੀ ਹੈ ਕਿ ਜਿਹੜਾ ਗੁਰੂ ਕਾ ਸਿੱਖ ਦੂਸਰੇ ਸਿੱਖ ਨੂੰ ਦੇਖਦਾ ਹੈ ਤੇ ਉਹਨੂੰ ਦੇਖਦਿਆਂ ਇੱਕ ਸਹਿਜ ਆਉਂਦਾ, ਇੱਕ ਆਨੰਦ ਖੇੜਾ ਆਉਂਦਾ ਵੀ ਗੁਰੂ ਸਾਹਿਬ ਨੂੰ ਜਿਵੇਂ ਆਪਾਂ ਮਿਲਦੇ ਨਾ, ਉਹਦੇ ਵਰਗਾ ਇੱਕ ਦਾਰਸ਼ਨਿਕ ਉਹਦਾ ਸਿੱਖ ਹੋਵੇ। ਸੋ ਮਿਸਟੇਕ ਕਿੱਥੇ ਹੋ ਜਾਂਦੀ, ਜਦੋਂ ਆਪਾਂ ਕੋਈ ਪੁੱਛਦਾ ਹੈ ਕਿ ਭਾਈ ਸਾਹਿਬ ਨਿਤਨੇਮ ਕੀ ਤੁਹਾਡਾ, ਤੇ ਆਪਾਂ ਬੜੀ ਹਉਮੈ ਵਿੱਚ ਕਹਿ ਦਿੰਦੇ ਆ ਸਾਡਾ ਨਿਤਨੇਮ ਜੀ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਮੈਂ ਤਾਂ ਇੰਨੀ ਬਾਣੀਆਂ ਪੜ੍ਹਦਾ, ਮੈਂ ਤਾਂ ਸਾਰਾ ਸੁੰਦਰ ਗੁਟਕਾ ਪੜ੍ਹ ਕੇ ਉਸ ਤੋਂ ਬਾਅਦ ਫਿਰ ਸੁਖਮਨੀ ਸਾਹਿਬ ਦੇ ਜਾਪ ਕਰਦਾ। ਤੇ ਬੜੇ ਬੜੇ ਜਪੀ ਤਪੀ ਜੀਵ ਮਿਲਦੇ ਨੇ ਜਿਹੜੇ 8 ਪਾਠ ਸੁਖਮਨੀ ਸਾਹਿਬ ਦੇ ਕਰਦੇ ਨੇ ਇੱਕ ਦਿਨ 'ਚ। ਸੁਖਮਨੀ ਸਾਹਿਬ ਦੇ 8 ਪਾਠ, ਪੂਰਾ ਸੁੰਦਰ ਗੁਟਕਾ ਉਹਨਾਂ ਨੇ ਬਾਣੀ ਪੜ੍ਹਨੀ, ਇੰਨਾ ਨੇਮ ਹੈ ਉਹਨਾਂ ਦਾ, ਪਰ ਉਹ ਗੁਪਤ ਰੱਖਦੇ ਨੇ ਆਪਣੇ ਆਪ ਨੂੰ, ਦੱਸਦੇ ਨਹੀਂ ਕਿੰਨਾ ਨੇਮ ਹੈ। ਤੇ ਜਦੋਂ ਕੋਈ ਪੁੱਛਦਾ ਨਾ ਸਾਨੂੰ, ਅਸੀਂ ਫਿਰ ਜਦੋਂ ਦੱਸਦੇ ਹਾਂ ਤੇ ਹਉਮੈ ਆ ਜਾਂਦੀ ਕਿਤੇ ਨਾ ਕਿਤੇ, ਇਹ ਪਤਾ ਨਹੀਂ ਲੱਗਦਾ ਕਦੋਂ ਫੁੱਟ ਪੈਂਦੀ। ਉਹ ਹਉਮੈ ਜਿਹੜੀ ਹੈ, ਹਉਮੈ ਦੀਰਘ ਰੋਗ ਹੈ, ਉਹ ਰਾਹ ਵਿੱਚ ਰੋੜਾ ਬਣ ਜਾਂਦੀ। ਜਿਹੜਾ ਬੰਦਾ ਕਹਿੰਦਾ ਜੀ ਮੈਨੂੰ ਤੇ ਘੜੀ ਤੋਂ ਬਗੈਰ ਹੀ ਮੈਂ 12 ਵਜੇ ਉੱਠ ਜਾਂਦਾ, ਘੜੀ ਤੋਂ ਬਗੈਰ ਮੈਂ 2 ਵਜੇ ਪੂਰੇ ਜਾਗ ਆ ਜਾਂਦੀ, ਮੈਂ ਉੱਠ ਕੇ ਚੌਂਕੜਾ ਲਾਉਣਾ, ਉਹ ਬੰਦਾ ਫਿਰ ਅਗਲੇ ਦਿਨ ਔਖਾ ਹੋ ਜਾਂਦਾ ਕੰਮ ਨੂੰ। ਇਹ ਰੱਬੀ ਬਖਸ਼ਿਸ਼ਾਂ ਤੇ ਨੇਮ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਸਗੋਂ ਹੋਰ ਵਧਾਉਣ ਦੀ ਲੋੜ ਹੈ। ਦੇਖੋ ਅੱਜ ਪੂਰੇ ਸੰਤ ਜਿਹੜੇ ਮਿਲਣੇ ਬਹੁਤ ਔਖੇ ਨੇ। ਅਸੀਂ ਸਹਿਜੇ ਕਿਸੇ ਨੂੰ ਗੱਲ ਕਰਨੀ, ਭਾਈ ਇਹ ਮੈਨੂੰ ਗੁਰੂ ਵਾਲਾ ਲੱਗਦਾ, ਮੈਂ ਇਹਦੇ ਨਾਲ ਗੱਲ ਕਰਾਂ ਵੀ ਮੈਂ ਹੁਣ ਬੰਦਗੀ ਇੰਨੀ ਕਰਦਾ, ਹੁਣ ਅੱਗੇ ਮੈਨੂੰ ਕੁਛ ਨਜ਼ਰ ਨਹੀਂ ਆ ਰਿਹਾ, ਮੈਂ ਅੱਗੇ ਕੀ ਕਰਾਂ। ਮੈਨੂੰ ਇੱਦਾਂ ਦੀਆਂ ਬੜੀਆਂ ਭੈਣਾਂ ਤੇ ਭਰਾ ਮਿਲਦੇ ਨੇ ਤੇ ਮੈਂ ਉਹਨਾਂ ਨੂੰ ਉਸੇ ਵੇਲੇ ਇਸ਼ਾਰਾ ਕਰਦਾ ਵੀ ਇਹ ਚੁੱਪ ਹੀ ਕਰ ਜਾਓ, ਇੱਥੇ ਗੱਲ ਨਾ ਕਰੋ। ਇਹ ਚੀਜ਼ਾਂ ਲੁਕਾਉਣ ਵਾਲੀਆਂ ਨੇ। ਜਿਹੜਾ ਤੇ ਪੂਰਾ ਸੰਤ ਹੈ ਨਾ, ਉਹਨੇ ਤੁਹਾਨੂੰ ਆਪੇ ਪੜ੍ਹ ਲੈਣਾ ਕਿ ਇਹ ਕਿੱਥੇ ਕੁ ਅਵਸਥਾ ਹੈ ਤੇ ਅਗਲਾ ਬੇਟੇ ਹੁਣ ਇੱਥੋਂ ਆਹ ਸਟੈਪ ਤੋਂ ਅਗਲਾ ਸਟੈਪ ਇਹ ਕਰਨਾ ਹੈ। ਉਹ ਪੂਰੇ ਨੇ ਆਪੇ ਸਮਝ ਲੈਣਾ, ਜਿਹੜਾ ਤੇ ਰੱਬੀ ਰੂਹ ਹੈ ਉਹਨੇ ਸਮਝ ਲੈਣਾ, ਤੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਨੇਮ ਸਾਡਾ ਕਿੰਨਾ ਹੈ। ਤੇ ਜੇ ਦੱਸਣਾ ਜ਼ਿਆਦਾ ਹੀ ਜ਼ਰੂਰੀ ਹੈ ਨਾ, ਫਿਰ ਉਹਨੂੰ ਕਹਿਣਾ ਕਿਵੇਂ ਹੈ। ਪਾਤਸ਼ਾਹ ਇੰਨੀ ਕੁ ਸੇਵਾ ਲੈ ਲੈਂਦੇ ਨੇ, ਪਾਤਸ਼ਾਹ ਦੀ ਰਹਿਮਤ ਨਾਲ ਮੈਂ ਇੰਨੇ ਕੁ ਵਜੇ ਪਾਠ ਕਰਕੇ, ਇੰਨੇ ਕੁ ਵਜੇ ਪਾਤਸ਼ਾਹ ਦੀ ਰਹਿਮਤ ਨਾਲ ਇੰਨੇ ਕੁ ਵਜੇ ਮੈਂ ਇਹ ਕੰਮ ਕਰਦਾ, ਪਾਤਸ਼ਾਹ ਜੀ ਦੀ ਰਹਿਮਤ ਨਾਲ ਇੰਨੀ ਕੁ ਸੇਵਾ ਹੋ ਜਾਂਦੀ ਹੈ। ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਦਾਸਨਿਆਂ ਕੋਲੋਂ ਇੰਨੀ ਸੇਵਾ ਲੈ ਲੈਂਦੇ ਨੇ। ਇਹ ਗੱਲ ਕਰਨ ਦਾ ਢੰਗ ਹੈ, ਉਹ ਵੀ ਜੇ ਕੋਈ ਜ਼ਿਆਦਾ ਦੱਸਣਾ ਜਿੱਥੇ ਜ਼ਰੂਰੀ ਹੋਵੇ। ਹੁਣ ਰੱਬੀ ਰਹਿਮਤਾਂ ਤੇ ਰੱਬੀ ਬਖਸ਼ਿਸ਼ਾਂ ਜਿਹੜੀਆਂ ਨੇ, ਉਹ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਸਾਡੇ ਤੇ ਬਖਸ਼ਿਸ਼ਾਂ ਹੋਈਆਂ ਤੇ ਆਪਾਂ ਕਹਿੰਦੇ ਕਿ ਸਭ ਤੋਂ ਵੱਧ ਤੇ ਮਾਂ ਹੀ ਹੈ ਨਾ, ਉਹਦੇ ਨਾਲ ਗੱਲ ਕਰ ਲਈਏ ਵੀ ਇਹ ਬਖਸ਼ਿਸ਼ਾਂ ਹੋਈਆਂ ਨੇ। ਇਸ ਮਾਰਗ ਦੇ ਵਿੱਚ ਕੋਈ ਭੈਣ ਭਰਾ ਨਹੀਂ, ਕੋਈ ਮਾਂ ਪਿਓ ਨਹੀਂ। ਉਹ ਜਦੋਂ ਇਹ ਕਿਸੇ ਨਾਲ ਗੱਲ ਕਰਦੇ ਆ ਤੇ ਉਹ ਬਖਸ਼ਿਸ਼ ਖਤਮ ਹੋ ਜਾਂਦੀ ਹੈ, ਉਹਨੂੰ ਲੁਕਾਉਣਾ ਬੜਾ ਔਖਾ ਹੈ। ਬਖਸ਼ਿਸ਼ਾਂ ਤੇ ਰੋਜ਼ ਹੀ ਹੁੰਦੀਆਂ ਨੇ, ਹਰੇਕ ਬਖਸ਼ਿਸ਼ ਨੂੰ ਲੁਕਾਉਣਾ, ਖਾਸ ਕਰਕੇ ਬਖਸ਼ਿਸ਼ਾਂ ਜਵਾਨੀ ਵੇਲੇ, ਬਚਪਨ ਵੇਲੇ ਜਦੋਂ ਆਪਾਂ ਭੋਲੇ ਭਾਏ ਸੇਵਾ ਕਰਦੇ ਹਾਂ ਨਾ, ਉਦੋਂ ਬਹੁਤ ਹੁੰਦੀਆਂ ਨੇ। ਪਰ ਗਿਆਨ ਇਹਨਾਂ ਨਹੀਂ ਹੁੰਦਾ, ਸੋਝੀ ਇੰਨੀ ਨਹੀਂ ਹੁੰਦੀ, ਆਪਾਂ ਉਹਨੂੰ ਸਾਂਭ ਨਹੀਂ ਸਕਦੇ, ਭਾਂਡੇ ਛੋਟੇ ਹੁੰਦੇ ਨੇ ਤੇ ਬੜੇ ਸਹਿਜ ਅਵਸਥਾ ਹੀ ਕਿਸੇ ਨੂੰ ਕਹਿ ਦਿੰਦੇ ਆ ਵੀ ਆਹ ਕੁਛ ਹੈ,
ਉਹ ਫਿਰ ਖੇਡਣ ਨਹੀਂ ਬਣਦੀ ਅਗਲੀ। ਪੌੜੀ ਦਾ ਪਹਿਲਾ ਡੰਡਾ ਜੇ ਕੋਈ ਚੜ੍ਹਦਾ ਤੇ ਦੂਜੇ ਤੱਕ ਸਮਰੱਥਾ ਨਹੀਂ, ਉੱਥੋਂ ਤੱਕ ਕਿਸੇ ਨੂੰ ਦੱਸਦਾ, ਫਿਰ ਉਹ ਜੇ ਦੂਜਾ ਪਾਰ ਕਰਦਾ ਤੀਜੇ ਦੀ ਡੰਡੇ ਦੀ ਸਮਰੱਥਾ ਨਹੀਂ ਉਹ ਮਿਲਦਾ, ਉਹ ਕਿਸੇ ਨੂੰ ਸਹਿਜ ਸੁਭਾਏ ਦੱਸ ਦਿੰਦੇ ਆ ਤੇ ਗੱਲ ਬਣਦੀ ਨਹੀਂ। ਉਹ ਅਵਸਥਾ ਬਣਾਉਣੀ, ਇੱਕ ਸਟੈਪ 2 ਸਟੈਪ ਕਰਦੇ ਕਰੇ। ਇਸੇ ਤਰ੍ਹਾਂ ਮੈਨੂੰ ਯਾਦ ਆਇਆ, ਇੱਕ ਭੈਣ ਹੈ ਛੋਟੀ, ਹੁਣ ਉਹ ਕੈਨੇਡਾ ਚਲੇ ਗਈ, ਉਹਦੀ ਮੈਰਿਜ ਉੱਥੇ ਹੋਈ ਹੈ। ਚੰਡੀਗੜ੍ਹ ਵਿੱਚ ਅਸੀਂ ਕੀਰਤਨ ਕਰਨ ਗਏ ਸੀਗੇ, ਉਹਨੇ ਸਾਡੇ ਸਾਜ਼ ਗੱਡੀ 'ਚ ਰੱਖੇ, ਉਹ ਕੁੜੀਆਂ ਦਾ ਕਾਲਜ ਸੀ, ਤੇ ਬੜੀਆਂ ਗੱਲਾਂ ਪਿਆਰ ਨਾਲ ਕਰਦੀ ਸੀ, ਤੇ ਮਨ ਹੀ ਮਨ ਉਹਨੂੰ ਕਿਹਾ ਵੀ ਮੇਰੀ ਨਿੱਕੀ ਭੈਣ ਬੜੀ ਪਿਆਰੀ, ਤੇ ਸਾਡਾ ਸਨੇਹ ਇੰਨਾ ਜ਼ਿਆਦਾ ਸੀ, ਉਹ ਪੜ੍ਹਾਈ ਵਿੱਚ ਬੜੀ ਇੰਟੈਲੀਜੈਂਟ ਸੀ, ਤੇ ਉਹਨੂੰ ਸਹਿਜ ਸੁਭਾਏ ਕਿਹਾ ਵੀ 2 ਵਜੇ ਉੱਠ ਕੇ ਜਾਂ 3 ਵਜੇ ਉੱਠ ਕੇ, ਜਿੰਨੇ ਵਜੇ ਤੁਸੀਂ ਕੰਫਰਟੇਬਲ ਲੱਗਦਾ ਉੱਠ ਕੇ ਇਸ਼ਨਾਨ ਕਰਕੇ ਆਪਣਾ ਨੇਮ ਕਰ ਲਿਆ ਕਰੋ ਚੌਂਕੜਾ ਲਾ ਕੇ, ਪਰ ਇਸ ਗੱਲ ਦਾ ਪਤਾ ਕਿਸੇ ਨੂੰ ਵੀ ਨਾ ਲੱਗੇ। ਉਹ ਤੁਸੀਂ ਮੰਨੋਗੇ ਉਹਨੇ ਇੰਨਾ ਨੇਮ ਵਧਾਇਆ ਕਿ ਉਹਦੇ ਮਦਰ ਨੂੰ, ਫਾਦਰ ਨੂੰ, ਕਿਸੇ ਨੂੰ ਨਹੀਂ ਸੀ ਪਤਾ। ਉਹਦਾ ਨੇਮ ਇੰਨਾ ਸੀ, ਉੱਠ ਕੇ ਇਸ਼ਨਾਨ ਕਰਕੇ ਉਹਨੇ ਆਪਣਾ ਚੌਂਕੜਾ ਲਾ ਕੇ ਨੇਮ ਕਰਕੇ ਸੌਂ ਜਾਣਾ, ਫਿਰ ਉਹਨੇ ਕਾਲਜ ਜਾਣਾ। ਉਹ ਫਿਰ ਸਹਿਜੇ ਜਦੋਂ ਗੱਲਾਂ ਦੱਸਦੀ ਸੀ ਕਿ ਵੀਰੇ ਮੈਨੂੰ ਨਹੀਂ ਪਤਾ ਲੱਗਦਾ ਕਿ ਪੈਨ ਵੀ ਕਿਵੇਂ ਚੱਲ ਰਿਹਾ, ਇਹ ਪੜ੍ਹਾਈਆਂ ਜਿਹੜੀਆਂ ਦੁਨਿਆਵੀ ਨੇ, ਭਾਵੇਂ ਇਹ ਨਹੀਂ ਕਿ ਨੇਮ ਹੀ ਇੰਨਾ ਜ਼ਿਆਦਾ ਕਰਨਾ ਕਿ ਦੁਨਿਆਵੀ ਪੜ੍ਹਾਈਆਂ ਕਰਨੀਆਂ ਨਹੀਂ, ਇਹਦਾ ਮਤਲਬ ਇਹ ਨਹੀਂ, ਪਰ ਉਹ ਨੇਮ ਕੀਤਿਆਂ ਦਿਮਾਗ ਇੰਨਾ ਤੇਜ਼ ਹੋ ਜਾਂਦਾ ਹੈ, ਇੰਨੀਆਂ ਬਖਸ਼ਿਸ਼ਾਂ ਹੋ ਜਾਂਦੀਆਂ ਨੇ, ਮਾੜੀ ਝਾਤੀ ਮਾਰਿਆ ਕਿਤਾਬ ਨੂੰ ਸਭ ਕੁਛ ਕੰਠ ਹੋ ਜਾਂਦਾ। ਉਸ ਨੇ ਇਹ ਗੱਲਾਂ ਦੱਸੀਆਂ, ਕਹਿੰਦੀ ਵੀਰੇ ਪਤਾ ਨਹੀਂ ਲੱਗਦਾ ਕਿ ਪੈਨ ਕਿਵੇਂ ਚੱਲਦਾ, ਮੈਂ ਕਿਵੇਂ ਸਾਰੇ ਪੇਪਰ ਦੇ ਆਉਣੀ ਔਰ ਪਹਿਲੇ ਨੰਬਰ ਤੇ ਹੁੰਦੀ ਹਾਂ। ਇੰਨੀਆਂ ਬਖਸ਼ਿਸ਼ਾਂ, ਇੰਨਾ ਭੋਲਾਪਨ, ਇੰਨੀਆਂ ਪੜ੍ਹਾਈਆਂ ਕਰਨ ਦੇ ਬਾਵਜੂਦ ਵੀ ਉਹਦੇ ਵਿੱਚ ਭੋਲਾਪਨ ਸੀ, ਬੰਦਗੀ ਸੀ, ਨਿਮਰਤਾ, ਭਾਵਨਾ ਬੜੀ ਸੀ। ਇਹ ਰਹਿਮ ਤਾਂ ਹਰੇਕ ਜੀਵ ਨੂੰ ਮਿਲਦੀਆਂ ਨੇ, ਪਰ ਸਾਂਭਦਾ ਕੋਈ ਬਿਰਲਾ ਹੈ, ਤੇ ਜਿਹੜਾ ਸਾਂਭ ਜਾਂਦਾ ਹੈ ਉਹ ਪੂਰਨ ਭਗਤ ਹੈ, ਉਹ ਪੂਰਨ ਸੰਤ ਹੈ। ਇਹ ਇਸ ਮਾਰਗ ਵਿੱਚ ਕਿਸੇ ਨੂੰ ਇਹ ਬਖਸ਼ਿਸ਼ਾਂ ਜਿਹੜੀਆਂ ਜੇ ਕਿਸੇ ਨੂੰ ਹੁੰਦੀਆਂ ਨੇ, ਪਹਿਲਾਂ ਤਾਂ ਦਿਸਦੀਆਂ ਨਹੀਂ, ਜੇ ਦਿਸਦੀਆਂ ਨੇ ਤੇ ਫਿਰ ਇਹਦੀ ਹਉਮੈ ਪ੍ਰਗਟ ਹੁੰਦੀ ਹੈ, ਉਹ ਨਹੀਂ ਹੋਣ ਦੇਣੀ। ਫਿਰ ਸਹਿਜੇ ਕਿਸੇ ਨਾਲ ਗੱਲ ਨਹੀਂ ਕਰ ਦੇਣੀ ਕਿ ਆਪਾਂ ਤਾਂ ਜੀ ਇੰਨਾ ਨੇਮ ਕਰਦੇ ਹਾਂ, ਇਹਨੂੰ ਲੁਕਾਉਣਾ ਤੇ ਇਹਨੂੰ ਹੋਰ ਵਧਾਉਣਾ, ਤਰਲਾ ਲੈਣਾ, ਇੱਕ ਬੇਨਤੀ ਕਰਨੀ। ਸਾਹਿਬ ਕਹਿੰਦੇ ਇਹਨਾਂ ਜਨਤਾ ਕੇ ਬਸ ਕਿਛ ਨਹੀਂ ਤੁਧ ਵੇਖੀ ਜਗਤ ਪਾਇਆ, ਸਾਡੇ ਬਸ ਕੇਵਲ ਬੇਨਤੀ ਹੈ, ਤੇ ਪਾਤਸ਼ਾਹ ਤੁਸੀਂ ਨੇਮ ਤੁਸੀਂ ਕਰਾ ਲੈਂਦੇ ਹੋ, ਅਸੀਂ ਤਾਂ ਕੇਵਲ ਬੇਨਤੀ ਕਰ ਸਕਦੇ, ਉਹ ਵੀ ਜੇ ਤੁਸੀਂ ਕਰਵਾਓ, ਬੇਨਤੀ ਵੀ ਤੁਸੀਂ ਆਪ ਹੀ ਕਰਾਉਂਦੇ ਹੋ, ਤਰਲਾ ਵੀ ਤੁਸੀਂ ਆਪ ਹੀ ਸਾਡੇ ਕੋਲ ਰਹਿਮਤ ਕਰਕੇ ਕਰਵਾ ਲੈਂਦੇ ਹੋ। ਸਾਡੀ ਤਿਲ ਮਾਤਰ ਵੀ ਹਿਕਮਤ ਨਹੀਂ ਕਿ ਅਸੀਂ ਕੁਝ ਕਰ ਸਕੀਏ। ਜੇ ਸੇਵਾ ਕਰਾਉਂਦੇ ਹੋ, ਸੇਵਾ ਤੋਂ ਗੱਲ ਯਾਦ ਆਉਂਦੀ, ਜਦੋਂ ਜੋੜੇ ਘਰ ਸੇਵਾ ਕਰਦੇ ਆ ਨਾ, ਕਈ ਜੀਵ ਐਸੇ ਨੇ ਸਾਰਾ ਦਿਨ ਸੇਵਾ ਕਰਦੇ ਨੇ ਉੱਥੇ, ਅਸੀਂ ਘੜੀ ਦੀ ਘੜੀ ਜਾਂਦੇ ਹਾਂ ਤੇ ਮਨ 'ਚ ਹੁੰਦਾ ਹੈ ਕਿ 15 ਮਿੰਟ ਹੀ ਮਿਲੇ ਨੇ ਸੇਵਾ ਦੇ, ਫਿਰ ਸਮਾਗਮ ਤੇ ਜਾਣਾ, ਤੇ ਪਾਤਸ਼ਾਹ ਤੁਹਾਡਾ ਜੋੜਾ ਕਦੋਂ ਆਏਗਾ? ਫਿਰ ਪਾਤਸ਼ਾਹ ਨੇ ਹੁਕਮ ਕਰਨਾ, ਮੈਂ ਇਹਦੇ ਵਿੱਚ ਵੀ ਮੈਂ ਹੀ ਹਾਂ, ਇਹ ਜੋੜਾ ਮੇਰਾ ਹੀ ਹੈ। ਉਸ ਜੋੜੇ ਨੂੰ ਚੁੱਕਣਾ, ਤੇ ਤੁਸੀਂ ਹਿਸਾਬ ਲਾਓ ਕਿ ਜੇ ਆਪਾਂ ਇੱਦਾਂ ਸੋਚ ਲਈਏ ਗੁਰੂ ਰਾਮਦਾਸ ਜੀ, ਅੱਛਾ ਇਹ ਤੁਹਾਡਾ ਜੋੜਾ, ਉਹਨੂੰ ਚੁੱਕ ਕੇ ਕਿਵੇਂ ਲੈ ਕੇ ਜਾਓਗੇ? ਭਾਵਨਾ ਤੁਹਾਡੀ। ਉਹਨੂੰ ਰੱਖ ਕੇ ਕਿਵੇਂ ਆਓਗੇ? ਇਹ ਭਾਵਨਾ ਤੁਹਾਡੀ। ਉਹਨੂੰ ਸਾਫ਼ ਕਰਕੇ ਕਿੱਦਾਂ ਰੱਖੋਗੇ? ਕਿੰਨੇ ਕੁ ਪਿਆਰ 'ਚ ਉਹਨੂੰ ਹੌਲੀ ਹੌਲੀ ਲੈ ਕੇ ਜਾਓਗੇ? ਤੇ ਉਹ ਭਾਵਨਾ ਤੁਹਾਡੀ ਹੈ ਕਿ ਅੱਛਾ ਪਾਤਸ਼ਾਹ ਇਹ ਤੁਹਾਡਾ ਜੋੜਾ। ਪਹਿਲਾਂ ਤੇ ਭਾਵਨਾ ਇਹ ਸੀ ਕਿ ਪਾਤਸ਼ਾਹ ਤੁਹਾਡਾ ਜੋੜਾ ਕਦੋਂ ਆਊਗਾ? ਸਾਰਿਆਂ ਦੇ ਜੋੜੇ ਚੁੱਕਦਾ, ਪਾਤਸ਼ਾਹ ਕਹਿੰਦੇ ਨਹੀਂ ਮੈਂ ਹੀ ਹਾਂ ਇਹਨਾਂ ਵਿੱਚ। ਫਿਰ ਕੱਲੇ ਕੱਲੇ ਜੋੜੇ ਨੂੰ ਚੁੱਕਣਾ, ਇੰਨੀ ਕੁ ਭਾਵਨਾ 'ਚ ਤੁਰ ਕੇ ਉਸ ਖਾਨੇ ਤੱਕ ਜਾਣਾ, ਉੱਥੇ ਰੱਖਣਾ ਕਿੰਨੇ ਪਿਆਰ ਨਾਲ ਜੋੜਾ, ਉਹਨੂੰ ਸਾਫ਼ ਕਰਨਾ ਕਿ ਪਾਤਸ਼ਾਹ ਤੇਰਾ ਜੋੜਾ। ਤੇ ਘਟ ਘਟ ਮੈਂ ਹਰ ਜੋ ਵਸੈ, ਸਾਰਿਆਂ ਜੀਆਂ ਦੇ ਵਿੱਚ ਵੀ ਉਹੀ ਵਸਦਾ। ਏਦਾਂ ਕੋਈ ਟਿਊਨਿੰਗ ਹੋ ਜਾਏ, ਪ੍ਰੇਮਾ ਭਗਤੀ ਮਿਲ ਜਾਏ, ਤੇ ਤੁਹਾਡਾ ਇੱਕ ਜੋੜਾ ਹੀ ਸਾਫ਼ ਕੀਤਾ, ਇੱਕ ਜੋੜਾ ਚੁੱਕਿਆ ਹੀ ਸਫਲ ਹੈ। ਉਹ ਵੀ ਧੰਤਾ ਯੋਗ ਨੇ ਜਿਹੜੇ ਸਾਰਾ ਦਿਨ ਉੱਥੇ ਸੇਵਾ ਕਰਦੇ ਨੇ, ਇਹ ਵੱਡੇ ਭਾਗ ਨੇ। ਉੱਥੇ ਇੱਕ ਇੱਕ ਮਿੰਟ ਦਾ ਹਿਸਾਬ ਹੈ, ਇੱਕ ਇੱਕ ਖਿੰਨ ਦਾ ਹਿਸਾਬ ਹੈ ਕਿ ਤੁਸੀਂ ਆਣ ਕੇ ਜੋੜੇ ਘਰ ਖਲੋ ਗਏ ਹੋ, ਜਾਂ ਤੁਸੀਂ ਭਾਂਡੇ ਮਾਂਜਣ ਉੱਥੇ ਬੈਠੇ ਹੋ। ਤੁਹਾਡਾ ਜਿਵੇਂ ਆਪਾਂ ਕਹਿ ਦਿੰਦੇ ਕਿ ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਹੁਣ, ਉਸੇ ਤਰ੍ਹਾਂ ਹੀ ਇਹ ਸਮਾਂ ਉੱਥੇ ਸ਼ੁਰੂ ਹੋ ਜਾਂਦਾ ਹੈ। ਕੌਲਾ ਕਦੋਂ ਆਉਣਾ ਸਾਡੇ ਹੱਥ 'ਚ, ਸੇਵਾ ਕਦੋਂ ਕਿੰਨੀ ਕੁ ਹੋਣੀ ਹੈ। ਜੇ ਆਪਾਂ ਗੱਲ ਕਰੀਏ ਕੌਲੇ ਮਾਂਜਣ ਦੀ, ਭਾਂਡੇ ਮਾਂਜਣ ਦੀ, ਜਦੋਂ ਆਪਾਂ ਪਰਿਕਰਮਾ 'ਚ ਛਬੀਲਾਂ ਨੇ 4 ਉੱਥੇ ਸੇਵਾ ਕਰਦੇ ਹਾਂ ਕਿਤੇ, ਉਹ ਕੌਲੇ ਨੂੰ ਇੰਨਾ ਮਾਂਜਦੇ ਹਾਂ, ਪਾਤਸ਼ਾਹ ਤੂੰ ਮੇਰਾ ਮਨ ਨੂੰ, ਤੂੰ ਮੇਰੇ ਮਨ ਨੂੰ ਏਦਾਂ ਮਾਂਜ ਦੇ। ਜਦੋਂ ਕੌਲੇ ਵਿੱਚ ਸ਼ਕਲ ਦਿਸਣ ਲੱਗ ਜਾਂਦੀ ਨਾ, ਇਹ ਮਾਂਜਿਆ ਗਿਆ ਤੇ ਸ਼ਕਲ ਦਿਸਣ ਲੱਗ ਗਈ, ਇਹ ਹੁਣ ਠੀਕ ਮਾਂਜਿਆ ਗਿਆ। ਏਦਾਂ ਹੀ ਸਾਨੂੰ ਮਾਂਜਦੇ, ਸਾਡੇ ਮਨ ਨੂੰ, ਸਾਡੇ ਹਿਰਦੇ ਨੂੰ ਬੜੀ ਮੈਲ ਚੜੀ, ਬੜੀ ਕਾਲਖ ਹੈ, ਇਹਨੂੰ ਕਿਤੇ ਤੂੰ ਵੀ ਏਦਾਂ ਤਰਸ ਕਰਕੇ ਮਾਂਜਦੇ। ਇੰਨੀ ਕੁ ਭਾਵਨਾ ਨਾਲ ਉਹ ਕੌਲਾ ਵੀ ਮਾਂਜਣਾ ਤੇ ਇਹਨਾਂ ਆਨੰਦ ਬਣ ਜਾਣਾ।
ਇਹ ਜਦੋਂ ਭਾਵਨਾ ਬਣਦੀ ਇੱਕ ਰਸ ਪੈਦਾ ਹੁੰਦਾ ਹੈ। ਉਹ ਰਸ ਜਦੋਂ ਅੰਦਰ ਜਾਂਦਾ ਤੇ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ, ਕਿਸੇ ਖਾਣ ਪੀਣ ਦੀ ਚਾਹਤ ਨਹੀਂ ਰਹਿੰਦੀ। ਇਹ ਰਹਿਮਤਾਂ, ਇਹ ਬਖਸ਼ਿਸ਼ਾਂ ਵਧਾਉਣੀਆਂ ਨੇ, ਲੁਕਾ ਕੇ ਰੱਖਣੀਆਂ ਨੇ। ਗੱਲ ਕਰ ਰਹੇ ਸੀ ਕਿ ਮਾਤਾ ਪਿਤਾ ਵੀ ਇਸ ਕੰਮ 'ਚ ਨਹੀਂ। ਆਪਾਂ ਜਦੋਂ ਸਹਿਜੇ ਮਾਂ ਨਾਲ ਗੱਲ ਕਰਦੇ ਹਾਂ ਕਿ ਮਦਰ ਇਹ ਗੱਲ ਹੋਈ ਸੀ, ਇੰਨੀ ਬਖਸ਼ਿਸ਼, ਇੰਨੀ ਰਹਿਮਤ, ਇੰਨੇ ਵਜੇ ਸੇਵਾ ਤੇ ਜਾਂਦੇ, ਆਹ ਕਰਦੇ ਆ, ਉਹ ਖੇਡ ਨਹੀਂ ਬਣਦੀ। ਇਹਨੂੰ ਲੁਕਾਉਣਾ, ਹਾਂ ਜੇ ਕਿਸੇ ਨੇ ਕਿਹਾ ਹਾਂਜੀ ਪਾਤਸ਼ਾਹ ਨੇ ਸੇਵਾ ਲੈ ਲਈ ਸੀ, ਇੰਨੇ ਕੁ ਵਜੇ ਪਾਤਸ਼ਾਹ ਲੈ ਗਏ ਸੀ, ਇੰਨੇ ਵਜੇ ਕਿਰਪਾ ਹੋ ਗਈ ਸੀ। ਸੇਵਾ ਤੇ ਸਿਮਰਨ ਪਹਿਲੇ ਡੰਡੇ ਤੋਂ ਸ਼ੁਰੂ ਹੋਣਾ। ਇਹ ਕਾਹਲ ਨਹੀਂ ਕਰਨੀ ਕਿ ਅੱਜ ਹੀ ਜੇ ਕਿਸੇ ਨੇ 8 ਘੰਟੇ ਦਾ ਚੌਂਕੜਾ ਲਾਇਆ ਤੇ ਮੈਂ 8 ਘੰਟੇ ਤੇ ਲਾ ਕੇ ਦਿਖਾਵਾਂਗੇ। ਬੱਧਾ ਚੱਟੀ ਨਹੀਂ। ਜਿੰਨਾ ਚਿਰ ਮਨ ਨੂੰ ਠੰਡ ਪੈਂਦੀ ਹੈ, ਸਹਿਜ ਅਵਸਥਾ ਬਣਦੀ, ਚਾਹੇ ਉਹ 5 ਮਿੰਟ ਹੋ ਜਾਣ। ਖੇਡ ਬਣਦੇ ਬਣਦੇ 1-2 ਦਿਨ 'ਚ, ਤੀਸਰੇ ਦਿਨ ਵਿੱਚ ਫਿਰ ਘੜੀ ਦੀਆਂ ਸੂਈਆਂ ਰੁਕ ਜਾਂਦੀਆਂ ਨੇ, ਪਤਾ ਨਹੀਂ ਲੱਗਾ ਚੌਂਕੜਾ ਲੱਗਾ ਤੇ ਕਿੰਨੇ ਵੱਜ ਗਏ। ਸੁਰਤ ਟਿਕ ਗਈ, ਸਮਾਂ ਰੁਕ ਜਾਂਦਾ। ਫਿਰ ਐਸਾ ਆਨੰਦ ਖੇੜਾ। ਬੇਨਤੀ ਕਰਾਂ, ਅਸੀਂ ਜਦੋਂ ਸਕੂਲ ਸੀ ਉਦੋਂ ਨਾਲ ਖੇਡ ਵੀ ਖੇਡਦੇ ਸੀ, ਜੂਡੋ ਦੀ। ਸਾਡੇ ਨਾਲ ਮੁੰਡੇ ਸੀ, ਉਹ ਸਿਰ ਤੇ ਇੱਕ ਵਾਲ ਨਹੀਂ ਸੀ ਰਹਿਣ ਦਿੰਦੇ। 0 ਨੰਬਰ ਦੀ ਕੋਈ ਮਸ਼ੀਨ ਹੁੰਦੀ, ਉਹ ਲਾਉਂਦੇ ਸੀ। ਤੇ ਜਦੋਂ ਸੇਵਾ ਕਰਕੇ 3 ਪਹਿਰੇ ਦੀ ਅੰਦਰ ਕੀਰਤਨ ਸੇਵਾ ਕਰਕੇ ਅਸੀਂ ਬਾਹਰ ਆਏ, ਉਹ ਸਿੰਘ ਬਹੁਤ ਚੜ੍ਹਦੀ ਕਲਾ ਵਾਲਾ ਮੇਰੇ ਨੇੜੇ ਆਵੇ, ਇੰਨੇ ਚਿਰ ਨੂੰ ਸੰਗਤ ਹੋਰ ਮਿਲਣ ਆ ਜਾਂਦੀ ਸੀ, ਉਹ ਸਿੰਘ ਪਰੇ ਚਲ ਜਾਂਦਾ ਸੀ। ਇਸੇ ਤਰ੍ਹਾਂ 3-4 ਡਿਊਟੀਆਂ ਇਦਾਂ ਹੀ ਲੰਘੀਆਂ। ਫਿਰ ਇੱਕ ਦਿਨ ਨਾ ਮੈਂ ਸਾਰਿਆਂ ਨੂੰ, ਸੰਗਤਾਂ ਨੂੰ ਮਿਲ ਕੇ ਫਤਿਹ ਬੁਲਾ ਕੇ ਤੇ ਮੈਂ ਜਲਦੀ ਕਾਹਲ ਨਾਲ ਨਾ ਉਹ ਸਿੰਘ ਨੂੰ ਆਵਾਜ਼ ਮਾਰੀ ਕਿ ਯਾਰ ਇਹ ਹਰ ਵਾਰੀ ਇਦਾਂ ਹੁੰਦਾ, ਤੁਸੀਂ ਮੈਨੂੰ ਦੇਖਦੇ ਹੋ, ਮਿਲਣ ਆਉਂਦੇ ਹੋ ਤੇ ਸੰਗਤਾਂ ਦੀ ਤੁਸੀਂ ਪਰੇ ਚਲ ਜਾਂਦੇ। ਉਸ ਸਿੰਘ ਦਾ ਢੰਗ ਦੇਖੋ ਤੁਸੀਂ। ਪਹਿਲਾਂ ਤੇ ਉਹਦੇ ਨੇਤਰਾਂ ਵਿੱਚ ਕੋਈ ਅੱਖਾਂ ਨਹੀਂ ਸੀ ਪਾ ਸਕਦਾ, ਇੰਨਾ ਨਾਮ ਬਾਣੀ ਦਾ ਰਸੀਆ ਸੀ। ਉਸਨੇ ਕਿਹਾ ਕਿ ਤੁਸੀਂ ਗੁਰੂ ਰਾਮਦਾਸ ਜੀ ਦੇ ਸਕੂਲ ਵਿੱਚ ਪੜ੍ਹਦੇ ਸੀ? ਮੈਂ ਕਿਹਾ ਹਾਂਜੀ। ਉੱਥੇ ਤੁਸੀਂ ਗੇਮ ਖੇਡਦੇ ਸੀ? ਮੈਂ ਕਿਹਾ ਹਾਂਜੀ। ਅੰਮ੍ਰਿਤ ਵੇਲੇ ਦੀ ਗੱਲ ਹੈ, 2 ਤੋਂ 3 ਹਾਜ਼ਰੀ ਸੀ, 3 ਵਜੇ, 3:15 ਵਜੇ ਦੀ ਗੱਲ ਹੈ। ਤੇ ਮੈਂ ਕਿਹਾ ਹਾਂਜੀ ਠੀਕ ਹੈ। ਦਮਾਲਾ ਉਹਨੇ ਸਜਾਇਆ, ਬਹੁਤ ਚੜ੍ਹਦੀ ਕਲਾ ਵਾਲਾ ਸਿੰਘ। ਕਹਿੰਦਾ ਜੀ ਤੁਸੀਂ ਇੰਨੇ ਵਜੇ ਹਾਜ਼ਰੀ ਲਾਈ ਤੇ ਇਹ 3-4 ਦਿਨ ਹੋ ਗਏ, ਮੈਂ ਗੱਲ ਕਰਨਾ ਚਾਹੁੰਦਾ ਸੀ ਪਰ ਤੁਹਾਡੇ ਸੰਗਤ ਤੁਹਾਨੂੰ ਪਿਆਰ ਕਰਦੀ, ਤੁਸੀਂ ਫਿਰ ਗੱਲ ਕਰਨ ਲੱਗ ਜਾਂਦੇ ਸੀ, ਫਿਰ ਮੈਂ ਦੂਰੋਂ ਨਮਸਕਾਰ ਕਰਕੇ ਚਲ ਜਾਂਦਾ ਸੀ। ਤੁਹਾਡੇ ਨਾਲ ਇੱਕ ਮੁੰਡਾ ਸੀ, ਉਸਦਾ ਇਹ ਨਾਮ ਸੀ ਤੇ ਉਹ ਤੁਹਾਡੇ ਨਾਲ ਖੇਡਦਾ ਸੀ ਗੇਮ? ਮੈਂ ਕਿਹਾ ਹਾਂਜੀ। ਦੇਖੋ ਉਹਨੇ ਇਹ ਨਹੀਂ ਕਿਹਾ ਉਹ ਮੈਂ ਹਾਂ, ਉਹਨੇ ਇਹ ਨਹੀਂ ਕਿਹਾ, ਉਹਨੇ ਅੱਖਾਂ ਦੇ ਇਸ਼ਾਰੇ ਨਾਲ ਕਿਹਾ ਕਿ ਮੈਂ ਹਾਂ, ਉਹ ਮੈਂ ਹਾਂ ਜਿਹੜਾ ਸਿਰ ਤੇ ਇੱਕ ਵਾਲ ਨਹੀਂ ਸੀ ਰਹਿਣ ਦਿੰਦਾ। ਪਤਾ ਨਹੀਂ ਲੱਗਦਾ, ਫਿਰ ਮਨ ਕਰਦਾ ਕਿ ਪਤਾ ਨਹੀਂ ਕਿਹੜੇ ਵੇਲੇ ਕਿਹੜੇ ਜੀਅ ਤੇ ਤੂੰ ਕਿਰਪਾ ਕਰ ਦੇਣੀ ਹੈ, ਜਿਹੜਾ ਇਦਾਂ ਦਾ ਪਤਤ ਪੁਣਾ ਵੀ ਕਰਦਾ ਸੀ, ਕੇਸਾਂ ਦੀ ਬੇਦ ਵੀ ਕਰਦਾ ਸੀ। ਅੱਜ ਉਹ 5-6 ਘੰਟੇ ਦਾ ਚੌਂਕੜਾ ਸਹਿਜੇ ਲਾ ਲੈਂਦਾ ਸੀ। ਤੇ ਮੈਂ ਹੈਰਾਨ ਰਹਿ ਗਿਆ ਕਿ ਪਾਤਸ਼ਾਹ, ਅਸੀਂ ਸੋਚਦੇ ਹਾਂ ਕਿ ਸਾਡੀ ਇਸ ਕਲਾਸ ਦੇ ਵਿੱਚ ਅਸੀਂ ਸਾਰਿਆਂ ਤੋਂ ਚੰਗੇ ਰਹਿ ਗਏ ਕਿ ਪਾਤਸ਼ਾਹ ਨੇ ਆਪਣੇ ਦਰ ਘਰ ਦੀ ਸੇਵਾ ਦੇ ਦਿੱਤੀ। ਭਾਵੇਂ ਕੋਈ ਚੰਗੇ ਬਿਜ਼ਨਸ ਕਰਦਾ ਹੈ, ਪਰ ਜਿਹੜੀਆਂ ਵਡਿਆਈਆਂ ਗੁਰੂ ਰਾਮਦਾਸ ਜੀ ਨੇ ਸਾਨੂੰ ਦੇ ਦਿੱਤੀਆਂ, ਇਹ ਹਉਮੈ ਹੈ ਨਾ ਕਿ ਪਾਤਸ਼ਾਹ ਸਾਨੂੰ ਵਧੀਆ ਕੀਤਾ, ਸਾਨੂੰ ਆਪਣੇ ਕੋਲੋਂ ਬਿਠਾ ਲਿਆ, ਅਸੀਂ ਸਾਰਿਆਂ ਨਾਲੋਂ ਚੰਗੇ ਰਹਿ ਗਏ, ਅੱਗੇ ਰਹਿ ਗਏ। ਪਰ ਜਦੋਂ ਸਿੰਘ ਚੜ੍ਹਦੀ ਕਲਾ ਵਾਲਾ ਆਣ ਕੇ ਕਹਿੰਦਾ ਕਿ ਉਹ ਮੈਂ ਸੀ, ਇਸ਼ਾਰੇ ਨਾਲ ਹੀ ਕਹਿ ਰਿਹਾ, ਹਉਮੈ ਵੀ ਨਹੀਂ ਆਉਣ ਦਿੱਤੀ, ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਕਿ ਤੂੰ ਤੇ ਕੁਛ ਵੀ ਨਹੀਂ। ਤੇ 8 ਘੰਟੇ ਦਾ ਚੌਂਕੜਾ, ਰੋਜ਼ ਦਾ ਨੇਮ ਉਹਦਾ। ਅਸੀਂ ਅੱਜ ਦੌੜ ਲਾਉਂਦੇ ਹਾਂ ਬਾਹਰ, ਠੀਕ ਹੈ, ਬਾਹਰ ਬੱਚੇ ਮੁੰਡੇ ਕੁੜੀਆਂ ਜਾਂਦੇ ਨੇ ਕਿ ਇੱਥੇ ਬਿਜ਼ਨਸ ਕੋਈ ਕਾਰੋਬਾਰ ਨਹੀਂ, ਬਾਹਰ ਪੜ੍ਹਾਈਆਂ ਚੰਗੀਆਂ ਨੇ, ਬਾਹਰ ਕੰਮ ਚੰਗੇ ਨੇ, ਬੰਦੇ ਦੇ ਕੰਮ ਦਾ ਮੁੱਲ ਹੈ ਬਾਹਰ, ਠੀਕ ਹੈ, ਜਾਣਾ ਚਾਹੀਦਾ। ਪਰ ਉਹ ਸ਼ਖਸ ਕਹਿੰਦਾ ਕਿ ਨਹੀਂ, ਬਾਹਰ ਨੂੰ ਵੀ ਤਿਆਗਿਆ, ਗੁਰੂ ਰਾਮਦਾਸ ਜੀ ਦਾ ਦਰ ਮੱਲਿਆ, ਬਸ ਇੱਥੇ ਰਹਿਣਾ, ਖੇਤੀਬਾੜੀ ਹੈਗੀ ਉਹ ਕਰਨੀ ਹੈ। ਸੋ ਹੈਰਾਨ ਹੋ ਜਾਈਦਾ ਕਿ ਸਾਡੇ ਤੋਂ ਵੀ ਅੱਗੇ ਨੇ ਜਿਨ੍ਹਾਂ ਨੂੰ ਬਾਣੀ ਇੰਨੀ ਕੰਠ, ਛੋਟੇ ਬੱਚਿਆਂ ਨੂੰ ਦੇਖਦੇ ਆ ਕਿੰਨੀਆਂ ਬਾਣੀਆਂ ਕੰਠ ਨੇ, ਕਿੰਨਾ ਨੇਮ ਹੈ, ਤੇ ਉਹਨਾਂ ਵੱਲ ਦੇਖੀਦਾ ਕਿ ਜਦੋਂ ਆਪਣਾ ਨੇਮ ਹੋਵੇ ਕਿਸੇ ਨੂੰ ਦੱਸਣ ਦੀ ਬਜਾਏ ਉਹਨਾਂ ਵੱਲ ਦੇਖੀਦਾ ਕਿ ਅਸੀਂ ਕਿੱਥੇ ਆ, ਉਹ ਕਿੱਥੇ ਨੇ, ਅਸੀਂ ਤਾਂ ਫਿਰ 0 ਵੀ ਨਹੀਂ। ਸਤਿਗੁਰੂ ਜੀ ਰਹਿਮਤ ਕਰਨ, ਜਿੰਨੇ ਵੀ ਤੁਸੀਂ ਜੁੜੇ ਹੋ, ਆਸ ਕਰਦਾ ਮੇਰੇ ਨਾਲੋਂ ਜ਼ਿਆਦਾ ਹੀ ਤੁਹਾਡਾ ਸਾਰਿਆਂ ਦਾ ਨੇਮ ਹੈਗਾ, ਜ਼ਿਆਦਾ ਸੇਵਾ, ਜ਼ਿਆਦਾ ਸਿਮਰਨ ਹੈ, ਠੀਕ ਹੈ। ਦਾਸਰੇ ਨੂੰ ਮੋਹਰ ਲੱਗੀ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੀ, ਤੇ ਉਹਦੇ ਕਰਕੇ ਤੁਸੀਂ ਸਾਰੇ ਮਾਣ ਕਰਦੇ ਹੋ, ਪਿਆਰ ਕਰਦੇ ਹੋ। ਪਿਛਲੀ ਦਫਾ ਵੀ ਸਿਹਤ ਥੋੜੀ ਢਿੱਲੀ ਸੀ, ਅੱਜ ਵੀ ਥੋੜਾ ਜਿਹਾ ਪਾਤਸ਼ਾਹ ਨੇ ਹਾਜ਼ਰੀ ਲੈ ਲਈ, ਨਹੀਂ ਤੇ ਅੱਜ ਵੀ ਮੁਸ਼ਕਿਲ ਸੀ। ਹੁਣ ਵੀ ਭਾਈ ਸਾਹਿਬ ਆਏ ਨੇ, ਇਹਨਾਂ ਨੇ ਮੈਡੀਸਿਨ ਦੇਣੀ ਹੈ, ਤੇ ਤਾਂ ਕਰਕੇ ਮੈਂ ਤਾਂ ਪਹਿਲਾਂ ਬੇਨਤੀ ਕੀਤੀ ਭੈਣ ਨੂੰ ਕਿ ਸਿਰਫ 10-15 ਮਿੰਟ ਦੀ ਹਾਜ਼ਰੀ ਸ਼ਾਇਦ ਮੈਂ ਲਾਵਾਂ।
ਬਾਕੀ ਪਾਤਸ਼ਾਹ ਸੇਵਾ ਲੈਣ ਵਾਲੇ ਨੇ, ਜਿੱਦਾਂ ਵੀ ਉਹ ਸੇਵਾ ਲੈ ਲੈਂਦੇ ਨੇ, ਪਾਤਸ਼ਾਹ ਰਹਿਮਤ ਕਰਨ। ਸੋ ਇਹੀ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਕੋਸ਼ਿਸ਼ ਕਰਿਆ ਕਰੋ, ਜਿੱਥੇ ਵੀ ਸੇਵਾ ਮਿਲਦੀ, ਗੁਰੂ ਘਰ ਪਰਿਕਰਮਾ 'ਚ ਜਾਂਦੇ ਹੋ, ਕੋਈ ਕੁਛ ਡਿੱਗਾ ਹੈ ਉਹਨੂੰ ਸੇਵਾ ਫੜ ਕੇ ਉਹ ਡਸਟਬਿਨ 'ਚ ਪਾਉਣੀ ਹੈ। ਜਿੱਥੇ ਵੀ ਸੇਵਾ ਲੱਭਦੀ, ਭਾਵੇਂ ਤਿਲ ਮਾਤਰੀ ਹੈ, ਜੋੜੇ ਘਰ ਗਏ, ਜੋੜੇ ਥੋੜੇ ਸਾਫ਼ ਕਰ ਆਏ, ਉਹਦਾ ਫਲ ਮੈਂ ਹੁਣ ਤੁਹਾਨੂੰ, ਸਾਡਾ ਜੀਆਂ ਦਾ ਸੁਭਾਅ ਹੈ ਕਿ ਸਾਨੂੰ ਅੱਖਾਂ ਨਾਲ ਜੋ ਨਜ਼ਰ ਆਉਂਦਾ ਨਾ, ਅਸੀਂ ਉਹ ਤੇ ਵਿਸ਼ਵਾਸ ਕਰਦੇ ਹਾਂ। ਸੋ ਸਾਨੂੰ ਜੋ ਨਜ਼ਰ ਆਉਂਦਾ ਅਸੀਂ ਉਸ ਤੇ ਵਿਸ਼ਵਾਸ ਕਰਦੇ ਵੀ ਇਹ ਠੀਕ ਹੈ, ਆਹ ਗਲਤ ਹੈ। ਪਰ ਪਾਤਸ਼ਾਹ ਜੀ ਦੀਆਂ ਰਹਿਮਤਾਂ ਜਿਹੜੀਆਂ ਨਾ, ਉਹ ਇਹਨਾਂ ਨੇਤਰਾਂ ਨਾਲ ਨਜ਼ਰ ਨਹੀਂ ਆਉਂਦੀਆਂ ਜੀ। ਪਤਾ ਨਹੀਂ ਸੀ ਉਸ ਵੇਲੇ ਦੀ ਸੇਵਾ ਕੀਤੀ, ਬਚਪਨ ਵੇਲੇ ਇੰਨੀ ਸੇਵਾ ਪਾਤਸ਼ਾਹ ਨੇ ਕਰਵਾ ਲਈ, ਤੇ ਉਹਦਾ ਫਲ ਕਿੰਨਾ ਕੁ ਹੈ। ਹੁਣ ਸੋਚਦੇ ਹਾਂ, ਹੁਣ ਕਿਸਾਨਾਂ ਦਾ ਵੀ ਜਿਹੜਾ ਮਸਲਾ ਚੱਲ ਰਿਹਾ, ਇਹ ਵੀ ਇੱਕ ਤਰ੍ਹਾਂ ਦੀ ਕਰੋਪੀ ਸਹੇੜਨ ਵਾਲੀ ਗੱਲ ਹੈ। ਜਿਹੜੇ ਲੋਕਾਂ ਨੇ ਇਹ ਕਾਨੂੰਨ ਮਾੜੇ ਬਣਾਏ ਨੇ, ਇਹ ਕਰੋਪੀ ਉਹਨਾਂ ਤੇ ਆਉਣੀ ਹੈ। ਕਿਉਂਕਿ ਇੱਕ ਬੰਦਾ ਚੋਲਾ ਪਾ ਕੇ ਸਿਮਰਨ ਕਰਦਾ, ਬੰਦਗੀ ਕਰਦਾ, ਮੈਂ ਉਹਦੇ ਨਾਲੋਂ ਵੀ ਜ਼ਿਆਦਾ ਕਿਸਾਨ ਦੀ ਭਗਤੀ ਜ਼ਿਆਦਾ ਮੰਨਦਾ। ਜਦੋਂ ਉਹ ਖੇਤੀਬਾੜੀ ਕਰਦਾ, ਮਿਹਨਤ ਕਰਦਾ, ਜਿਹਨੇ ਕਈ ਵਾਰੀ, ਉਹਨੂੰ ਪਤਾ ਕਿੰਨੀ ਔਖੀ ਹੈ ਮਿਹਨਤ ਕਰਨੀ। ਉਹ ਸਾਰਾ ਦਿਨ ਮਿਹਨਤ ਇੰਨੀ ਕਰਦਾ, ਉਹਨੂੰ ਦੁਨੀਆਦਾਰੀ ਦਾ ਨਹੀਂ ਪਤਾ। ਉਹ ਥੱਕਿਆ ਟੁੱਟਿਆ ਇੱਕ ਵਾਰੀ ਵਾਹਿਗੁਰੂ ਕਹਿ ਲੈਂਦਾ ਨਾ, ਤੇ ਉਹਦੀ ਸਿੱਧੀ ਗੱਲਬਾਤ ਟਿਊਨਿੰਗ ਹੋ ਜਾਂਦੀ। ਉਹਦਾ ਇੱਕ ਵਾਰੀ ਵਾਹਿਗੁਰੂ ਕਿਹਾ, ਇੰਨਾ ਕੁ ਆਨੰਦ ਖੇੜਾ ਤੇ ਇੰਨਾ ਆਨੰਦ ਬਣਾਉਂਦਾ, ਇੰਨੀਆਂ ਬਖਸ਼ਿਸ਼ਾਂ ਕਰਦਾ। ਤੇ ਜੇ ਕੋਈ ਮੇਰੇ ਵਰਗਾ 5 ਘੰਟੇ ਵੀ ਚੌਂਕੜਾ ਲਾ ਕੇ ਉਹਦੀ ਜੇ ਬਿਰਤੀ ਨਹੀਂ ਟਿਕੀ ਨਾ, ਤੇ ਉਹ ਕਿਸੇ ਥਾਂ ਨਹੀਂ। ਉਹ ਕਿਸਾਨ ਦਾ ਇੱਕ ਵਾਰੀ ਵਾਹਿਗੁਰੂ ਕਿਹਾ, ਥਾਂ ਪੈ ਗਿਆ। ਇਸੇ ਤਰ੍ਹਾਂ ਭਗਤ ਧੰਨਾ ਜੀ, ਜਿਨ੍ਹਾਂ ਨੇ ਪੱਥਰ ਚੋਂ ਭਾਵਨਾ ਸੀ ਨਾ, ਭਾਵਨੀ, ਜੇ ਭਾਵਨਾ ਤੇ ਸਾਰਾ ਕੁਛ ਹੈ, ਜੇ ਭਾਵਨਾ ਨਹੀਂ ਤੇ ਫਿਰ ਕੁਛ ਵੀ ਨਹੀਂ। ਸਤਿਗੁਰੂ ਜੀ ਭਾਵਨਾ ਵੀ ਆਪ ਹੀ ਆਪਣੇ ਦਾਸਰਿਆਂ ਨੂੰ ਬਖਸ਼ਿਸ਼ ਕਰਦੇ ਨੇ। ਇਹ ਵੀ ਕੋਈ ਮੁੱਲ ਖਰੀਦੀ ਨਹੀਂ ਜਾ ਸਕਦੀ ਕਿਸੇ ਦੁਕਾਨ ਤੋਂ। ਇਹ ਤੇ ਤਰਲਾ ਹੀ ਹੈ, ਪਾਤਸ਼ਾਹ ਸਾਡੇ ਹਿਰਦੇ ਵਿੱਚ ਭਾਵਨਾ ਬਣਾ ਕੇ ਰੱਖੋ, ਅਸੀਂ ਤੇਰੇ ਚਰਨਾਂ ਦੇ ਭੌਰੇ ਬਣ ਕੇ ਸੇਵਾ ਕਰਦੇ ਰਹੀਏ। ਇਹ ਮਨੁੱਖਾ ਦੇਈ ਬੜੀ ਦੁਰਲਭ ਦੇਈ ਹੈ। ਆਮ ਕਰਕੇ ਆਪਾਂ ਸੁਣਦੇ ਹਾਂ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਅੱਛਾ ਜੀ, ਦੇਵੀ ਦੇਵਤੇ ਸਿਮਰਦੇ ਨੇ ਇਹਨੂੰ? ਦੇਵੀ ਦੇਵਤੇ ਲੋਚਦੇ ਨੇ ਦੇਹੀ ਨੂੰ? ਜੇ ਲੋਚਦੇ ਨੇ ਤੇ ਕਿਉਂ ਲੋਚਦੇ ਨੇ? ਤੇ ਜੇ ਉਹ ਦੇਵੀ ਦੇਵਤੇ ਸਾਨੂੰ ਨਮਸਕਾਰ ਕਿਉਂ ਕਰਦੇ ਨੇ? ਉਹਨਾਂ ਨੂੰ ਨਮਸਕਾਰ ਕਰਦੇ ਨੇ ਜਿਨ੍ਹਾਂ ਨੇ ਇਸ ਦੇਹੀ ਨੂੰ ਸੰਭਾਲਿਆ, ਜਿਨ੍ਹਾਂ ਨੇ ਇਸ ਦੇਹੀ ਦੀ ਪੂਰੀ ਇਸ ਤੋਂ ਪੂਰਾ ਲਾਹਾ ਲਿਆ ਕਿ ਇਹਦਾ ਲਾਹਾ ਕਿਵੇਂ ਲਿਆ ਜਾ ਸਕਦਾ। ਸੇਵਾ ਸਿਮਰਨ ਬੰਦਗੀ ਕਰਨ ਆਏ ਆ ਦੁਨੀਆ ਵਿੱਚ, ਪਰ ਕੰਮ ਕਰਦੇ ਕਰਦੇ ਸੰਸਾਰ ਵਿੱਚ ਵਿਚਰਦੇ, ਸਕੂਲ ਨੂੰ ਜਾਂਦਿਆਂ, ਸਕੂਲ ਤੋਂ ਆਉਂਦਿਆਂ, ਕੋਈ ਪੇਪਰ ਕਰਦਿਆਂ ਪਹਿਲਾਂ ਮੂਲ ਮੰਤਰ ਦੇ ਜਾਪ ਕਰ ਲੈਣੇ, ਅੰਤਰ ਧਿਆਨ ਹੋ ਕੇ ਉਹਨੂੰ ਨਮਸਕਾਰ ਕਰ ਲੈਣੀ, ਪਾਤਸ਼ਾਹ ਕਲਮ ਤੂੰ ਚਲਾਉਣੀ ਹੈ। ਭਾਵੇਂ ਇਹ ਦੁਨਿਆਵੀ ਪੜ੍ਹਾਈਆਂ ਨੇ, ਇਹ ਜ਼ਰੂਰੀ ਨੇ, ਦੁਨੀਆ ਵਿੱਚ ਵਿਚਰਨਾ, ਪਰ ਤੇਰੇ ਲਈ ਕੋਈ ਖੇਡ ਨਹੀਂ, ਇਹ ਤੂੰ ਕਰਾਉਣੀ ਹੈ, ਤੁਸੀਂ ਆਪ ਹਾਜ਼ਰ ਨਾਜ਼ਰ ਹੋ ਕੇ ਕਰਾਉਣਾ। ਉਹ ਫਿਰ ਬੰਦੇ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ, ਤੇ ਫਿਰ ਪਤਾ ਨਹੀਂ ਲੱਗਦਾ ਉਹ ਕੁਐਸਚਨ ਦੇ ਆਨਸਰ ਕਿਵੇਂ ਲਿਖਦਾ। ਪਾਤਸ਼ਾਹ ਆਪ ਸਹਾਈ ਹੁੰਦੇ ਨੇ। ਦੁਨਿਆਵੀ ਵੱਡੀਆਂ ਤੋਂ ਵੱਡੀਆਂ ਪੜ੍ਹਾਈਆਂ ਦੇ ਵਿੱਚ ਵੀ ਪਾਤਸ਼ਾਹ ਆਪ ਸਹਾਈ ਹੋ ਕੇ ਆਪਣੇ ਦਾਸਰਿਆਂ ਨੂੰ ਮਾਣ ਬਖਸ਼ਦੇ ਨੇ, ਜਿਹੜੀਆਂ ਪੜ੍ਹਾਈਆਂ ਬੜੀਆਂ ਔਖੀਆਂ ਲੱਗਦੀਆਂ। ਇਸੇ ਤਰ੍ਹਾਂ ਜੇ ਗੱਲ ਕਰੀਏ, ਤੁਸੀਂ ਸੁਣਿਆ ਹੋਣਾ, ਇਹ ਸੀ ਭਾਈ ਜ਼ਬਰਤੋੜ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਹੀ ਲਾਈਵ ਟੈਲੀਕਾਸਟ ਦੇ ਵਿੱਚ ਵੀ ਸਰਵਣ ਕਰਦੇ ਹਾਂ। ਬੜਾ ਪਿਆਰਾ ਕੀਰਤਨ ਕਰਦੇ ਨੇ। ਸੋ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਅਸੀਂ ਅੱਜ ਦੇ ਬੁਲਾਰੇ ਭਾਈ ਜ਼ਬਰਤੋੜ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਜਿਸ ਤਰ੍ਹਾਂ ਦੇ ਨਾਲ ਵੀਰ ਜੀ ਨੇ ਦੱਸਿਆ ਹੈ ਕਿ ਪਹਿਲਾਂ ਵੀ ਕੁਛ ਦਿਨ ਇਹਨਾਂ ਦੀ ਸੇਵਾ ਲਈ ਸੀ ਸੈਸ਼ਨ ਦੀ, ਪਰ ਉਸ ਦਿਨ ਵੀ ਸਿਹਤ ਠੀਕ ਨਹੀਂ ਸੀ। ਅੱਜ ਵੀ ਮੈਸੇਜ ਆਇਆ ਸੀ ਵੀਰ ਜੀ ਵੱਲੋਂ ਕਿ ਸਿਹਤ ਠੀਕ ਨਹੀਂ, ਇਸ ਕਰਕੇ ਥੋੜ੍ਹਾ ਟਾਈਮ ਲਗਾਉਣਗੇ ਜੀ। ਸੋ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਯੂਕੇ ਵਾਲੇ, ਵੀਰ ਜੀ ਉਹਨਾਂ ਵੱਲੋਂ ਜੁੜ ਗਏ ਨੇ, ਅਗਰ ਆਪਣੀ ਗੱਲ ਪੂਰੀ ਕਰਨਾ ਚਾਹੁੰਦੇ ਜੀ। ਭਾਈ ਸਾਹਿਬ ਜੀ ਵਾਹਿਗੁਰੂ, ਮਾਫੀ ਵਿੱਚ ਫੋਨ ਫੇਰ ਆ ਗਿਆ ਜਰਾ। ਸੋ ਹੁਣ ਅੰਕਲ ਜਸਵਿੰਦਰ ਸਿੰਘ ਜੀ ਖਾਲਸਾ, ਉਹਨਾਂ ਨੇ ਸਾਰੇ ਬੱਚਿਆਂ ਦੇ ਨਾਲ, ਸਾਰੀ ਸੰਗਤ ਦੇ ਨਾਲ ਹਮੇਸ਼ਾ ਇਸ ਤਰ੍ਹਾਂ ਆਪਣੇ ਤਜਰਬੇ ਦੇ ਵਿੱਚੋਂ ਕੁਛ ਵਿਚਾਰਾਂ ਦੀ ਸਾਂਝ ਪਾਉਣੀ ਹੈ ਜੀ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੰਕਲ ਜੀ ਦਾ, ਅੰਕਲ ਜਸਵਿੰਦਰ ਸਿੰਘ ਜੀ ਖਾਲਸਾ।
ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। मेरे बहुत बहुत प्यारे बच्चों, मेरे नाल फतेह दी सांझ करो। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕੀ ਫਤਿਹ ਜੀ। मैनू पढ़िया बड़ा माण फील होंदा है कि मैनू मौका मिल जाता है मैं भुखा रह जाना वा। इन्ने ने वधिया विचार सुनने नूं मिल रहे होंदे आ ते मेरे मन च भी बुलबुले उठदे आ ते मैं कि अज बच्चिआं नूं मैं भी 5 मिनट दस्सां। सेवा ते सिमरन ते मेरे वीर बड़े प्यार नाल लगे पे सी विचारे इन्हां दी। मैनूं पता लगा तबीयत भी ठीक नहीं हैगी। देखो बच्चिओ, ते मैंने भी दस्सिया गया कि डॉक्टर भी इन्हां कोल आया होया बैठा है, ये मैनूं दस्सिया गया। ते फिर भी ये साडे लई सेवा करन लगे आ। इहनूं कहंदे ने सेवा, किन्नी बख्शिश। सो बच्चिओ, मैं तुहानूं अपनी जिंदगी दे तजर्बे हमेशा लैके तुहाडे कोल आना वा, क्योंकि मेरे मन अंदर यही कुछ हैगा कि बेटे तुसी जिंदगी च बहुत अगे जा सकदे हो। ये हुणे दस्सिया मेरे वीर ने कि कितनी बख्शिश हो सकदी है ना। ते हुण गल यह कि मैं तुहानूं अपना एक उदाहरण दस्सण लगा। मेरे एक भैन दा बेटा है, ਉਹ सक्की भैन है मेरी, ਉਹਦਾ बेटा ते ਉਹਦੇ ਅੱਗੋਂ घरों पत्नी ਉਹਦੀ, और ਉਹ हिंदू परिवार चों आई है साडे घरां च, ते बड़ी बख्शिश। ते ਉਹ ਬੱਚੀ ਦੀ ਹੁਣ सेवा ते सिमरन ਦੀ मैं गल करन जा ਰਿਹਾ कि ਤੁਹਾਡਾ विश्वास बनेगा बच्चिओ। पर उस तो पहले मैं अपना भी दस देवां ਤੁਹਾਨੂੰ, क्योंकि मेरा एडा वड्डा कारोबार हुंदा सी, और कारोबारां दे ते मुश्किलां बहुत आंदियां ना। ते रात नूं डर जाना, करना, घबराना, हाय सवेरे किद्दां होएगा, सवेरे किद्दां होएगा। पर ये सेवा सिमरन ने सारे गुंझल खोल दिंदा है। सवेरे जदों अपना नितनेम करके और बाणी पढ़ के और थोड़ा जा असीं काम ते जांदे सां ते अगे देखीदा सी, ਇਹ भी काम हो गया, ਉਹ भी काम हो गया, ਇਹ भी काम हो गया। बेटा जी मेरे नाल होया, और एक दो मुश्किल ज्यादा भीड़ां आईयां मैनूं याद है 30 साल पहले। ते मैं की करदा सीगा, मैं उसे वेले टिकट कटांदा सीगा। 50,000 रुपए टिकट होंदी सी, और मैं दरबार साहब गुरु रामदास दे चरणा जाके बह जांदा सीगा। ਆਪਾਂ देखो दिल्ली जहाज में उतरदा सी, ਉਹ ਦਿੱਲੀੋਂ ਜਹਾਜ਼ ਜਾਂਦਾ ਸੀ श्रीनगर, ਜਿਹੜਾ ਰਸਤੇ 'ਚ ਅੰਮ੍ਰਿਤਸਰ ਉਤਰਦਾ ਹੁੰਦਾ ਸੀ। ਤੇ ਉਹ ਜਹਾਜ਼ ਮੈਂ ਟਿਕਟ ਦਿੱਲੀੋਂ ਲੈਣੀ, ਔਰ ਉਹ ਟਿਕਟ ਲੈ ਕੇ ਮੈਂ ਅੰਮ੍ਰਿਤਸਰ ਉਤਰ ਜਾਣਾ, ਜਹਾਜ਼ ਨੇ श्रीनगर ਚਲੇ ਜਾਣਾ। ਤੇ ਮੈਂ ਉੱਥੋਂ ਹੀ ਬਾਹਰੋਂ ਟੈਕਸੀ ਲੈਣੀ। ਮੈਨੂੰ ਅਜੇ ਤੱਕ ਯਾਦ ਹੈ, ਟੈਕਸੀ ਵਾਲਾ ਸਿਰਫ 120 ਰੁਪਏ ਲੈਂਦਾ ਸੀ ਤੇ ਮੈਨੂੰ ਦਰਬਾਰ ਸਾਹਿਬ ਲੈ ਜਾਂਦਾ ਸੀਗਾ। ਤੇ ਮੈਂ ਜਾ ਕੇ ਉਹ 2 ਘੰਟੇ ਬਾਅਦ, 2.5 ਘੰਟੇ ਬਾਅਦ ਉਹ ਜਹਾਜ਼ ਵਾਪਸ ਆ ਜਾਂਦਾ श्रीनगर ਤੋਂ। ਤੇ ਮੈਂ 2-2.5 ਘੰਟੇ ਗੁਰੂ ਰਾਮਦਾਸ ਦੇ ਚਰਨਾਂ 'ਚ ਬੈਠ ਕੇ ਥੋੜੀ सेवा सिमरन करके ਤੇ ਮੈਂ ਆਪਣੀ ਅਰਦਾਸ ਕਰਕੇ ਮੈਂ ਆ ਜਾਂਦਾ ਸੀ। ਔਰ ਉਹ ਜਹਾਜ਼ ਮੈਨੂੰ ਦਿੱਲੀ ਲੈ ਜਾਂਦਾ ਸੀਗਾ ਅੰਮ੍ਰਿਤਸਰ ਤੋਂ, ਤੇ ਫਿਰ ਮੈਂ ਦਿੱਲੀੋਂ ਇੰਗਲੈਂਡ ਪਹੁੰਚ ਜਾਂਦਾ ਸੀ। ਇਹ ਮੈਂ ਕੀਤਾ, ਗੁਰੂ ਸਾਹਿਬ ਨੇ ਕਰਾਇਆ ਬੱਚਿਓ। और मेरे कारज इस तरह सवरते गए, सवरते गए, सवरते गए, बड़ियां बड़ियां मुश्किलां भी सॉल्व हो गई। तो यह बच्ची का मैं तुहानूं दस्सां, मेरी बच्ची जिहड़ी कि मेरे भैन दे बेटे दी, मेरा नैफ्यू हो गया, ओहदी वाइफ है जी। ते ओह बच्चिओ बहुती वड्डी नहीं है, जो 35 साल दी होनी सारी। ते ओह बच्ची इत्थे साडे घर च आई सीगी, पर ओहनूं इन्नी ज्यादा बख्शिश सीगी, सेवा सिमरन ते इन्ना ज्यादा ओहदे अंदर विश्वास सीगा। ते ओह बच्ची दे घर जदों आनंद कारज करके आई सी साडे भांजे नाल, ते ਹੁਣ ਉਹ ਸੁਖਮਨੀ ਸਾਹਿਬ ਦੇ ਪਾਠ ਤਾਂ ਬਹੁਤ ਹੀ ਕਰਦੀ ਸੀ। ਉਹਨੂੰ ਬੜਾ ਹੀ ਵਿਸ਼ਵਾਸ ਸੀ ਗੁਰਬਾਣੀ ਤੇ ਉਹਦੇ ਇਲਾਵਾ ਚੁਪਕੇ ਨਾਲ ਉਹ ਬੜੀ ਸੇਵਾ ਸਿਮਰਨ ਕਰਦੀ ਸੀਗੀ। ਮੈਨੂੰ ਪਤਾ ਹੈ ਉਸ ਵੇਲੇ 2 ਵਜੇ ਉੱਠ ਕੇ ਭਗਤੀ ਕਰਦੀ ਸੀਗੀ। ਮਾਤਾ ਪਿਤਾ ਦੇ ਅੰਦਰ ਗੁਣ ਭਰੇ ਹੋਏ ਸੀ ਬੱਚੀ ਤੇ। ਔਰ ਤੁਸੀਂ ਕਰੋਗੇ ਯਕੀਨ ਕਿ ਉਹ ਬੱਚੀ ਐਕਚੁਅਲੀ 에ਅਰ ਹੋਸਟੈਸ ਸੀਗੀ 에ਅਰਲਾਈਨ ਕੰਪਨੀ 'ਚ, ਤੇ ਇਹ ਰਿਸ਼ਤਾ ਇਹਨਾਂ ਦਾ ਆਪਣੇ ਆਪ ਹੋਇਆ। ਚਲੋ ਉਹ ਲੰਬੀ ਕਹਾਣੀ ਹੈ, ਪਰ ਬੇਟਾ ਜੀ ਉਹਦੀ ਬਾਣੀ ਦਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ, ਸੇਵਾ ਤੇ ਸਿਮਰਨ ਦਾ। ਉਹ ਥੋੜੇ ਚਿਰ ਬਾਅਦ ਜਦੋਂ ਇੱਕ ਬੱਚੀ ਉਹਦੇ ਘਰ ਜਨਮ ਆ ਗਿਆ, ਤੇ ਮੇਰਾ ਖਿਆਲ ਹਰ ਪਰਿਵਾਰ ਚਾਹੁੰਦਾ ਹੈ ਕਿ ਚਲੋ ਬੇਟਾ ਵੀ ਆ ਜਾਵੇ ਘਰ ਦੇ ਵਿਚਕਾਰ। ਤੇ ਉਹ ਮੈਂ ਦੇਖਿਆ ਉਹਦੇ ਘਰ ਨਾ, ਫਿਰ ਉਹ ਕੀ ਕਰਦੀ ਸੀ, ਸੁਖਮਨੀ ਸਾਹਿਬ ਪਾਠ ਬੜਾ ਹੀ ਕਰਦੀ ਸੀਗੀ। ਤੇ ਪਰ ਜਦੋਂ ਉਹਦੀ ਬੱਚੀ ਹੋਈ ਸੀਗੀ ਤੇ ਡਾਕਟਰਾਂ ਨੇ ਮਨਾ ਕਰਤਾ ਸੀ ਕਿ ਬਾਈ ਜੇ ਤੂੰ ਹੁਣ ਤੇਰਾ ਬੱਚਾ ਹੋਰ ਨਹੀਂ ਹੋ ਸਕਣਾ, ਕਿਉਂਕਿ ਉਹਦੀ ਕੋਈ ਮੁਸ਼ਕਲ ਆ ਗਈ ਹੋਣੀ ਹੈ, ਉਹੋ ਜਿਹੀਆਂ ਪ੍ਰੋਬਲਮਾਂ ਹੁੰਦੀਆਂ ਮੇਰੇ ਖਿਆਲ ਜ਼ਿੰਦਗੀ ਵਿਚਕਾਰ। ਪਰ ਉਹਨੂੰ ਵਿਸ਼ਵਾਸ ਸੀਗਾ। ਔਰ ਮੈਨੂੰ ਅਜੇ ਤੱਕ ਯਾਦ ਹੈ ਕਿ ਮੈਂ ਆਪਣੇ ਉਦੋਂ ਅੱਜ ਤੋਂ 20 ਸਾਲ ਪਹਿਲੇ ਜਿਹੜੀ ਪਾਣੀਪਤ ਇੱਕ ਸੇਵਾ ਕਰਦਾ ਸੀ, ਉੱਥੇ ਮੇਰੇ ਕੋਲ ਬੱਚੇ ਹੁੰਦੇ ਸੀ ਬਹੁਤ ਸਾਰੇ, ਤੇ ਮੈਂ ਇੱਥੇ ਅਕੈਡਮੀ ਖੋਲੀ ਸੀਗੀ। ਤੇ ਉੱਥੋਂ ਬੱਚੇ ਮੈਂ ਕੈਨੇਡਾ, ਇੱਥੇ ਇੰਗਲੈਂਡ ਭੇਜੇ ਹੋਏ ਸੀਗੇ। ਤੇ ਉਹਨਾਂ ਬੱਚਿਆਂ ਨੂੰ ਘਰ ਬੁਲਾ ਕੇ ਨਾ, ਤੇ ਆਪ ਨਾਲ ਬਿਠਾ ਕੇ ਤੇ 51 ਇਕੱਠੇ ਨੌਨ ਸਟਾਪ ਸੁਖਮਨੀ ਸਾਹਿਬ ਪਾਠ ਉਹਨੇ ਕੀਤੇ। ਤੇ ਕੀ ਹੋਇਆ, ਉਹ ਬੱਚੀ ਇਹਦੇ ਨਾਲ ਕੀ ਦੇ ਜਦੋਂ ਅਗਲਾ ਬੱਚਾ ਆਇਆ ਤੇ 8 ਮਹੀਨੇ ਦਾ ਪਤਾ ਲੱਗਾ, ਔਰ ਇਹਨੇ ਚੈੱਕ ਕਰਾ ਲਿਆ ਇੱਥੇ ਕਿ ਇਹਦਾ ਬੇਟਾ ਹੀ ਹੈਗਾ। ਪਰ ਨਾਲ ਹੀ ਉਹਨੂੰ ਪਤਾ ਲੱਗ ਗਿਆ ਕਿ ਇਹ ਬੇਟਾ ਜਿਹੜਾ ਨਾ ਡਿਸੇਬਲ ਬੱਚਾ ਹੈਗਾ। ਡਿਸੇਬਲ ਬੱਚੇ ਸਮਝਦੇ ਹੋਗੇ, ਜਿਹੜਾ ਹੈਂਡੀਕੈਪ ਬੱਚਾ ਹੈ। ਤੇ 8 ਮਹੀਨੇ ਦਾ ਬੱਚਾ ਪੇਟ ਹੈ ਉਹਦੇ, ਤੇ ਉਹ ਬੱਚਾ ਉਹਨਾਂ ਨੂੰ ਕੱਢਣਾ ਪੈ ਗਿਆ। ਉਹ ਬੱਚਾ ਵੀ ਨਹੀਂ ਇਹਦਾ ਜਨਮ ਲੈ ਸਕਿਆ ਇਹਦੇ ਘਰ 'ਚ। ਪਰ ਉਸ ਬੱਚੀ ਨੇ ਸੇਵਾ ਤੇ ਸਿਮਰਨ ਨਹੀਂ ਛੱਡੀ। ਹੁਣ ਸੇਵਾ ਕੀ ਹੋਰ ਕਰਦੀ ਸੀਗੀ ਬੇਟੇ, ਮੈਂ ਤੁਹਾਨੂੰ ਦੱਸਦਾ, ਅੱਜ ਤੁਹਾਨੂੰ ਨਹੀਂ ਪਤਾ,
ਅੱਜ ਅੰਕਲ ਜੀ ਨੂੰ, ਬਾਬਾ ਜੀ ਨੂੰ, ਮੈਨੂੰ ਬੜੀਆਂ, ਤੁਸੀਂ ਕਹਿ ਦਿਓ ਬਾਬਾ ਜੀ ਨੇ, ਅੰਕਲ ਜੀ ਨੇ ਮੈਨੂੰ ਕਰਤਾ, ਅੰਕਲ ਜੀ, ਅੰਕਲ ਕੁਛ ਨਹੀਂ ਕੀਤਾ, ਉਹ ਬੜੇ ਪੈਸੇ ਦਿੰਦੀ ਜੇ, ਉਹਨੇ ਬੜੇ ਗੱਫੇ ਤੇ ਤੁਹਾਡੇ ਵਾਸਤੇ, ਤੇ ਉਹ ਫਿਰ ਮੈਂ ਤੁਹਾਡੇ ਤੇ ਲਾਂਦਾ ਰਿਹਾ। ਤੇ ਦੂਜੇ ਪਾਸੇ ਉਹ ਸੁਖਮਨੀ ਸਾਹਿਬ ਪਾਠ ਬੜੇ ਹੀ ਕਰਦੀ ਸੀ, ਬੜੇ ਹੀ ਕਰਦੀ ਸੀਗੀ। ਉਹਨੇ ਦੁਬਾਰਾ ਇੱਕ ਸੁਖਮਨੀ ਸਾਹਿਬ ਦਾ ਪਾਠਾਂ ਦੀ ਪੂਰੀ ਲੜੀ ਦੁਬਾਰਾ ਚਲਵਾਈ ਘਰ ਦੇ ਵਿਚਕਾਰ, ਔਰ ਆਪ ਨਾਲ ਗੁਟਕਾ ਸਾਹਿਬ ਲੈ ਕੇ ਬੈਠਦੀ ਸੀ। 51 ਪਾਠ ਮੈਂ ਆਪ ਦੇਖੇ ਕੀਤੇ ਉਹਦੇ ਘਰ ਚ ਹੁੰਦੇ ਹੋਏ ਬੇਟਾ ਜੀ। ਤੇ ਤੁਸੀਂ ਯਕੀਨ ਕਰਨਾ ਬੱਚਿਓ, ਫਿਰ ਉਹਦੇ ਘਰ ਨਾ 2 ਬੱਚੇ ਪੈਦਾ ਹੋਏ, ਇਕੱਠੇ ਟਵਿਨ ਮੁੰਡੇ ਦੋਨੋਂ, ਇੱਕ ਮੰਗਿਆ 2 ਮਿਲ ਗਏ। ਇਹ ਬਾਣੀ ਦੀ ਸ਼ਕਤੀ, ਇਹ ਸੇਵਾ ਸਿਮਰਨ ਦੀ ਸ਼ਕਤੀ ਬੱਚਿਓ, ਇਹ ਮੇਰੇ ਦਿਮਾਗ 'ਚ ਉਦਾਹਰਣ ਆ ਗਿਆ ਸੀ ਯਾਦ। ਤੇ ਮੈਂ ਕਿਹਾ ਸੱਚੀਆਂ ਗੱਲਾਂ ਦੱਸਦਾ ਬੱਚਿਆਂ ਨੂੰ। ਸੋ ਤੁਸੀਂ ਇਹ ਜੇ ਛੋਟੇ ਛੋਟੇ ਹੋ, ਅੱਜ ਇਹ ਗੱਲਾਂ ਸੁਣ ਕੇ ਨਾ ਜੁੜ ਜਾਓ ਪਰਮਾਤਮਾ ਨਾਲ ਡਟ ਕੇ, ਫਿਕਰ ਨਾ ਕਰੋ। ਹੁਣੇ ਵੀਰ ਜੀ ਨੇ ਕਿਹਾ ਨਾ ਕਿਵੇਂ ਕਲਮ ਚੱਲਦੀ ਹੈ, ਕਿਵੇਂ ਪੜ੍ਹਾਈ 'ਚੋਂ ਮੈਂ ਹੁਸ਼ਿਆਰ ਹੋ ਜਾਣਾ। ਤੇ ਬੇਟੇ ਇਹ ਗੱਲਾਂ ਵੀਰ ਜੀ ਨੇ ਦੱਸੀਆਂ ਹੁਣੇ, ਇਹ ਤੁਸੀਂ ਪੜ੍ਹਾਈ ਕਰਦੇ ਪਿਓ, ਮੈਨੂੰ ਪਤਾ ਹੈ। ਮੈਂ ਆਪਣੀ ਸੁਖਮਨੀ ਕੌਰ ਨੂੰ ਵੀ ਏਦਾਂ ਹੀ ਖੜਾ ਕੀਤਾ ਸੀਗਾ। ਉਹ ਸੁਖਮਨੀ ਸਾਹਿਬ ਪਾਠ ਕਰਕੇ ਜਾਂਦੀ ਸੀਗੀ ਤੇ ਭੱਜ ਪਈ ਸ਼ਾਮ ਨੂੰ। ਮੈਂ ਕਿਹਾ ਬੇਟੇ ਰਹਿਰਾਸ ਕਰਕੇ ਜਾਣਾ ਹੈ? ਕਹਿੰਦੇ ਨਹੀਂ ਨਾਨੂ ਪਾਪਾ ਮੇਰਾ ਸਵੇਰੇ ਐਗਜ਼ਾਮ ਹੈ। ਉਹ ਮੈਂ ਕਿਹਾ ਅੱਛਾ ਜਾ ਕੋਈ ਗੱਲ ਨਹੀਂ, ਚੱਲ ਤੂੰ ਪੜ੍ਹਾਈ ਕਰ ਲੈ। ਔਰ ਸਵੇਰੇ 7 ਵਜੇ ਜਦੋਂ ਸੁਖਮਨੀ ਕੌਰ ਜਾ ਰਹੀ ਸੀਗੀ ਆਪਣੇ ਸਕੂਲ, ਛੋਟੀ ਸੀਗੀ ਜੇ ਸਾਰੀ ਉਦੋਂ 10 11 12 ਸਾਲਾਂ ਦੀ। ਤੇ ਮੈਂ ਕਿਹਾ ਬੇਟੇ, ਮੈਨੂੰ ਪਤਾ ਸੀ ਡਰਦੀ ਜਾਂਦੀ ਪਈ ਹੈ। ਮੈਂ ਕਿਹਾ ਪੁੱਤਰ ਫਿਕਰ ਨਾ ਕਰ, ਸਵੇਰੇ 7 ਵਜੇ ਉਹਨੂੰ ਮੈਂ ਇੱਕ ਮੈਸੇਜ ਭੇਜਿਆ, ਜਿਹੜਾ ਕਿ ਮੋਬਾਈਲ ਉਹ ਸਕੂਲ ਲੈ ਕੇ ਨਹੀਂ ਜਾਂਦੀ ਸੀ। ਇਹ ਜ਼ਿਆਦਾ 20 ਸਾਲ ਪੁਰਾਣੀ ਗੱਲ ਹੋਣੀ, 15 ਸਾਲ ਪੁਰਾਣੀ, 20 ਸਾਲ ਨਹੀਂ, ਕਿਉਂਕਿ ਹੁਣ ਉਹ 25 ਸਾਲ ਦੀ ਹੋਈ ਹੈ। ਸੋ ਇਹ ਉਦੋਂ 12 ਸਾਲ ਦੀ ਸੀ, 13 ਸਾਲ ਪੁਰਾਣੀ ਗੱਲ ਹੈ। ਮੈਂ ਕਿਹਾ ਪੁੱਤਰ ਫਿਕਰ ਨਾ ਕਰ, ਤੂੰ ਸੁਖਮਨੀ ਸਾਹਿਬ ਪਾਠ ਕਰ ਕੱਲ ਗਈ ਹੈ ਨਾ, ਤੇ ਘਰ ਜਾ ਕੇ ਤੂੰ ਰਹਿਰਾਸ ਵੀ ਕੀਤੀ, ਮੈਨੂੰ ਪਤਾ ਲੱਗ ਗਿਆ। ਤੇ ਬੇਟੇ ਫਿਰ ਤੇਰੇ ਪੈਨ ਤੇ ਬਾਬਾ ਜੀ ਆ ਕੇ ਬਹਿ ਜਾਣਗੇ ਤੇ ਤੇਰਾ ਪੇਪਰ ਕਰ ਜਾਣਗੇ। ਇਹ ਮੈਂ ਮੈਸੇਜ ਭੇਜਿਆ ਉਹਨੂੰ। ਹੁਣ ਬੱਚਾ ਤੇ ਹੈਰਾਨ ਹੋ ਜਾਂਦਾ, ਪਰ ਉਹ 3 ਵਜੇ ਵਾਪਸ ਆਈ ਨਾ, ਤੇ ਆਂਦੇ ਸਰ ਪਹਿਲਾ ਮੈਸੇਜ ਮੈਨੂੰ ਕੀਤਾ, ਨਾਨੂ ਪਾਪਾ ਇਟ ਵਾਸ ਅ ਮਿਰੇਕਲ। ਮੈਨੂੰ ਕੁਝ ਵੀ ਨਹੀਂ ਆਉਂਦਾ ਸੀਗਾ ਤੇ ਮੇਰਾ 100% ਪੇਪਰ ਸਹੀ ਹੋ ਗਿਆ। ਸੋ ਬੱਚਿਓ, ਇਹ ਵਿਸ਼ਵਾਸ ਕਰਨਾ ਹੈ, ਜੇ ਮੇਰੇ ਬੱਚਿਆਂ ਨਾਲ ਵੀ ਏਦਾਂ ਹੋ ਰਿਹਾ, ਗੁਰੂ ਸਾਹਿਬ ਦੀ ਕਿਰਪਾ ਹੈ। ਤੇ ਤੁਹਾਨੂੰ ਸਾਰਿਆਂ ਨੂੰ ਮੈਂ ਆਪਣੇ ਬੱਚੇ ਕਹਿਣਾ ਹੁੰਦਾ ਵਾਂ, ਕਿਉਂਕਿ ਮੈਨੂੰ ਲੋਕੀ ਪੁੱਛਦੇ ਤੇਰੇ ਪਰਿਵਾਰ ਦਾ ਕੀ ਹਾਲ ਹੈ। ਮੈਂ ਕਿਹਾ ਜੀ ਮੇਰਾ ਪਰਿਵਾਰ 1,70,000 ਬੱਚਾ ਪੰਜਾਬ ਵਿੱਚ ਬੈਠਾ ਹੈ, ਬੜੀ ਮਹਾਰਾਜ ਦੀ ਕਿਰਪਾ ਹੈ, ਬੱਚੇ ਸਾਰੇ ਜੁੜੀ ਜਾ ਰਹੇ ਆ। ਸੋ ਬੱਚਿਓ, ਵੱਧ ਤੋਂ ਵੱਧ ਆਪਾਂ ਜੁੜੀਏ। ਇਹ ਤੁਸੀਂ ਹੋਰਾਂ ਨੂੰ ਵੀ ਜੋੜੋ ਬੇਟੇ, ਇਹਦੀ ਵੀ ਬੜੀ ਬਖਸ਼ਿਸ਼ ਜੇ। ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾ ਜਪਾਵੈ। ਆਓ ਹੋਰਾਂ ਨੂੰ ਦਸੀਏ, ਤੁਹਾਡੇ ਤੇ ਬਖਸ਼ਾਂ ਹੋਣਗੀਆਂ ਮੈਨੂੰ ਪਤਾ ਹੁਣ, ਕਿਉਂਕਿ ਮੇਰੇ ਕੋਲ ਇੱਥੇ ਬੱਚੇ ਹੈਗੇ ਆ। ਹੁਣ ਮੈਂ ਨਾਂ ਨਹੀਂ ਲੈਣਾ ਤੇ ਅਸਲ ਚੱਲਦੇ ਆ। ਮੇਰੀ ਨਿੱਕੀ ਜੀ ਬੱਚੀ ਜਿਹੜੀ ਕਿ ਘਬਰਾ ਗਈ ਸੀ, ਹਾਏ ਇੰਨਾ ਪਾਠ ਕਰਨਾ ਪਏਗਾ, ਉਹ ਬੱਚੀ ਹੁਣ ਬਲਕਿ ਮੈਨੂੰ ਰੋਜ਼ ਕੰਪਲੇਂਟ ਕਰਦੀ ਹੈ, ਨਾਨੂ ਪਾਪਾ ਤੁਸੀਂ ਮੈਨੂੰ ਭੇਜਿਆ ਨਹੀਂ, ਸ਼ਬਦ ਨਹੀਂ ਭੇਜਿਆ, ਤੁਸੀਂ ਮੈਨੂੰ ਅੱਜ 2 ਸ਼ਬਦ ਭੇਜਦੇ, ਬੜੀ ਖੁਸ਼ ਹੋ ਜਾਂਦੀ ਹੈ। ਸੋ ਬੇਟੇ, ਇਦਾਂ ਦੇ ਬੜੀਆਂ ਬਖਸ਼ਾਂ ਹੋਣਗੀਆਂ ਤੁਹਾਡੇ ਤੇ, ਜੁੜ ਜਾਓ ਬੇਟੇ, ਜੁੜ ਜਾਓ। ਸੋ ਮੈਂ ਇਹਨਾਂ ਹੀ ਕਹਿੰਦਾ ਹੋਇਆ, ਮੈਂ ਕੁਝ ਵੀਰ ਕਹਿਣਾ ਚਾਹੁੰਦੇ ਆ, ਦੱਸੋ ਵੀਰ ਜੀ। ਆਵਾਜ਼ ਨਹੀਂ ਆ ਰਹੀ? ਹਾਂਜੀ, ਆਵਾਜ਼ ਨਹੀਂ ਆ ਰਹੀ? ਵਾਹਿਗੁਰੂ, ਆਵਾਜ਼ ਨਹੀਂ ਆ ਰਹੀ ਮੈਨੂੰ, ਆਵਾਜ਼ ਥੋੜੀ ਆ ਰਹੀ ਸੀ ਉੱਪਰ ਸ਼ਾਇਦ, ਨਹੀਂ। ਵਾਹਿਗੁਰੂ, ਆਵਾਜ਼ ਆ ਰਹੀ ਤੁਹਾਨੂੰ ਸਾਰਿਆਂ ਨੂੰ? ਹਾਂਜੀ ਵੀਰ ਜੀ, ਆ ਰਹੀ ਹੈ। ਪਰ ਮੈਨੂੰ ਨਹੀਂ ਸੁਣ ਰਹੀ। ਚਲੋ ਬੇਨਤੀ ਏਦਾਂ ਕਿ ਆਹ ਤਾਂ ਬੜੇ ਪਿਆਰ ਵਾਲੇ ਨੇ ਭਾਈ ਸਾਹਿਬ ਜੀ, ਇਹਨਾਂ ਦੀਆਂ ਮੈਂ ਛੋਟਿਆਂ ਦੇ ਸਾਰੇ ਛੋਟੇ ਬੱਚਿਆਂ ਦੀ ਵੀਡੀਓ ਇਹਨਾਂ ਕੋਲੋਂ ਮੈਂ ਸੁਣਦਾ ਰਿਹਾ। ਇਹ ਤੇ ਬੜੀ ਪਿਆਰੀ ਰੂਹ ਹੈ। ਤੋ ਇਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬੜੀਆਂ ਗੱਲਾਂ ਯਾਦ ਆ ਗਈਆਂ। ਪਹਿਲਾਂ ਤਾਂ ਗੱਲ ਕਰ ਰਹੇ ਸੀ ਅਯੂਬ ਖਾਨ ਦੀ, ਜਿਹੜਾ ਪਾਕਿਸਤਾਨ ਦਾ ਰਾਸ਼ਟਰਪਤੀ ਬਣੇ ਜਿਹੜੇ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਛੋਟੇ ਜਿਹੇ ਹੁੰਦੇ ਸੀ ਜਦੋਂ, ਤੇ ਸਕੂਲ ਨਹੀਂ ਸੀ ਜਾਂਦੇ, ਕਿੰਨੀ ਮਾਰ ਪੈਂਦੀ ਸੀ। ਤੇ ਜਿਹੜਾ ਬੱਚਾ ਜਿਹਦਾ ਪੜ੍ਹਾਈ 'ਚ ਮਨ ਨਹੀਂ ਸੀ ਲੱਗਦਾ, ਸਕੂਲ ਨਹੀਂ ਸੀ ਜਾਂਦਾ, ਉਹ ਕਿੱਦਾਂ ਭੋਲਾ ਜਿਹਾ ਹੋਊਗਾ ਤੇ ਕਿੱਦਾਂ ਗੁਰੂ ਸਾਹਿਬ ਨੇ ਉੱਤੇ ਤਰਸ ਕਰ ਦਿੱਤਾ ਤੇ ਭਾਈ ਸਾਹਿਬ ਨੇ ਉਹਨੂੰ ਗੁਰੂ ਘਰੋਂ ਮੂਲ ਮੰਤਰ ਦਾ ਲਿਖ ਕੇ ਦਿੱਤਾ ਜਾਪ, ਹਨਾ, ਵੀ ਇਹਨੂੰ ਪੜ੍ਹਿਆ ਕਰ। ਤੇ ਤੁਸੀਂ ਸਾਰਾ ਸੁਣਿਆ ਹੋਣਾ ਵੀ ਉਹਨੇ ਸਕੂਲ ਨਹੀਂ ਜਾਣਾ ਤੇ ਗੁਰੂ ਘਰ ਦੀ ਕੰਧ ਪਿੱਛੇ ਉਰੇ ਲੁੱਕ ਕੇ ਉਹਨੇ ਟਾਈਮ ਕੱਢ ਕੇ ਚੱਲ ਜਾਇਆ ਕਰਨਾ ਘਰ ਨੂੰ ਵਾਪਸ। ਭਾਈ ਸਾਹਿਬ ਨੇ ਉਹਨੂੰ ਆਵਾਜ਼ ਮਾਰੀ, ਉਹ ਯੂਬਿਆ ਕਿੱਥੇ ਕਿ ਤੂੰ ਖਲੋਤਾ, ਸਕੂਲ ਨਹੀਂ ਗਿਆ? ਕਹਿੰਦਾ ਜੀ ਮਾਰ ਬੜੀ ਪੈਂਦੀ ਹੈ। ਉਹਨੂੰ ਫਿਰ ਮੂਲ ਮੰਤਰ ਦਾ ਜਾਪ ਲਿਖ ਕੇ ਦਿੱਤਾ, ਕਹਿੰਦੇ ਜੀ ਇਹ ਮੰਤਰ ਪੜ੍ਹਿਆ ਕਰ। ਤੇ ਉਹ ਕਰਦੇ ਕਰਦੇ ਪਤਾ ਨਹੀਂ ਲੱਗਿਆ, ਉਹ ਕਹਿੰਦੇ ਕਿ ਮੈਂ ਕਦੋਂ ਪੜ੍ਹਾਈ ਵਿੱਚ ਮਨ ਲੱਗਣ ਲੱਗਾ ਤੇ ਕਿੱਦਾਂ ਖੇਡ ਵਰਤੀ ਕਿ ਮੂਲ ਮੰਤਰ ਦੀ ਰਹਿਮਤ ਇੰਨੀ ਜ਼ਿਆਦੀ ਹੈ। ਤੇ ਜਿਹੜਾ ਇੱਕ ਦੂਸਰੇ ਧਰਮ ਦੇ ਵਿੱਚੋਂ ਬੰਦਾ, ਉਹਦਾ ਇੰਨਾ ਫਲ ਲੈ ਸਕਦਾ ਕਿ ਰਾਸ਼ਟਰਪਤੀ ਬਣ ਜਾਏ। ਬੜੀ ਵੱਡੀ ਗੱਲ ਹੈ ਕਿਸੇ ਕੰਟਰੀ ਦੇ ਵਿੱਚ ਰਾਸ਼ਟਰਪਤੀ ਬਣ ਜਾਣਾ। ਕਰਦਾ ਧਰਦਾ ਹੀ ਅਸਲ ਵਿੱਚ ਉਹ ਹੋ ਜਾਂਦਾ। ਉਹ ਇੱਥੋਂ ਤੱਕ ਚਲੇ ਗਿਆ, ਇੱਕ ਦੂਸਰੇ ਧਰਮ ਦੇ ਵਿੱਚੋਂ ਇੰਨੀਆਂ ਵਡਿਆਈਆਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਲਈਆਂ। ਤੇ ਅਸੀਂ ਤਾਂ ਹੈ ਹੀ ਉਹਦੇ ਬੱਚੇ, ਤੇ ਫਿਰ ਅਸੀਂ ਕਿੰਨੇ ਕੁ ਲਾਡ ਲਿਆਵਾਂਗੇ, ਸਾਡੇ ਤੇ ਕਿੰਨਾ ਕੁ ਤਰਸ ਕਰਦਾ ਹੋਊਗਾ। ਹੁਣ ਮੈਂ ਹੀ ਅੱਖਾਂ ਬੰਦ ਕੀਤੀਆਂ ਤੇ ਮੈਂ ਕਵਾਂ ਬਾਹਰ ਹਨੇਰਾ, ਸੂਰਜ ਤੇ ਸਾਰੇ ਥਾਈਂ ਆ।
ਇਹ ਤਾਂ ਮੇਰੀ ਗਲਤੀ ਆ। ਤੇ ਇਸੇ ਤਰ੍ਹਾਂ ਭਾਈ ਸਾਹਿਬ ਗੱਲਾਂ ਕਰਦੇ ਸੀ। ਪਹਿਲੀ ਵਾਰੀ ਜਦੋਂ ਮੈਂ ਯੂਕੇ ਗਿਆ ਸੀ ਨਾ, ਤੇ 6 ਮਹੀਨੇ ਦਾ ਟੂਰ ਸੀ। ਸਾਥੀ ਬੜੇ ਖੁਸ਼ ਸੀ ਕਿ ਵੀਜ਼ਾ ਲੱਗ ਗਿਆ। ਰਾਗੀ ਸਿੰਘਾਂ ਨੂੰ ਬੜੀ ਖੁਸ਼ੀ ਹੁੰਦੀ ਜਦੋਂ ਅਸੀਂ ਬਾਹਰ ਜਾਂਦੇ ਹਾਂ ਨਾ ਤੇ ਡਾਲਰ ਆਉਂਦੇ ਨੇ, ਤੇ ਬੜੀ ਖੁਸ਼ੀ ਹੁੰਦੀ ਕਿ ਪਹਿਲੀ ਵਾਰੀ ਕਮਾਈ ਕਰਨ ਨਿਕਲੇ ਹਾਂ। ਤੇ ਤੁਸੀਂ ਮੰਨੋਗੇ, ਵੀਜ਼ਾ ਲੱਗਿਆ ਤੇ ਮੈਂ ਜ਼ਿੰਦਗੀ 'ਚ ਸ਼ਾਇਦ ਮੇਰੇ ਅੱਖਾਂ 'ਚ ਇੰਨੇ ਵੱਡੇ ਹੋਣੇ ਨਹੀਂ ਆ ਅਥਰੂ ਜਿੰਨੇ ਉਹ ਸੀ ਵੱਡੇ। ਬਾਹਰ ਆਏ ਤੇ ਕਹਿੰਦੇ ਦੱਸਣਾ ਨਹੀਂ ਘਰੇ ਵੀਜ਼ਾ ਲੱਗ ਗਿਆ। ਮੈਂ ਕਿਹਾ ਨਹੀਂ, ਮਨ ਨੂੰ ਖੁਸ਼ੀ ਨਹੀਂ ਆ। ਕਹਿੰਦੇ ਇੱਥੇ ਵਿਹਲਾ ਸੀਗਾ ਤੇ ਹੁਣ ਵੀਜ਼ਾ ਲੱਗ ਗਿਆ ਤੇ ਖੁਸ਼ੀ ਤਾਂ ਹੋਣੀ ਚਾਹੀਦੀ। ਮੈਂ ਕਿਹਾ ਨਹੀਂ, ਮੇਰੇ ਮਨ 'ਚ ਇਹ ਹੈ ਕਿ ਸੱਚਖੰਡ ਤੋਂ ਪਰੇ ਜਾਣਾ ਹੈ, ਇੰਨੀ ਦੂਰ ਜਾਣਾ, ਤੇ ਇਹ ਤੋਂ ਬਿਨਾਂ ਸਵਾਸ ਔਖੇ ਚੱਲਦੇ। ਤੇ ਫਿਰ ਇੱਥੇ ਸਾਡੇ ਪਰਿਵਾਰ 'ਚੋਂ ਹੀ ਬਾਬਾ ਜੀ ਉਹਨਾਂ ਨੇ ਕਾਫੀ ਕਿਤਾਬਾਂ ਲਿਖੀਆਂ, ਹੁਣ ਚਲੇ ਗਏ ਨੇ। ਉਹਨਾਂ ਨੇ ਮੈਨੂੰ ਗੱਲ ਉਹਨਾਂ ਨਾਲ ਮੈਂ ਕੀਤੀ ਕਿ ਮੇਰੀ ਵੇਦਨਾ ਹੈ। ਕਹਿੰਦੇ ਸਿੰਘ ਸਾਹਿਬ ਵੀ ਜਾਂਦੇ ਨੇ, ਹੋਰ ਵੀ ਰਾਗੀ ਸਿੰਘ ਬਹੁਤ ਜਾਂਦੇ ਨੇ, ਆਪਾਂ ਕੋਈ ਪੱਕੇ ਨਹੀਂ ਚੱਲੇ, ਆਪਾਂ ਆ ਜਾਣਾ ਸੱਚਖੰਡ ਫੇਰ। ਤੇ ਉੱਥੇ ਵੀ ਉਹੀ ਨੇ। ਪਰ ਤੁਸੀਂ ਮੰਨੋਗੇ ਉਹ 6 ਮਹੀਨੇ ਬਹੁਤ ਔਖੇ ਲੰਘੇ ਸੀ। 3 ਪਹਿਰੇ ਦੀ ਸੇਵਾ ਤੇ ਰਾਤ ਜਾਂਦੇ ਸੀ ਨਾ, ਤੇ ਐਸਾ ਇੱਕ ਪਿਆਰ ਸੀਗਾ ਉਸ ਪੁਲ ਦੇ ਉੱਤੇ, ਜਿਹੜਾ ਪੱਥਰ ਵੀ ਲੱਗਾ ਨਾ, ਉਹਨੂੰ ਯਾਦ ਕਰਕੇ ਰੋਇਆ ਕਰਨਾ ਕਿ ਪਾਤਸ਼ਾਹ ਸਾਡੇ ਨਾਲੋਂ ਤੇ ਉਹੜਾ ਉੱਥੇ ਮਾਰਬਲ ਲੱਗਾ ਉਹ ਚੰਗਾ, ਤੇਰੇ ਘਰ ਵਿੱਚ ਤੇ ਲੱਗਾ, ਉਹਨੂੰ ਯਾਦ ਕਰ ਕਰਕੇ ਰੋਇਆ ਕਰਨਾ। ਫਿਰ ਭਾਈ ਸਾਹਿਬ ਜਹਾਜ਼ ਦੇ ਵਿੱਚ ਕਹਿੰਦੇ ਸੀ ਅਸੀਂ ਵਾਪਸ ਆ ਜਾਇਆ ਕਰਨਾ। ਤੇ ਜਦੋਂ ਸਾਡਾ ਇਹ ਜਹਾਜ਼ ਉੱਥੇ ਆਇਆ ਨਾ, ਦਿੱਲੀ ਜਾਣਾ ਸੀ ਅਸੀਂ, ਤੇ ਜਹਾਜ਼ ਅੰਮ੍ਰਿਤਸਰ ਦੇ ਏਰੀਏ 'ਚ ਲੰਘ ਕੇ ਗਿਆ। ਇੱਥੇ ਕਈਆਂ ਨੇ ਉਤਰਨਾ ਸੀ, ਤੇ ਅਸੀਂ ਉਹਨੂੰ ਕਿਹਾ ਵੀ ਭਾਈ ਸਾਨੂੰ ਵੀ ਇੱਥੇ ਤਾਰ ਦੇ, 6 ਮਹੀਨੇ ਬਾਅਦ ਘਰ ਜਾਣਾ ਹੁਣ। ਤੇ ਉਹ ਕਹਿੰਦੇ ਨਹੀਂ, ਤੁਹਾਡਾ ਸਮਾਨ ਤਾਂ ਉੱਥੇ ਹੀ ਜਾਊਗਾ ਦਿੱਲੀ, ਤੁਸੀਂ ਉਤਰਨਾ ਤੇ ਉਤਰ ਸਕਦੇ ਹੋ। ਫਿਰ ਸਾਨੂੰ ਦਿੱਲੀ ਜਾਣਾ ਪਿਆ। ਉੱਥੋਂ ਅਸੀਂ ਜਦੋਂ ਆਏ ਤੇ ਮੈਂ ਆਪਣੀ ਮਦਰ ਨੂੰ ਕਿਹਾ ਵੀ ਮੇਰਾ ਕਸ਼ਹਿਰਾ ਬਣਾਉਣ ਲਿਆਓ, ਮੈਂ ਹੁਣ ਪਹਿਲਾਂ ਸਿੱਧਾ ਸੱਚਖੰਡ ਜਾਣਾ, ਫਿਰ ਇਸ਼ਨਾਨ ਕਰਨਾ, ਫਿਰ ਘਰ ਆਊਂਗਾ। ਤੇ ਮੈਨੂੰ ਪਹਿਲਾਂ ਉਹ ਹੈ। ਤੇ ਉਹ ਵੇਦਨਾ ਸਾਰੀ ਜਦੋਂ ਮੈਂ ਭਾਈ ਸਾਹਿਬ ਦੀਆਂ ਗੱਲਾਂ ਸੁਣੀਆਂ, ਮੈਨੂੰ ਉਹ ਯਾਦ ਹੈ ਕਿ ਉਹ ਵੀ ਅਵਸਥਾ ਸੀ, ਬਚਪਨਾ ਸੀ, ਜਵਾਨੀ ਸੀ, ਉਹ ਅਵਸਥਾ ਸੀ। ਤੇ ਉਸ ਵੇਲੇ ਭਗਤੀ ਕੀਤੀ ਦਾ ਕਿੰਨਾ ਕੁ ਫਲ ਹੈ, ਤੇ ਜਵਾਨੀ ਵੇਲੇ ਭਗਤੀ ਕੀਤੀ ਦਾ ਕਿੰਨਾ ਕੁ ਫਲ ਹੈ। ਉਸ ਤੋਂ ਬਾਅਦ ਉਹ ਖੇਡਾਂ ਨਹੀਂ ਬਣਦੀਆਂ। ਜੇ ਉਦੋਂ ਤੋਂ ਰੂਟੀਨ ਬਣੀ ਰਹੇ ਨਾ, ਤੇ ਖੇਡਾਂ ਬਣਦੀਆਂ ਰਹਿੰਦੀਆਂ। ਉਦੋਂ ਤੋਂ ਅਭਿਆਸ ਬਣਿਆ ਰਹੇ ਤੇ ਰਹਿਮਤਾਂ ਹੁੰਦੀਆਂ ਰਹਿੰਦੀਆਂ। ਸੋ ਜਿਹੜੇ ਵਿੱਚ ਫੋਨ ਆਈ ਜਾਂਦੇ ਸੀ, ਤੇ ਉਹ ਫਿਰ ਨਵੇਂ ਸਿਰੇ ਤੋਂ ਆਈਡੀ ਲਾਉਣੀ ਪੈਂਦੀ ਸੀ। ਤੇ ਉਹ ਵੀਰ ਜੀ ਬੈਠੇ ਸੀ, ਉਹਨਾਂ ਨੇ ਫਿਰ ਉਹਨੇ ਚੰਨ ਮੇਰੇ ਉਹ ਡ੍ਰਿਪ ਵੀ ਲਗਾ ਹੀ ਦਿੱਤੀ। ਤੇ ਮਨ ਨਹੀਂ ਸੀ ਕਰਦਾ, ਕਿਉਂਕਿ ਪਿਛਲੀ ਵਾਰ ਵੀ ਤੁਹਾਡੇ ਤੋਂ ਮਾਫੀ ਮੰਗੀ, ਤੇ ਤੁਸੀਂ ਇੰਨੀ ਭਾਵ ਨਾਲ, ਪਤਾ ਨਹੀਂ ਅਸੀਂ ਕਿੰਨੇ ਵੀ ਥੱਕੇ ਹੋਈਏ ਨਾ, ਤੇ ਮਨ ਵਿੱਚ ਇਹ ਹੁੰਦਾ ਕਿ ਕਿਸੇ ਨੇ ਕਹਿ ਦੇਣਾ ਭਾਈ ਸਾਹਿਬ ਘਰ ਆ ਜਾਓ, ਤੇ ਅਸੀਂ ਕਹਿਣਾ ਨਹੀਂ, ਕੀਰਤਨ ਕੀਤਾ, ਥੱਕੇ ਬਣੇ, ਘਰ ਜਾਣਾ ਵਾਪਸ। ਤੇ ਕਹਿਣਾ ਪਤਾ ਨਹੀਂ ਕਿਹੜੇ ਜੀਵ ਦੇ ਵਿੱਚ ਆ ਕੇ ਤੂੰ ਸਾਨੂੰ ਗਿਆ ਆ, ਤੇ ਐਵੇਂ ਕਿਸੇ ਦਾ ਦਿਲ ਦਿਖਾਤਾ, ਤੇ ਫਿਰ ਔਖਾ ਬੜਾ ਹੋਣਾ ਕੰਮ। ਪਤਾ ਨਹੀਂ ਤੂੰ ਕਿਹੜੇ ਜੀਵ 'ਚ ਆਣ ਕੇ ਸਾਨੂੰ ਇੰਨਾ ਕਰਦਾ, ਤੇ ਕਿਤੇ ਦਾ ਦਿਲ ਨਾ ਦੁਖੇ ਕਿਤੇ। ਨਿੱਕੀਆਂ ਨਿੱਕੀਆਂ ਗੱਲਾਂ, ਇੰਨੀ ਭਾਵਨਾ ਵਿੱਚ ਰਹਿਣਾ, ਭਾਵੇਂ ਤੁਸੀਂ ਕਿੰਨੇ ਵੀ ਤੰਗ ਆ। ਤੇ ਜਦੋਂ ਅਸੀਂ ਕੀਰਤਨ ਕਰਦੇ ਨਾ, ਸਾਨੂੰ ਕੋਈ ਕਹਿੰਦਾ ਕਿ ਭਾਈ ਸਾਹਿਬ ਇੱਕ ਸ਼ਬਦ ਹੋਰ ਕਰਦੇ ਕਰਦੇ 1 ਘੰਟੇ ਦਾ ਤੇ ਹੁੰਦਾ ਹੀ ਆ ਕੀਰਤਨ। ਜਦੋਂ ਐਕਸਟਰਾ ਕੋਈ ਕਹਿੰਦਾ ਨਾ, ਫਿਰ ਮਜ਼ਾ ਆਉਂਦਾ ਵੀ ਨਹੀਂ, ਆਹ ਸਾਡਾ, ਉਹਦੇ ਸਾਨੂੰ ਤੁਸੀਂ ਸੇਵਾ ਦੇ ਦੇਣੀ, ਆਹ ਸਾਡਾ ਲੇਖੇ 'ਚ ਆ। ਫਿਰ 15-20 ਮਿੰਟ, ਅੱਧਾ ਘੰਟਾ, 2 ਘੰਟੇ ਉੱਪਰ ਕੀਰਤਨ ਕਰਨਾ, ਉਹ ਸਾਡਾ ਲੇਖੇ 'ਚ ਆ, ਉਹ ਸਾਡਾ ਆਇਆ ਸਫਲਾ। ਤੇ ਅਸੀਂ ਆਏ ਹੀ ਕੀਰਤਨ ਕਰਨਾ, ਤੇ ਹੋਰ ਕੀ ਚਾਹੀਦਾ। ਜੇ ਕੀਰਤਨ ਇੱਕ ਬੰਦਾ ਦੁਕਾਨਦਾਰੀ ਕਰਦਾ, ਸਾਰਾ ਦਿਨ ਦੁਕਾਨ ਤੇ ਬੈਠਦਾ, ਫਿਰ ਨਿੱਕੀ ਨਿੱਕੀ ਚੀਜ਼ ਘਟ ਜਾਂਦੀ, ਉਹ ਲਿਖਦਾ ਕਿ ਅੱਜ ਆਹ ਮੁੱਕ ਗਿਆ, ਹੁਣ ਮੈਂ ਬਾਜ਼ਾਰੋਂ ਆ ਲਿਆਉਣਾ। ਤੇ ਅਸੀਂ ਤਾਂ ਮੌਜਾਂ ਕਰਦੇ ਹਾਂ, ਅਸੀਂ ਕੀਰਤਨ ਕਰਦੇ, ਹੋਰ ਅਸੀਂ ਕੀ ਕਰਨਾ, ਨਾਲੇ ਉਹ ਵੀ ਆਨੰਦ ਖੇੜਾ। ਫਿਰ ਇੱਕ ਹੋਰ ਗੱਲ ਯਾਦ ਆਈ, ਪੇਰੈਂਟਸ ਕਹਿੰਦੇ ਸੀ ਕਿ ਪਾਇਲਟ ਬਣਾਉਣਾ ਜਹਾਜ਼, ਛੋਟੇ ਜਹਾਜ਼ ਚਲਾਏ ਮੈਂ, ਜਿਹੜਾ ਇੱਥੇ ਪੀਲਾ ਜਿਹਾ ਜਹਾਜ਼ ਸੀ ਨਾ, ਉਹ ਬੜਾ ਫੁਰ ਸੁੱਟਦਾ ਹੁੰਦਾ ਗੁਰਪੁਰਬ ਤੇ, ਨਗਰ ਕੀਰਤਨ ਤੇ, ਉਹ ਚਲਾਇਆ ਮੈਂ। ਤੇ ਪਾਇਲਟ ਦਾ ਕੋਰਸ ਕਰਨ ਗਿਆ ਸੀ ਮੈਂ ਏਅਰਪੋਰਟ ਤੇ। ਉੱਥੇ ਬਾਬਾ ਜਵਾਨ ਸਿੰਘ ਜੀ ਦਾ ਸਥਾਨ ਹੈ ਅੰਦਰ ਅੰਮ੍ਰਿਤਸਰ ਸਾਹਿਬ ਨਾ। ਅਸੀਂ 1 ਘੰਟਾ ਪ੍ਰੈਕਟਿਸ ਕਰਨੀ, ਉਹ ਛੋਟਾ 에ਅਰਕ੍ਰਾਫਟ ਚਲਾਉਣਾ, ਫਿਰ ਉੱਥੇ ਹੀ ਰਹਿਣਾ ਬਾਬਾ ਜਵਾਨ ਸਿੰਘ ਜੀ ਦੇ ਸਥਾਨ ਤੇ। ਬਾਬਾ ਨੰਦ ਸਿੰਘ ਜੀ, ਬਾਬਾ ਜਵਾਨ ਸਿੰਘ ਜੀ, ਇਹ ਦੋਨੇ ਭਗਤ ਪਿਆਰੇ ਇੰਨੇ ਨੇ ਨਾ, ਇਹਨਾਂ ਨੇ ਗੁਰੂ ਸਾਹਿਬ ਨੂੰ ਮਨਾਇਆ, ਇੰਨੀ ਭਗਤੀ ਕੀਤੀ, ਇੰਨਾ ਪਿਆਰ, ਇੰਨੀ ਪ੍ਰੇਮਾ ਭਗਤੀ ਸੀ। ਤੇ ਉੱਥੇ ਅਸੀਂ ਸਾਰਾ ਦਿਨ ਰਹਿਣਾ, ਕਥਾ ਸਾਖੀਆਂ ਚੱਲਣੀਆਂ, ਪਤਾ ਨਹੀਂ ਸੀ ਲਾਈਫ 'ਚ ਕੀ ਕਰਨਾ, ਕੀਰਤਨ ਕਰਨਾ ਜਾਂ ਕੀ ਕਰਨਾ। ਘਰੋਂ ਤੇ ਪਾਇਲਟ ਹੀ ਬਣ ਗਏ ਸੀ, ਪਰ ਸੋਚਿਆ ਨਹੀਂ ਸੀ ਕਿ ਪਾਤਸ਼ਾਹ ਤੁਸੀਂ ਉਹ ਜਹਾਜ਼ ਛਡਾ ਕੇ ਕਿਸੇ ਦੀ ਨੌਕਰੀ ਨਹੀਂ ਸੀ ਕਰਨ ਦੇਣੀ। ਪਾਇਲਟ ਬਣਦੇ ਨਾ, ਕਿਸੇ ਦੀ ਨੌਕਰੀ ਹੋਣੀ ਸੀ, ਕਿਸੇ ਦੀ ਨੌਕਰੀ ਨਹੀਂ ਤੈਨੂੰ ਕਰਨ ਦੇਣੀ। ਕਹਿੰਦੇ
ਗੁਰੂ ਰਾਮਦਾਸ ਜੀ ਕੋਲ ਵੱਡਾ ਜਹਾਜ਼ ਹੈ, ਇੱਥੇ ਬਿਠਾਉਣਾ ਤੈਨੂੰ। ਤੇ ਹੁਣ ਰੋ ਕੇ ਗੱਲ ਕਰੀ ਦੀ ਪਾਤਸ਼ਾਹ, ਜੇ ਮੈਂ ਉਹ ਜਹਾਜ਼ ਚਲਾਉਂਦਾ, ਅੱਖਾਂ ਖੋਲ ਕੇ ਚਲਾਉਣੇ ਪੈਂਦੇ ਨੇ ਉਹ ਜਹਾਜ਼, ਤੇ ਦਿਮਾਗ ਨੂੰ ਚੰਗੀ ਤਰ੍ਹਾਂ ਅਲਰਟ ਰੱਖ ਕੇ, ਇੰਨੇ ਮੀਟਰ ਹੁੰਦੇ ਨੇ ਉਹਦੇ ਵਿੱਚ ਸਿਮੂਲੇਟਰ 'ਚ, ਤੇ ਉਹ ਸਾਰੇ ਮੀਟਰ ਦੇਖਣੇ, ਹੁਣ ਗ੍ਰੈਵਿਟੀ ਕੀ ਹੈ, ਹੁਣ ਹਾਈਟ ਕਿੰਨੀ ਹੈ, ਹੁਣ ਕਿੱਧਰ ਨੂੰ ਮੁੜਨਾ ਹੈ, ਕਿੰਨਾ ਟੈਂਪਰੇਚਰ ਆ, ਕੀ ਗੱਲਬਾਤ ਆ, ਲੈਂਡਿੰਗ ਕਰਨੀ ਹੈ, ਸਾਰਾ ਕੁਝ ਬੜਾ ਦਿਮਾਗ ਤੇ ਕੁਛ ਹੁੰਦਾ ਸੀ। ਤੇ ਇਸ ਜਹਾਜ਼ ਵਿੱਚ ਜਿਹੜਾ ਗੁਰੂ ਸਾਹਿਬ ਨੇ ਬਿਠਾ ਲਿਆ ਨਾ, ਇੱਥੇ ਅੱਖਾਂ ਬੰਦ ਕਰਨੀਆਂ ਪੈਂਦੀਆਂ, ਉੱਥੇ ਖੋਲਣੀਆਂ ਪੈਂਦੀਆਂ, ਇੱਥੇ ਅੱਖਾਂ ਬੰਦ ਕਰਨੀਆਂ ਪੈਂਦੀਆਂ, ਉੱਥੇ ਆਪਣੇ ਆਪ ਨੂੰ ਅਲਰਟ ਰੱਖਣਾ ਪੈਂਦਾ, ਇੱਥੇ ਆਪਣੇ ਆਪ ਨੂੰ ਛੱਡਣਾ ਪੈਂਦਾ ਕਿ ਹੁਣ ਮੈਂ ਬਹਿ ਗਿਆ, ਕੰਮ ਤੇਰਾ ਹੀ, ਕੀਰਤਨ ਤੁਸੀਂ ਕਰਨਾ, ਆਪਾਂ ਤਾਂ ਬੈਠੇ ਆ, ਸਰੀਰ ਸਾਡੇ ਦੀ ਹਾਜ਼ਰੀ ਆ, ਕੀਰਤਨ ਅੱਜ ਵੀ ਪੰਜਵੇਂ ਪਾਤਸ਼ਾਹ ਹੀ ਕਰਦੇ ਆ, ਜੋ ਸੱਚ ਹੈ। ਉਹ ਤਾਂ ਠੀਕ ਹੈ, ਇੱਕ ਭੁਲੇਖਾ ਪਾਇਆ ਦੁਨੀਆ 'ਚ ਕਿ ਹੁਣ ਆਹ ਭਾਈ ਸਾਹਿਬ ਬੈਠੇ ਨੇ ਕੀਰਤਨ ਕਰਦੇ, ਹੁਣ ਆਹ ਭਾਈ ਸਾਹਿਬ ਬੈਠੇ ਨੇ, ਪਰ ਖੇਡ ਪਿਆਰਿਓ ਕਿਹੜੀ ਕਿਹੜੀ ਦੱਸਾਂ ਤੁਹਾਨੂੰ, ਖੇਡਾਂ ਹੀ ਬੜੀਆਂ ਨੇ। ਘਰੋਂ ਕੁਝ ਸੋਚਦੇ ਆ, ਤਿਆਰੀ ਕਿਸੇ ਹੋਰ ਸ਼ਬਦ ਦੀ ਹੁੰਦੀ ਹੈ, ਰਸਤੇ 'ਚ ਜਾਂਦੇ ਆ ਕੁਝ ਹੋਰ ਸ਼ਬਦ ਧਿਆਨ 'ਚ ਆ ਜਾਂਦੇ ਆ, ਮੋਬਾਈਲ ਤੇ ਮੈਸੇਜ ਹੋਰ ਆਏ ਨੇ, ਭਾਈ ਸਾਹਿਬ ਸਾਡੇ ਆਹ ਸ਼ਬਦ ਦੀ ਹਾਜ਼ਰੀ ਲਾ ਦਿਓ, ਪੌੜੀਆਂ ਉਤਰਦਿਆਂ ਧਿਆਨ 'ਚ ਹੋਰ ਸ਼ਬਦ ਆ ਜਾਂਦੇ ਆ, ਪੁਲ ਤੇ ਜਾਂਦੇ ਆ ਸ਼ਬਦ ਧਿਆਨ 'ਚ ਹੋਰ ਆ ਜਾਂਦੇ ਆ, ਤੇ ਜਦੋਂ ਉੱਥੇ ਬੈਠ ਜਾਂਦੇ ਫਿਰ ਪਤਾ ਕੁਛ ਵੀ ਨਹੀਂ ਲੱਗਦਾ ਕਿ ਕੀ ਪੜਿਆ ਗਿਆ, ਫਿਰ ਉਹਦੀ ਮਰਜ਼ੀ ਨਾਲ ਸ਼ਬਦ ਪੜ੍ਹੇ ਜਾਂਦੇ ਨੇ, ਨਾ ਕਿ ਕਿਸੇ ਬੰਦੇ ਦੀ ਮਰਜ਼ੀ ਨਾਲ। ਤੇ ਉੱਥੇ ਆਪਾਂ ਛੱਡਣਾ ਕਿ ਇਹ ਪਾਤਸ਼ਾਹ ਆਪ ਹੀ ਛਡਾ ਲੈਣ, ਤੇ ਬਿਰਤੀ ਟੇਕ ਜਾਏ, ਸਾਡੀ ਝੋਲੀ ਵਿੱਚ ਖੈਰ ਪੈ ਜੇ, ਤੇ ਉਹਦੇ ਚਰਨਾਂ ਨਾਲ ਸਾਡੀ ਨਿਭ ਜਾਏ। ਤੇ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ ਜੀ ਯੂਕੇ ਤੋਂ, ਐਜੂਕੇਟ ਪੰਜਾਬ ਪ੍ਰੋਜੈਕਟ, ਉਹਨਾਂ ਦਾ ਧੰਨਵਾਦ। ਤੇ ਮੇਰੇ ਬੜੀ ਪਿਆਰ ਵਾਲੀ ਭੈਣ, ਇਹਨਾਂ ਨੇ ਬਹੁਤ ਉਦਮ ਕੀਤਾ, ਇਹਨਾਂ ਨੇ ਮੈਨੂੰ ਕਾਫੀ ਵਾਰ ਕਿਹਾ, ਪਿਛਲੀ ਦਫਾ ਵੀ ਮਾਫੀ ਚਾਹੁੰਦਾ, ਮੈਂ ਫੇਰ ਮਾਫੀ ਮੰਗਦਾ, ਇੰਨੀਆਂ ਪਤਾ ਨਹੀਂ ਕਿਹੜੀਆਂ ਪਿਆਰ ਵਾਲੀਆਂ ਰੂਹਾਂ ਨੂੰ ਮੈਂ ਮਾਫੀ ਮੰਗਦਾ, ਜਿਨ੍ਹਾਂ ਤੋਂ ਮੇਰੀ ਗਲਤੀ, ਜਿੱਦਾਂ ਵੀ ਸਿਹਤ ਢਿੱਲੀ ਸੀ ਤੇ ਹਾਜ਼ਰੀ ਨਹੀਂ ਲੱਗੀ। ਐਤਕੀ ਵੀ ਪਾਤਸ਼ਾਹ ਪਤਾ ਨਹੀਂ ਕੀ ਖੇਡ ਖੇਡਦੇ ਨੇ, ਹੁਣ ਐਤਕੀ ਵੀ ਔਖਾ ਸੀ, ਪਾਤਸ਼ਾਹ ਨੇ ਸੇਵਾ ਲੈ ਲਈ। ਤੁਸੀਂ ਕਿੰਨੇ ਪਿਆਰ ਵਾਲੇ ਵੀਰ, ਮੈਨੂੰ ਹੁਣ ਬਾਰ-ਬਾਰ ਫੋਨ ਆ ਰਹੇ ਸੀ ਤੇ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ, ਉਹ ਬੜੇ ਪਿਆਰ ਵਾਲੇ ਵੀਰ ਨੇ, ਉਹਨਾਂ ਦੀ ਫਿਰ ਮੈਂ ਸਾਰੀ ਵੀਡੀਓ ਸੁਣੂਗਾ, ਬੜੀਆਂ ਪਿਆਰੀਆਂ ਗੱਲਾਂ ਕਰਦੇ ਨੇ, ਹੈ ਹੀ ਬੜੇ ਪਿਆਰ ਵਾਲੇ ਨੇ। ਤੇ ਤੁਹਾਨੂੰ ਸਾਰਿਆਂ ਨੂੰ ਗੁਰਸਿੱਖੀ ਨਾਲ ਜੋੜੀ ਰੱਖਣ, ਇਸੇ ਤਰ੍ਹਾਂ ਪਿਆਰ ਕਰਦੇ ਰਹਿਣ। ਤੇ ਆ ਜਿਹੜੀਆਂ ਦੁਨਿਆਵੀ ਪੜ੍ਹਾਈਆਂ ਨਾ, ਤੁਹਾਨੂੰ ਸਕੂਲ ਕਿਸੇ ਤੋਂ ਡਰ ਲੱਗਦਾ ਹੋਣਾ, ਸਕੂਲ ਨਹੀਂ ਜਾਣਾ, ਆਹ ਕੰਮ ਹੈ, ਤੇ ਉਹ ਮੈਡਮ ਤੇ ਆਹ ਟੀਚਰ ਮਾਰਦੇ, ਆਹ ਪੜ੍ਹਾਈ ਔਖੀ ਆ, ਇਹ ਐਂ ਹੀ ਨਿਕਲ ਜਾਣੀਆਂ ਭਗਤੀ ਕਰਦਿਆਂ। ਦੱਸਿਆ ਸੀ ਨਾ ਮੈਂ, ਕੈਨੇਡਾ ਮੇਰੀ ਭੈਣ ਚਲੇ ਗਈ ਆ, ਤੇ ਉਹ ਚੰਡੀਗੜ੍ਹ ਆ, ਉਹ ਕੱਲੀ ਸੀ, ਉਹਦੇ ਮੰਮੀ ਡੈਡੀ ਵੈਲ ਐਜੂਕੇਟਡ ਕਲਾਸ 1 ਅਫਸਰ, ਹੁਣ ਦੋਨੇ ਰਿਟਾਇਰ ਹੋ ਗਏ, ਉਹਨੇ ਬੜਾ ਪਿਆਰ ਕਰਨਾ, ਤੇ ਉਹ ਹੈ ਹੀ ਬੜੀ ਭੋਲੀ ਸੀ। ਤੇ ਮਨ ਹੀ ਮਨ ਨਾ, ਅਸੀਂ 3 ਭਾਈ ਆ, ਤੇ ਮਨ 'ਚ ਮੇਰੇ ਖਿਆਲ ਆਇਆ ਕਿ ਮੇਰੀ ਜੇ ਭੈਣ ਹੁੰਦੀ ਨਾ ਘਰੇ, ਤੇ ਉਹ ਏਦਾਂ ਦੀ ਹੁੰਦੀ। ਭੈਣਾਂ ਤੇ ਚਲੋ ਹੁਣ ਸਾਰੀਆਂ ਹੀ ਨੇ ਜਿਹੜੀਆਂ ਕੀਰਤਨ ਸੁਣਦੇ ਆ, ਜਿਹੜੇ ਸੰਸਾਰ ਵਿੱਚ ਸਾਰੀਆਂ ਭੈਣਾਂ, ਪਰ ਉਹ ਮਨ 'ਚ ਇਹ ਸੀ ਕਿ ਇਹ ਮੇਰੇ ਘਰ 'ਚ ਆਉਂਦੀ। ਸਾਡੀ ਅਟੈਚਮੈਂਟ ਇੰਨੀ ਸੀ, ਫਿਰ ਉਹਨੇ ਮੇਰਾ ਬਚਨ ਮੰਨਿਆ, ਉਹ ਕਮਾਈ ਕੀਤੀ, ਤੇ ਇੰਨੀਆਂ ਰਹਿਮਤਾਂ, ਭੋਲੇ ਭਾਏ ਮਿਲੇ ਰਗਲਾਇਆ, ਭੋਲਿਆਂ ਨੂੰ ਮਿਲਦਾ ਜੀ, ਚਲਾਕੀਆਂ ਨਾਲ ਕੱਖ ਵੀ ਨਹੀਂ ਮਿਲਦਾ, ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਹੈ, ਤੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈ ਹੈ, ਦੇਈ ਮਿਲੀ ਹੈ, ਇਹ ਸੁੱਖ ਵੀ ਉਹਨੇ ਦਿੱਤੇ, ਤੇ ਉਹਦਾ ਸ਼ੁਕਰਾਨਾ ਜਿੰਨਾ ਕਰੀਏ ਓਨਾ ਹੀ ਥੋੜਾ। ਪਾਤਸ਼ਾਹ ਰਹਿਮਤ ਕਰਨ, ਇੰਨੀ ਹਾਜ਼ਰੀ ਪ੍ਰਵਾਨ ਕਰਿਓ, ਸਮਾਂ ਬਣਿਆ ਜਲਦੀ ਆਊਂਗਾ, ਤੇ ਭਾਵੇਂ 10 ਮਿੰਟ ਹੀ ਵਿੱਚ ਸਮਾਂ ਲਾਵਾਂ, ਸਾਰਿਆਂ ਦੇ ਵਿੱਚ ਆਉਂਦਾ ਰਹੂੰਗਾ ਜਲਦੀ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਆਵਾਜ਼ ਨਹੀਂ ਆ ਰਹੀ ਕਿਸੇ ਦੀ ਵੀ, ਭਾਈ ਸਾਹਿਬ ਦੀ ਆਵਾਜ਼ ਨਹੀਂ ਆ ਰਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ ਭਾਈ ਜ਼ਬਰਦੌਲ ਸਿੰਘ ਜੀ, ਜਿਨ੍ਹਾਂ ਨੇ, ਚਾਹੇ ਅੱਜ ਸਿਹਤ ਠੀਕ ਨਹੀਂ ਹੈ, ਡ੍ਰਿਪ ਵੀ ਲੱਗੀ ਹੋਈ ਹੈ, ਤੇ ਪਹਿਲਾਂ ਮੈਸੇਜ ਆਇਆ ਬੰਦ ਸੀ ਕਿ ਕਰਕੇ ਭਾਈ ਫਿਰ ਸਾਹਿਬ ਕਰਾਂ, ਫਿਰ ਆਵਾਜ਼ ਆਏਗੀ। 10-15 ਮਿੰਟ ਲੈਣਗੇ, ਤੇ ਅੱਜ ਬੜੀ ਗੁਰੂ ਪਾਤਸ਼ਾਹ ਜੀਆਂ ਦੀ ਕਿਰਪਾ ਹੈ, ਬੜੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਅੱਜ ਦਾ ਇਹ ਸੈਸ਼ਨ ਲਿਆ ਹੈ, ਦੁਬਾਰਾ ਫਿਰ ਤੋਂ ਵੀ ਉਹਨਾਂ ਨੇ ਜੁਆਇਨ ਕੀਤਾ ਸੀ, ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਭਾਈ ਸਾਹਿਬ ਜੀ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਨਾ, ਸਾਡੇ, ਆਪਾਂ ਦੂਸਰਿਆਂ ਵੱਲ ਸੁਧਾਰ ਕਰਦੇ ਰਹਿੰਦੇ ਹਾਂ ਨਾ, ਤੇ ਭਾਈ ਸਾਹਿਬ ਜੀ ਨੇ ਸਾਡੇ ਨਾਲ ਜਿੰਨੀਆਂ ਵੀ ਅੱਜ ਵਿਚਾਰਾਂ ਕੀਤੀਆਂ ਨੇ, ਉਹ ਆਪਣੇ ਆਪ ਦੇ ਲਈ ਕੀਤੀਆਂ ਨੇ। ਤੇ ਜਦੋਂ ਵੀ ਕਦੇ ਫ੍ਰੀ ਹੋਈਏ, ਭਾਈ ਸਾਹਿਬ ਜੀ ਨੇ ਗੁਰਬਾਣੀ ਦਾ ਇੱਕ ਸ਼ਬਦ ਗਾਇਆ ਹੋਇਆ, ਮਿੱਤਰ ਪਿਆਰਾ ਨਾਨਕ ਜੀ, ਮੈਂ ਛੱਡ ਗਵਾਇਆ ਰੰਗ ਕੁਸੰਭੈ ਭੁੱਲੀ। ਬਹੁਤ ਪਿਆਰਾ ਸ਼ਬਦ ਕੀਰਤਨ ਕਰਦੇ ਆ ਭਾਈ ਸਾਹਿਬ ਜੀ, ਗੁਰੂ ਪਾਤਸ਼ਾਹ ਜੀਆਂ ਦੇ ਦਰ ਘਰ ਦੇ ਨਾਲ ਜੁੜੇ ਹੋਏ ਹੈ। ਸੋ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਭਾਈ ਜ਼ਬਰਦੌਲ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ। ਤੇ ਭਾਈ ਸਾਹਿਬ ਜੀ ਆਪ ਹੀ ਵਿਸ਼ਵਾਸ ਦਵਾ ਕੇ ਗਏ ਹੈ ਕਿ ਸਮਾਂ ਬਣਿਆ ਮੈਂ ਫਿਰ ਆਵਾਂਗਾ,
ਤੇ ਸਾਰੇ ਬੱਚਿਆਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗਾ। ਸੋ ਅਸੀਂ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਆ ਜੀ, ਸਾਨੂੰ ਰੋਜ਼ਾਨਾ ਇਸ ਤਰ੍ਹਾਂ ਦੇ ਨਾਲ ਬੜੇ ਵਧੀਆ ਬੁਲਾਰੇ, ਬੜੇ ਵਧੀਆ ਵੀਰ ਭੈਣ ਮਿਲ ਰਹੇ ਹੈ ਜਿਹੜੇ ਸਾਡੀ ਅਗਵਾਈ ਕਰ ਰਹੇ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਫਿਰ ਤੋਂ ਭਾਈ ਜ਼ਬਰਤੋੜ ਸਿੰਘ ਜੀ ਦਾ। ਤੇ ਹੁਣ ਜੀ ਜਿਨ੍ਹਾਂ ਬੱਚਿਆਂ ਦੇ ਕੋਈ ਸਵਾਲ ਹੈ ਉਹ ਬੱਚੇ ਆਪਣੇ ਸਵਾਲ ਕਰ ਸਕਦੇ ਆ ਜੀ। ਅੰਕਲ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਉਹਨਾਂ ਨੇ ਵੀ ਜੀ ਵਿੱਚ ਦੀ ਸਮਾਂ ਲਿਆ ਹੈ ਵਾਹਿਗੁਰੂ ਅੱਜ ਜੀ ਦੇ ਦਾ ਇਹ ਲਿਆ ਜੀ। ਹਾਂਜੀ ਪੁੱਤਰ ਜੀ 16117 ਜਸਮੀਤ ਕੌਰ ਸ਼ੇਰਪੁਰ। ਵਾਹਿਗੁਰੂ ਜੀ ਜੀ ਮੇਰੇ ਇਸ ਵਿਸ਼ੇ ਦੇ ਰਿਲੇਟਡ ਕੁਐਸਚਨ ਨਹੀਂ ਹੈ। ਮੇਰਾ ਕੁਐਸਚਨ ਹੈ ਕਿ ਜਦੋਂ ਆਪਾਂ ਗੁਰਦੁਆਰੇ ਹਨਾ ਲੰਗਰ ਨੂੰ ਪੈਸੇ ਦੇ ਦਿੰਦੇ ਉਹ ਇੱਕ ਤਰ੍ਹਾਂ ਦੀ ਤੁਹਾਡੀ ਸੇਵਾ ਸਾਨੂੰ ਆਵਾਜ਼ ਕੱਟ ਰਹੀ ਦੇਣੇ ਹੈ, ਚਾਹੀਦੇ ਨੇ। ਰਿਪੀਟ ਕਰਨਾ ਗੁਰੂ ਤੁਹਾਡੀ ਆਵਾਜ਼ ਕੱਟ ਰਹੀ ਹੈ ਜੀ। ਹਾਂਜੀ ਖਾਲਸਾ ਵਾਹਿਗੁਰੂ ਜੀ। ਪਰ ਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ परमात्मा ਦਾ ਨਾਮ ਲੈਣ ਸੱਚੀ ਬੜਾ ਆਨੰਦ ਆਉਂਦਾ। ਮੇਰੇ ਲਾਈਫ 'ਚ ਵੀ ਬੜਾ ਵਧੀਆ ਇੰਸੀਡੈਂਟ ਹੋਇਆ ਕਿ ਪਹਿਲਾਂ ਮੈਂ ਘਰੇ ਰਹਿੰਦੀ ਸੀ, ਮਤਲਬ ਕਿ ਮੈਨੂੰ ਬਾਹਰ ਜਾਣਾ ਬਿਲਕੁਲ ਪਸੰਦ ਨਹੀਂ ਸੀ ਇਕੱਲੀ, ਪਰ परमात्मा ਦੀ ਇੰਨੀ ਮਿਹਰ ਹੋਈ ਕਿ ਮੈਂ ਇਕੱਲੀ ਹਰ ਥਾਂ ਤੇ ਇਕੱਲੀ ਚਲੀ ਜਾਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਾਰੇ ਦੱਸਿਆ। ਉਹਨਾਂ ਨੇ ਸਾਨੂੰ ਜੋ ਕੌਤਕ ਵਰਤਦੇ ਨੇ ਉਹਨਾਂ ਦੇ ਬਾਰੇ ਦੱਸਿਆ ਤੇ ਮੇਰਾ ਉਹਨਾਂ ਤੋਂ ਇਹ ਕੁਐਸਚਨ ਸੀਗਾ ਕਿ ਜੋ ਨਾਮ ਬਾਣੀ ਦਾ ਅਭਿਆਸ ਕਰਦੇ ਨੇ ਉਹਨਾਂ ਸਿੰਘਾਂ ਦਾ ਕਿਸ ਤਰ੍ਹਾਂ ਪਤਾ ਲੱਗਦਾ ਵਾ ਕਿ ਇਹ ਸੱਚੀ ਪ੍ਰਮਾਤਮਾ ਦੇ ਰੰਗ ਵਿੱਚ ਰਚੇ ਹੋਏ ਨੇ। ਵਾਹਿਗੁਰੂ ਜੀ। ਫਿਰ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਪਤਾ ਲੱਗਦਾ? ਇੱਕ ਬੇਨਤੀ ਹੈ, ਪੰਕਤੀ ਹੈ ਬਾਣੀ 'ਚ, ਤੁਰਦੇ ਕੋ ਤੁਰਦਾ ਮਿਲੇ, ਉੱਤੇ ਕੋ ਉੱਡਦਾ। ਤੁਸੀਂ ਆਪਣਾ ਅਭਿਆਸ ਇੰਨਾ ਕਰ ਲਓ, ਤੁਹਾਨੂੰ ਮਾੜੇ ਚੰਗੇ ਦੀ ਪਛਾਣ ਆ ਜਾਂਦੀ ਹੈ। ਦੁਨੀਆ ਵਿੱਚ ਚਿਹਰੇ ਉੱਪਰੋਂ ਕੁਛ ਹੋਰ ਹੁੰਦੇ ਆ, ਅੰਦਰੋਂ ਕੁਛ ਹੋਰ ਹੁੰਦੇ ਆ। ਕਲਯੁੱਗ ਦੇ ਵਿੱਚ ਆਪਾਂ ਜਨਮ ਲਿਆ ਹੈ। ਇਹ ਕਲਯੁੱਗ ਦਾ ਪਹਿਰਾ ਇੱਥੇ ਦਿਨੋਂ ਦਿਨ, ਜਿਵੇਂ ਇੱਕ ਬੱਚਾ ਜਨਮ ਲੈਂਦਾ ਤੇ ਵੱਡਾ ਹੁੰਦਾ ਨਾ, ਇਸੇ ਤਰ੍ਹਾਂ ਕਲਯੁੱਗ ਦਾ ਜਿਹੜਾ ਯੁੱਗ ਹੈ ਨਾ, ਇਹ ਦਿਨੋਂ ਦਿਨ ਫਿਰ ਕਲਯੁੱਗ ਦਾ ਪਹਿਰਾ ਤੇਜ਼ ਹੁੰਦਾ। ਤੁਸੀਂ ਆਪ ਹੀ ਇੰਨੇ ਅਭਿਆਸੀ ਹੋ ਜਾਓ, ਤੁਹਾਨੂੰ ਪਤਾ ਲੱਗ ਜੀ ਵੀ ਕਿਹੜਾ ਬੰਦਾ ਸੇਵਾ ਸਿਮਰਨ ਨਾਲ ਅੱਖਾਂ ਤੋਂ ਪਤਾ ਚੱਲਦਾ, ਉਹਦੇ ਚਿਹਰੇ ਤੋਂ ਪਤਾ ਚੱਲਦਾ। ਕਰੀਮਾਂ ਲਾ ਕੇ ਤੇ ਹਰ ਬੰਦਾ ਆਪਣੇ ਸ਼ਿੰਗਾਰ ਕਰ ਲੈਂਦਾ ਹੈ, ਕਰੀਮਾਂ ਲਾ ਕੇ ਆਪਣੇ ਚਿਹਰੇ ਨੂੰ ਸੋਹਣਾ ਬਣਾ ਲੈਂਦੇ ਲੋਕ। ਪਰ ਜਿਹੜਾ ਅੰਤਰੀਵ ਤੌਰ ਤੇ ਇੰਨਾ ਕੁ ਸੋਹਣਾ ਜਿਹਨੂੰ ਦੇਖਦੇ ਆ, ਤੁਸੀਂ ਦੇਖਦੇ ਹੋ ਕਈ ਮਹਾਂਪੁਰਖ ਏਦਾਂ ਦੇ ਮੈਨੂੰ ਮਿਲਦੇ ਆ, ਉਹ ਕਹਿੰਦੇ, ਲੋਕੀ ਕਹਿੰਦੇ ਤੁਸੀਂ ਪਛਾਣ ਨਹੀਂ ਸਕਦੇ ਉਹਨਾਂ ਨੂੰ, ਤੇ ਉਹ ਏਦਾਂ ਦੇ ਨੇ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਦੱਸ ਦਾਂਗੇ ਤੁਹਾਨੂੰ ਕਿਹੜੇ ਨੇ। ਤੇ ਉਹ ਆਪੇ ਹੀ ਤੱਪੜ ਚੁੱਕ ਕੇ ਆਪੇ ਹੀ ਸੰਗ ਨੂੰ ਥੱਲੇ ਵਿਛਾਉਣ ਦੇ ਹੁੰਦੇ, ਭਾਈ ਸਾਹਿਬ ਇੱਥੇ ਬਹਿ ਜਾਓ। ਚਿੱਟੇ ਚੋਲੇ ਪਾ ਕੇ, ਵੱਡੇ ਵੱਡੇ ਨਹੀਂ। ਜਿਹੜੇ ਅਸਲੀ ਮਹਾਂਪੁਰਖ ਨੇ ਨਾ, ਉਹ ਜਾਂ ਤਾਂ ਭੋਰਿਆਂ 'ਚ ਬੈਠੇ ਬੰਦਗੀਆਂ ਕਰਦੇ ਨੇ, ਕਿਸੇ ਨਾਲ ਗੱਲ ਹੀ ਨਹੀਂ ਕਰਦੇ, ਕਹਿੰਦੇ ਨਹੀਂ। ਤੇ ਜਿਹੜੇ ਤੱਪੜ ਚੁੱਕ ਕੇ ਆਪੇ ਵਿਛਾ ਰਹੇ ਨੇ, ਉਹ ਮੈਂ ਕਿਹਾ ਵੀ ਆ ਬਾਬਾ ਜੀ ਨੇ। ਹੁਣ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ, ਬਾਬਾ ਬਲਵਿੰਦਰ ਸਿੰਘ ਜੀ ਨੇ ਬਾਬਾ ਨਿਧਾਨ ਸਿੰਘ ਜੀ ਦੇ ਸਥਾਨ ਤੇ ਉਹਨਾਂ ਨੂੰ ਤੁਸੀਂ ਕਦੇ ਨਾ ਰਾਤ ਨਾ ਦਿਨੇ ਸੁੱਤਿਆਂ ਨਹੀਂ ਦੇਖਿਆ ਕਿਸੇ ਨੇ ਅੱਜ ਤੱਕ। ਉਹਨਾਂ ਨੂੰ ਪੈਰੀ ਉਹਨਾਂ ਦੇ ਚੱਪਲ ਨਹੀਂ ਹੁੰਦੀ। ਤੇ ਹੋਇਆ ਕੀ ਸੀ, ਇਹਨਾਂ ਬਾਰੇ ਵੀ ਮੈਂ ਦੱਸ ਦਿੰਦਾ। ਜਦੋਂ ਬਾਬਾ ਜੀ ਪਹਿਲੇ ਗਏ ਤੇ 5 ਸਿੰਘ ਕਹਿੰਦੇ ਕਿ ਬਾਬਾ ਜੀ ਹੁਣ ਸਰੂਪਾ ਤੁਹਾਨੂੰ ਦੇਣਾ, ਗੱਦੀ ਤੁਸੀਂ ਮਤਲਬ ਸੰਭਾਲੋਗੇ, ਸੇਵਾ ਤੁਸੀਂ ਕਰਨੀ ਹੈ। ਕਹਿੰਦੇ ਨਹੀਂ ਬਾਬਾ ਜੀ, ਅਸੀਂ ਨਹੀਂ ਸੇਵਾ ਦੇ ਲਾਇਕ ਨਹੀਂ ਹੈਗੇ। ਬਾਬਾ ਬਲਵਿੰਦਰ ਸਿੰਘ ਜੀ ਕਹਿੰਦੇ ਨਹੀਂ, ਅਸੀਂ 5 ਸਿੰਘ ਆ, ਤੁਹਾਨੂੰ ਸਾਡਾ ਹੁਕਮ ਮੰਨਣਾ ਪੈਣਾ, 5 'ਚ ਪਰਮੇਸ਼ਰ ਹੁੰਦਾ। ਕਹਿੰਦੇ ਅੱਛਾ ਇਹ ਗੱਲ ਆ, ਚਲੋ ਠੀਕ ਆ। ਤੇ ਉਹਨਾਂ ਨੇ ਸਰੂਪਾ ਪਾ ਕੇ ਜਕਾਰੇ ਛੱਡ ਦਿੱਤੇ 5 ਸਿੰਘਾਂ ਨੇ, ਤੇ ਬੜੇ ਖੁਸ਼ ਵੀ ਇਹ ਕਿਰਪਾ ਹੋਈ, ਹੁਣ ਸੇਵਾ ਇਹਨਾਂ ਨੇ ਸੰਭਾਲੀ ਬਾਬਾ ਬਲਵਿੰਦਰ ਸਿੰਘ ਜੀ ਨੇ। ਕਹਿੰਦੇ ਠੀਕ ਆ, ਹੁਣ ਤੁਸੀਂ ਮੈਨੂੰ ਸੇਵਾ ਦੇਤੀ ਹੈ ਗੱਦੀ ਦੇ, ਹੁਣ ਮੈਂ ਬੈਠਾ ਆ, ਹੁਣ ਮੈਂ ਹੁਕਮ ਕਰਾਂ। ਕਹਿੰਦੇ ਹਾਂ ਬਾਬਾ ਜੀ, ਪਹਿਲਾ ਹੁਕਮ ਤੁਸੀਂ ਕਰੋਗੇ ਤੇ ਸਾਨੂੰ ਅੱਜ ਤੇ ਬੜੇ ਵਡਭਾਗੇ ਹੋਵਾਂਗੇ। ਕਹਿੰਦੇ ਫਿਰ ਲੱਗ ਗਿਆ ਬਾਬਾ ਨਰਿੰਦਰ ਸਿੰਘ ਜੀ ਬੈਠੇ, ਇਹਨਾਂ ਦੇ ਸਰੂਪਾ ਪਾ ਕੇ ਨਾ ਗਲ 'ਚ,
ਕਹਿੰਦੇ ਹੁਣ ਅੱਜ ਮੇਰੇ ਤੋਂ ਬਾਅਦ ਹੁਣ ਸੇਵਾ ਇਹ ਸੰਭਾਲਣਗੇ, ਕਰੂੰਗਾ ਮੈਂ ਵੀ ਨਾਲ ਸੇਵਾ। ਵਾਹਿਗੁਰੂ ਬਹੁਤ ਵਧੀਆ ਜੀ। ਇਸੇ ਤਰ੍ਹਾਂ ਦੇ ਨਾਲ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ, ਨਵਾਬ ਕਪੂਰ ਸਿੰਘ ਜੀ ਹੋਏ ਹੈ, ਚਾਹੇ ਜਥੇਦਾਰੀ ਮਿਲ ਗਈ ਹੈ ਤੇ ਫਿਰ ਵੀ ਉਹਨਾਂ ਨੇ ਇਹ ਸੇਵਾ ਲਈ ਹੈ ਕਿ ਮੇਰੇ ਕੋਲੋਂ ਜੋ ਮੈਂ ਘੋੜਿਆਂ ਦੀ ਲਿੱਦ ਚੱਕ ਰਿਹਾ, ਸੰਗਤ ਨੂੰ ਪੱਖੇ ਦੀ ਸੇਵਾ ਕਰ ਰਿਹਾ, ਚਾਹੇ ਮੈਂ ਜਥੇਦਾਰ ਬਣ ਗਿਆ ਪਰ ਮੇਰੇ ਕੋਲੋਂ ਇਹ ਸੇਵਾ ਨਾ ਖੋਈ ਜਾਵੇ। ਤੇ ਇਸੇ ਤਰ੍ਹਾਂ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਵੀ ਜੁੜੀਆਂ ਹੋਈਆਂ ਰੂਹਾਂ ਨੇ, ਜਿਹੜੀਆਂ ਕੇਵਲ ਬਾਹਰੀ ਪਹਿਰਾਵੇ ਤੌਰ ਤੇ ਨਹੀਂ, ਆਪਣੇ ਅੰਦਰੋਂ ਵੀ ਆਪਣੇ ਆਪੇ ਲਈ ਕੁਛ ਨਾ ਕੁਛ ਯਤਨ ਕਰਨ ਦੇ ਵਿੱਚ ਲੱਗੇ ਹੋਏ ਆ। ਇੱਕ ਗੁਰਬਾਣੀ ਦੀ ਪੰਕਤੀ ਵੀ ਸਾਨੂੰ ਮਿਲਦੀ ਹੈ ਜੀ, ਕਬੀਰ ਗੁਰ ਲਾਗਾ ਤਬ ਜਾਣੀਐ ਮਿਟੈ ਮੋਹ ਤਨ ਤਾਪ। ਅਸੀਂ ਕਹਿੰਦੇ ਆ ਨਾ ਕਿ ਸਾਨੂੰ ਕਿਸ ਤਰ੍ਹਾਂ ਪਤਾ ਲੱਗ ਸਕਦਾ ਹੈ ਕਿ ਅਸੀਂ ਗੁਰਬਾਣੀ ਦੇ ਨਾਲ ਜੁੜੇ ਹੋਏ ਹਾਂ, ਜਦੋਂ ਸਾਡੇ ਅੰਦਰੋਂ ਜੋ ਦੂਸਰਿਆਂ ਪ੍ਰਤੀ ਈਰਖਾ ਦੀ ਭਾਵਨਾ ਹੈ, ਦੂਸਰਿਆਂ ਪ੍ਰਤੀ ਮਾੜੀ ਭਾਵਨਾ ਹੈ, ਗੰਦੀ ਭਾਵਨਾ ਹੈ, ਜਦੋਂ ਸਾਡੇ ਅੰਦਰੋਂ ਖਤਮ ਹੋ ਜਾਂਦੀ ਹੈ। ਹਰ ਇੱਕ ਦੇ ਵਿੱਚੋਂ ਸਾਨੂੰ ਗੁਰੂ ਪਾਤਸ਼ਾਹ ਜੀ ਨਜ਼ਰ ਆਉਂਦੇ ਹੈ, ਇੱਕ ਪਰਮਾਤਮਾ ਨਜ਼ਰ ਆਉਂਦਾ ਹੈ, ਕੋਈ ਵੈਰੀ ਨਹੀਂ ਦਿਸਦਾ, ਵੈਰੀ ਦੇ ਵਿੱਚੋਂ ਵੀ ਸਾਨੂੰ ਪਰਮਾਤਮਾ ਦਿਸਦਾ ਹੈ। ਤੇ ਉਦੋਂ ਅਸੀਂ ਸਮਝ ਸਕਦੇ ਹਾਂ ਕਿ ਅਸੀਂ ਜੁੜ ਗਏ ਹਾਂ ਪਰਮਾਤਮਾ ਦੇ ਨਾਲ। ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅੰਕਲ ਜੀ ਨੇ ਦੱਸਿਆ ਵੀ ਆਪਾਂ ਜੇ ਕੋਈ ਵੀ ਸੇਵਾ ਕਰਦੇ ਹਾਂ ਉਹਦੇ ਵਿੱਚ ਭਾਵਨਾ ਦਾ ਹੋਣਾ ਜ਼ਰੂਰੀ ਹੈ। ਜੇ ਆਪਣੀ ਨਾ ਭਾਵਨਾ ਨਹੀਂ ਹੁੰਦੀ, ਜਿਹੜੀ ਆਪਣੀ ਸੇਵਾ ਹੁੰਦੀ ਹੈਗੀ, ਉਹ ਅਸਫਲ, ਉਹਦਾ ਕੋਈ ਲਾਭ ਨਹੀਂ ਹੁੰਦਾ। ਜਿਵੇਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹੈ, ਜਿਵੇਂ ਆਪਾਂ ਕੋਈ ਬਿਮਾਰ, ਆਪਾਂ ਕਿਸੇ ਨਾ ਡਾਕਟਰ ਦੇ ਦਵਾਈ ਲੈਣ ਜਾਂਦੇ ਹਾਂ ਤੇ ਚਾਹੇ ਉਹ ਡਾਕਟਰ ਦੀ ਦੁਕਾਨ ਛੋਟੀ ਜਿਹੀ ਆ, ਟੁੱਟੀ ਭੱਜੀ ਜਿਹੀ ਆ, ਜੇ ਆਪਣੇ ਮਨ 'ਚ ਯਕੀਨ ਹੈ ਨਾ ਵੀ ਮੈਨੂੰ ਆਹ ਡਾਕਟਰ ਦੀ ਦਵਾਈ ਲੱਗੂਗੀ ਤੇ ਮੈਂ ਠੀਕ ਆ, ਉਹ ਵੀ ਐਕਸਪੀਰੀਅੰਸ ਕੀਤਾ ਵੀ ਆਪਾਂ ਨੂੰ ਉਹੀ ਡਾਕਟਰ ਤੋਂ ਠੀਕ ਹੋ ਜਾਵਾਂਗੇ। ਆਪਾਂ ਨੂੰ ਕਿਸੇ ਵੱਡੇ ਡਾਕਟਰ ਕੋਲ ਵੀ ਨਹੀਂ ਜਾਣ ਦੀ ਲੋੜ ਹੈਗੀ। ਪਰ ਜੇ ਆਪਾਂ ਕਿਸੇ ਵੱਡੇ ਡਾਕਟਰ ਕੋਲ ਵੀ ਵਗ ਗਏ ਤੇ ਆਪਾਂ ਨੂੰ ਆਪਦੇ ਮਨ 'ਚ ਹੀ ਆਏ ਆ ਵੀ ਆਪਾਂ ਠੀਕ ਨਹੀਂ ਹੁੰਦੇ ਹੈਗੇ, ਫਿਰ ਆਪਾਂ ਠੀਕ ਨਹੀਂ ਹੁੰਦੇ ਹੈਗੇ। ਵੀ ਆਪਣੀ ਜਿਹੜੀ ਮਨ ਦੀ ਭਾਵਨਾ, ਜਿਵੇਂ ਆਪਾਂ ਸੋਚ ਲੈਂਦੇ ਹਾਂ ਉਵੇਂ ਹੋਣ ਲੱਗ ਜਾਂਦਾ, ਚਾਹੇ ਉਹ ਛੋਟਾ ਡਾਕਟਰ ਹੋਵੇ ਚਾਹੇ ਵੱਡਾ, ਜਿਵੇਂ ਆਪਾਂ ਸੋਚਾਂਗੇ ਉਵੇਂ ਹੋ ਜਾਂਦਾ ਜੀ। ਤੇ ਅੰਕਲ ਜੀ, ਜਿਵੇਂ ਅੰਕਲ ਜੀ ਨੇ ਕਿਹਾ ਸੀ ਵੀ ਆਪਾਂ ਨੂੰ ਵੱਧ ਤੋਂ ਵੱਧ ਪਾਠ ਕਰਨਾ ਚਾਹੀਦਾ ਜੀ। ਨਾਲੇ ਕਹਿੰਦੇ ਹੁੰਦੇ ਵੀ ਜੇ ਆਪਾਂ ਇੱਕ ਵਾਰੀ ਸੱਚੇ ਦਿਲੋਂ ਵਾਹਿਗੁਰੂ ਇੱਕ ਵਾਰੀ ਨਾਮ ਜਪ ਲਈਏ, ਵਾਹਿਗੁਰੂ ਹੀ ਕਹਿ ਦਈਏ, ਆਪਣਾ ਉਹ ਵੀ ਕਬੂਲ ਹੋ ਜਾਂਦਾ। ਵੀ ਫਿਰ ਇਹ ਜ਼ਰੂਰੀ ਹੈ ਬਹੁਤ, ਵੀ ਮਤਲਬ ਬਹੁਤ ਜ਼ਿਆਦਾ ਪਾਠ ਕਰਨਾ, ਵੀ ਜੇ ਆਪਾਂ ਘੱਟ ਕਰ ਲਈਏ ਪਰ ਦਿਲੋਂ ਕਰ ਲਈਏ। ਹਾਂਜੀ ਭਾਈ ਸਾਹਿਬ ਜੀ। ਹਾਂਜੀ, ਇਹਦੀ ਇੱਕ ਕੁਐਸਚਨ 'ਚ ਕਿੰਨੇ ਹੀ ਮੈਨੂੰ ਅੱਗੇ ਕੁਐਸਚਨ ਉੱਠ ਗਏ। ਪਹਿਲਾਂ ਤਾਂ ਨਿੱਕੀ ਭੈਣ ਨੂੰ ਮੈਂ ਬੇਨਤੀ ਕਰਾਂ ਕਿ ਉਹ, ਇਹਦਾ ਮਤਲਬ ਇਹ ਨਹੀਂ, ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹਨਾਂ ਨੇ ਵਾਹਿਗੁਰੂ ਕਿਹਾ ਤੇ ਸਫਲਾ ਹੋ ਗਿਆ, ਤੇ ਸਾਡਾ ਭਾਵੇਂ ਸਾਰਾ ਦਿਨ ਚੌਂਕੜਾ ਲਾ ਕੇ ਕਈ ਬੈਠਦੇ ਨੇ, ਉਹ ਵੀ ਭਗਤੀ ਕਰਨੀ ਸੌਖੀ ਨਹੀਂ ਹੈਗੀ। ਤੇ ਜੇ ਉਹ ਬੈਠਦੇ ਨੇ ਉਹਦੇ ਨਾਲ ਉਹ ਸਿਮਰਨ ਜਿਹੜੇ ਕਰਦੇ, ਆਮ ਕਰਕੇ ਆਪਾਂ ਦੇਖਦੇ ਹਾਂ ਉਹ ਕਿਸੇ ਵੇਲੇ ਗੁੱਸੇ ਵਾਲੇ ਵੀ ਹੁੰਦੇ, ਹਨਾ, ਕਰੜੇ ਹੁੰਦੇ। ਤੇ ਇਹਦੇ 'ਚ ਬਾਣੀ ਦੀ ਪੰਕਤੀ, ਹੁਣ ਇਹ ਭੁਲੇਖੇ ਬੜੇ ਨੇ, ਬਾਣੀ ਇਹ ਵੀ ਕਹਿੰਦੀ ਆ, ਜਿਨ ਪਟ ਅੰਦਰ ਬਾਹਰ ਗੁਦਰ ਤੇ ਭਲੇ ਸੰਸਾਰ। ਮਤਲਬ ਇਹ ਅੰਦਰੋਂ ਤੇ ਬੜੇ ਪਾਤਸ਼ਾਹ ਨਾਲ ਜੁੜੇ ਨੇ, ਉਹ ਆਪਣੇ ਆਪ ਨੂੰ ਸ਼ੋਅ ਨਹੀਂ ਕਰਦੇ, ਬਾਹਰੋਂ ਗੁੱਸੇ ਨਾਲ ਆਪਣੇ ਆਪ ਨੂੰ ਰੱਖਦੇ ਨੇ ਕਿ ਮੇਰੇ ਕੋਈ ਲਾਗੇ ਨਾ ਲੱਗੇ, ਮੇਰੇ ਕੋਈ ਧਿਆਨ 'ਚ ਨਾ ਆਵੇ, ਹਨਾ। ਇੱਦਾਂ ਦੀਆਂ ਵੀ ਰੂਹਾਂ ਨੇ, ਪਛਾਣ ਕਰਨੀ ਬਹੁਤ ਔਖੀ। ਪਹਿਲੀ ਭੈਣ ਨੇ ਸਵਾਲ ਪੁੱਛਿਆ ਸੀ, ਸੇਮ ਉਸੇ ਦੇ ਪਰਥਾਏ ਹੈ ਕਿ ਇਹਨਾਂ ਨੂੰ ਪਛਾਣ ਕਰਨੀ ਤਾਂ ਹੀ ਸੌਖੀ ਹੈ ਜੇ ਆਪਣਾ ਲੈਵਲ ਬਣਾਵਾਂਗੇ, ਆਪ ਚੌਂਕੜਾ ਲਾ ਕੇ ਸਿਮਰਨ ਕਰਾਂਗੇ। ਇੱਕ ਨਾ ਤੁਸੀਂ ਧਿਆਨ ਦਿਓ, 9ਵੇਂ ਪਾਤਸ਼ਾਹ ਦੇ ਸ਼ਲੋਕ ਨੇ, ਹਨਾ, ਉਹਦੇ 'ਚ ਲਿਖਿਆ ਹੈ, ਰਾਮ ਨਾਮ ਔਰ ਮੈਂ ਗਹਿਓ, ਹਨਾ, ਉਹਨੂੰ ਧਿਆਨ ਦੇਣਾ। ਅੱਛਾ, ਔਰ ਕੀ ਹੈ? ਰਾਮ ਨਾਮ, ਰਾਮ ਦਾ ਨਾਮ, ਔਰ ਮੈਂ ਗਹਿਓ, ਔਰ ਦੇ ਵਿੱਚ ਜਪੋ। ਔਰ ਕੀ ਹੈ? ਜਿੱਥੋਂ ਸਵਾਸ ਜਾ ਕੇ ਮੁੜਦਾ ਹੈ ਵਾਪਸ। ਸਿਰਫ ਧਿਆਨ ਦੇਣਾ ਹੈ ਕਿ ਅੱਛਾ ਔਰ ਦੇ ਵਿੱਚ ਜਪਣਾ ਹੈ, ਫਿਰ ਮਨ ਕਰਕੇ ਜਪਣਾ ਹੈ। ਜਾਂ ਕਹਿ ਸਮ ਨਹੀਂ ਕੋਏ, ਪਾਤਸ਼ਾਹ ਕਹਿੰਦੇ ਦੁਨੀਆ ਦੀ ਕੋਈ ਚੀਜ਼ ਇਹਦੇ ਤੁਲ ਨਹੀਂ ਹੈ, ਕੋਈ ਬਰਾਬਰ ਨਹੀਂ ਇਹਦੇ ਕੁਛ, ਜਿੰਨੇ ਨਾਮ ਜਪ ਲਿਆ ਔਰ ਦੇ ਵਿੱਚ। ਰਾਮ ਨਾਮ ਔਰ ਮੈਂ ਗਹਿਓ, ਜਾਂ ਕੇ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ। ਸਾਰੇ ਵਿਘਨ ਵਿਨਾਸ਼ਨ ਸਭ ਦਾ ਨਾਸ਼ ਹੋ ਜਾਂਦੇ, ਤੇ ਉਹ ਪ੍ਰਮਾਤਮਾ ਦੇ ਦਰਸ਼ਨ ਪ੍ਰਤੱਖ ਹੋ ਜਾਂਦੇ, ਫਿਰ ਘਟ ਘਟ ਚ ਰਮਿਆ ਨਜ਼ਰ ਆਉਂਦਾ। ਤੇ ਭੈਣ ਨੇ ਕਿਹਾ ਕਿ ਇੱਕ ਵਾਰੀ ਵਾਹਿਗੁਰੂ ਕਿਹਾ ਫਿਰ ਠੀਕ ਹੈ। ਅਸੀਂ ਕਿਸਾਨ ਨਹੀਂ ਆ, ਅਸੀਂ ਖੇਤੀਬਾੜੀ ਨਹੀਂ ਕਰਦੇ, ਉਹ ਬੜੀ ਮਿਹਨਤ ਕਰਦੇ ਨੇ। ਉਹ ਦੁਨੀਆ, ਉਹ ਮਿੱਟੀ ਦੇ ਵਿੱਚ ਮਿੱਟੀ ਹੋ ਕੇ ਤੇ ਫਿਰ ਇੱਕ ਵਾਰੀ ਵਾਹਿਗੁਰੂ ਕਹਿੰਦੇ ਨੇ, ਪੂਰਾ ਸਰੀਰ ਉਹਨਾਂ ਦਾ ਇੱਕ ਵਾਰੀ ਟਿਊਨਿੰਗ ਹੋ ਜਾਂਦੀ। ਸਾਡੀ ਤਾਂ ਨਹੀਂ ਹੋਣੀ, ਅਸੀਂ ਕਹੇ ਅਸੀਂ ਘਰ ਬੈੱਡ ਤੇ ਬਹਿ ਕੇ ਇੱਕ ਵਾਰੀ ਵਾਹਿਗੁਰੂ ਕਹਿ ਲਿਆ ਸਾਡਾ ਹੋ ਗਿਆ ਨੇਮ। ਏਦਾਂ ਨਹੀਂ, ਹੌਲੀ ਹੌਲੀ ਇਹ ਆਪਾਂ ਸੁਣ ਰਹੇ ਹੋ ਆਵਾਜ਼ ਮੇਰੀ? ਵਿੱਚ ਫੋਨ, ਅਸਲ 'ਚ ਮਾਫੀ ਚਾਹੁੰਦਾ ਕਿ
ਡਿਊਟੀਆਂ ਸੀ, ਅੱਜ ਸਵੇਰ ਦੀ ਡਿਊਟੀ ਨਹੀਂ ਕੀਤੀ। ਫੋਨ ਬਹੁਤ ਆ ਰਹੇ ਸੰਗਤ ਦੇ ਵੀ ਤੁਸੀਂ ਡਿਊਟੀ ਸਵੇਰ ਦੀ ਕਿਉਂ ਨਹੀਂ ਕੀਤੀ। ਸਿਹਤ ਢਿੱਲੀ ਸੀ, ਫਿਰ ਮੈਂ ਸਾਰੇ ਫੋਨ ਵਿੱਚ ਕੱਟ ਲਿਆ। ਤੇ ਹੋਰ ਤੁਸੀਂ ਕੀ ਕਹਿ ਰਹੇ ਸੀ? ਸੌਰੀ, ਮਾਫੀ ਚਾਹੁੰਦਾ। ਇੱਕ ਤਾਂ ਬੱਚੀ ਨੇ ਸਵਾਲ ਪੁੱਛਿਆ ਕਿ ਜਿੰਨੀ ਦਵਾਈ ਭਰੋਸਾ ਰੱਖ ਕੇ ਖਾਂਦੇ ਆ, ਦੇਖੋ ਉਹਦੇ ਨਾਲ ਇਹ ਅਕੋਰਡਿੰਗ ਜਿਹੜੀ ਨਾ ਇਹ ਐਗਜ਼ਾਮਪਲ ਢੁੱਕਦੀ ਨਹੀਂ। ਮੈਂ ਇਹ ਗੱਲ ਵੀ ਕੀਤੀ ਸੀ ਕਿ ਉਹ ਨਿਫਲ ਆ ਸਾਡਾ ਸਾਰਾ ਜਪਿਆ ਹੋਇਆ, ਗੁਰੂ ਘਰ ਗਏ ਜੇ ਅਸੀਂ ਹਉਮੈ 'ਚ ਰਹੇ। ਪਰ ਪਾਤਸ਼ਾਹ ਇੰਨੇ ਦਿਆਲੂ ਨੇ ਨਾ, ਪਾਤਸ਼ਾਹ ਕਹਿੰਦੇ ਜੇ ਤੂੰ ਹਉਮੈ 'ਚ ਵੀ ਆ ਗਿਆ ਨਾ, ਕੋਈ ਗੱਲ ਨਹੀਂ, ਤੇਰਾ ਕੁਛ ਨਾ ਕੁਛ ਤੇ ਮੈਂ ਸਵਾਰੂੰਗਾ ਹੀ। ਤੇ ਭਾਵੇਂ ਹਉਮੈ 'ਚ ਆਇਆ ਤੇ ਭਾਵੇਂ ਤੇਰਾ ਮਨ ਇੱਥੇ ਨਹੀਂ ਹੈ, ਤੂੰ ਆਇਆ ਜ਼ਰੂਰ ਹੈ ਸਰੀਰ ਕਰਕੇ। ਇਹ ਨੇਫਲ ਨਹੀਂ ਜਾਣ ਦਿੰਦਾ। ਹੋਰ ਸਾਰੀਆਂ ਐਗਜ਼ਾਮਪਲਾਂ ਵੱਡੀਆਂ ਤੋਂ ਵੱਡੀਆਂ ਲੈ ਲਈਏ, ਚੰਗੀਆਂ ਤੋਂ ਚੰਗੀਆਂ ਲੈ ਲਈਏ, ਜਦੋਂ ਗੁਰੂ ਘਰ ਦੇ ਨਾਲ ਜੋੜਦੇ ਆ ਨਾ ਕਿਸੇ ਐਗਜ਼ਾਮਪਲ ਨੂੰ, ਤੇ ਉਹ ਬਹੁਤ ਛੋਟੀ ਪੈ ਜਾਂਦੀ, ਬਹੁਤ ਛੋਟੀ ਪੈ ਜਾਂਦੀ। ਉਹ ਢੁੱਕਦੀ ਨਹੀਂ। ਵੈਸੇ ਆਪਾਂ ਕਹਿ ਦਿੰਦੇ ਆ ਕਿ ਆਹ ਐਗਜ਼ਾਮਪਲ ਆ। ਗੁਰੂ ਘਰ ਦੇ ਵਿੱਚ ਜਾਇਆ ਕਹਿੰਦੇ ਨਾ ਅਸੀਂ ਆਏ। ਅੱਛਾ, ਹੁਣ ਇੱਕ ਹੋਰ ਗੱਲ ਕਰਾਂ। ਅਸੀਂ ਨਾ ਜਦੋਂ ਜੋੜੇ ਘਰ ਖਲਾਉਂਦੇ ਆ ਨਾ, ਸੇਵਾ ਕਰਦੇ ਆ, ਮਤਲਬ ਪਾਤਸ਼ਾਹ ਕਿਰਪਾ ਕਰਦੇ ਆਪਣੀ ਸੇਵਾ ਲੈ ਲੈਂਦੇ ਆ, ਅਸੀਂ ਇੰਨੇ ਯੋਗ ਨਹੀਂ। ਕਈ ਆਉਂਦੇ ਵੀਰ ਇੱਧਰੋਂ ਟੋਕਨ ਫੜਦੇ ਆ, ਸਾਡੇ ਅੱਗੋਂ ਟੋਕਨ ਫੜ ਲੈਣਗੇ, ਉੱਧਰੋਂ ਖੋਹ ਲੈਣਗੇ ਤੇ ਭੱਜ ਕੇ ਨਾ ਸਾਰੀ ਸੇਵਾ ਲੈ ਲੈਂਦੇ। ਅਸੀਂ ਖਲੋ ਜਾਂਦੇ ਤੇ ਮੈਂ ਪਾਤਸ਼ਾਹ ਨੂੰ ਕਹਿਣਾ, ਮੈਂ ਪਾਤਸ਼ਾਹ ਮੇਰਾ ਟਾਈਮ ਸ਼ੁਰੂ ਆ, ਤੂੰ ਹੁਣ ਟੋਕਨ ਦੇਣਾ ਨਹੀਂ ਦੇਣਾ ਤੇਰੀ ਮਰਜ਼ੀ ਆ, ਮੇਰਾ ਟਾਈਮ। ਤੇ ਇਹ ਸਾਰਾ ਲੇਖੇ 'ਚ ਹੀ ਆ। ਭਾਵੇਂ ਉਹਦਾ ਫਲ ਤਾਂ ਘੱਟ ਹੈ ਵੀ ਜੇ ਸਾਡੀ ਭਾਵਨਾ ਹੋਰ ਬਣਦੀ ਆ ਤੇ ਉਹ ਫਿਰ ਇੱਕ ਜੋੜੇ 'ਚ ਹੀ ਫਲ ਇੰਨਾ ਜ਼ਿਆਦਾ ਹੈ। ਜੇ ਭਾਵਨਾ ਨਹੀਂ ਮਿਲਦੀ, ਬਿਰਥਾ ਕੁਛ ਵੀ ਨਹੀਂ ਜਾਂਦਾ। ਜੇ ਗੁਰੂ ਘਰ ਟਾਈਮ ਜਿਹੜਾ ਲੰਘ ਰਿਹਾ ਨਾ, ਉਹਦਾ ਫਲ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੈ, ਉਹ ਨਜ਼ਰ ਨਹੀਂ ਆਉਂਦਾ। ਬਿਰਥਾ ਉੱਚ ਕੁਛ ਵੀ ਨਹੀਂ ਜਾਂਦਾ। ਤੋ ਸਮਝ ਗਏ ਹੋ ਕਿ ਮੈਂ ਦੱਸਾਂ? ਹਾਂਜੀ, ਇੱਕ ਬੱਚਾ ਹੋਰ ਲੈ ਲਈਏ ਜੀ। ਇਸ ਤੋਂ ਬਾਅਦ ਜੀ ਅੱਜ ਦੇ ਕੈਂਪ ਦੀ ਸਮਾਪਤੀ ਹੋਏਗੀ ਜੀ। ਲਾਸਟ ਜੀ ਸਟੂਡੈਂਟ ਹੋਏਗਾ ਜੀ ਪਲੀਜ਼। ਹਾਂਜੀ ਭੈਣ ਜੀ, ਇੱਕ ਬੱਚਾ ਹੋਰ ਲੈ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਬਹੁਤ ਧੰਨਵਾਦ ਕਰਨਾ ਸਰਦਾਰ ਜਸਵਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਬਹੁਤ ਚੰਗੀ ਗੱਲਾਂ ਸਿਖਾਈਆਂ, ਤੇ ਆ ਵੀਰ ਜੀ ਦਾ। ਤੇ ਮੇਰਾ ਜੀ ਇੱਕ ਸਵਾਲ ਹੈ ਕਿ ਜਿਵੇਂ ਵੀਰ ਜੀ ਨੇ ਦੱਸਿਆ ਵੀ ਕਲਯੁਗ ਨਾਂ ਦੀ ਚੀਜ਼, ਤੇ ਨਾ ਪਿਛਲੇ ਇੱਕ ਕਲਾਸ ਵਿੱਚ ਗੁਰਮਤਿ ਸੀ ਕੈਂਪ 'ਚ ਗੱਲ ਹੋਈ ਸੀ। ਇੱਕ ਵੀਰ ਜੀ ਨੇ ਦੱਸਿਆ ਸੀ ਵੀ ਕਲਯੁਗ ਨਾਂ ਦੀ ਚੀਜ਼ ਸਾਡੇ ਮਨ ਦੀ ਸਾਡੀ ਸੋਚ ਹੈ, ਵੀ ਕਲਯੁਗ ਅਸੀਂ ਕਿਵੇਂ ਦਾ ਸੋਚਨੇ ਆ। ਪਰ ਵੀਰ ਜੀ ਕਹਿ ਰਹੇ ਨੇ ਕਿ ਕਲਯੁਗ ਹੁਣ ਹੈ ਤੇ ਵੱਧਦਾ ਜਾ ਰਿਹਾ ਹੈ। ਤੇ ਜੀ ਹੁਣ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਬੁੱਕ ਦਿੱਤੀ ਹੈ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ, ਉਸ ਬੁੱਕ ਵਿੱਚ ਵੀ ਇਹੀ ਲਿਖਿਆ ਵੀ ਇਹ ਸੋਚ ਆਪਣੇ ਮਨ ਦੀ ਏ। ਇਹਦੇ ਬਾਰੇ ਦੱਸੋਗੇ ਵੀਰ ਜੀ ਕੁਛ? ਹਾਂਜੀ, ਪਹਿਲਾਂ ਤਾਂ ਮੈਂ ਬੇਨਤੀ ਤੁਹਾਨੂੰ ਇਹ ਕਰੂੰਗਾ, ਤੁਸੀਂ ਬੜੀ ਉੱਚੀ ਸੋਚ ਦੇ ਧਾਰਨੀ ਹੋ। ਪਟਕੇ ਤਾਂ ਥੋੜਾ ਜਿਹਾ ਕੋਸ਼ਿਸ਼ ਕਰਿਆ ਕਰੋ, ਪਰਨੇ ਬੰਨਿਆ ਕਰੋ। ਇਹਦੇ ਨਾਲ ਨਾ ਦਿਮਾਗ ਜਿਹੜਾ ਸਾਡਾ ਸਾਰਾ ਸਰੀਰ ਚਲਾਉਂਦਾ ਆ, ਤੇ ਇਹਨੂੰ ਹੀ ਮੇਨ ਸਾਰਾ ਕੁਝ ਜੋ ਹੈ ਨਾ, ਮੇਨ ਦਿਮਾਗ ਹੀ ਹੈ। ਅਵਸਥਾ ਅੱਛੀ ਹੈ ਤੁਹਾਡੀ। ਪਟਕਾ ਜਿਵੇਂ ਆਪਾਂ ਕੱਸ ਕੇ ਬੰਨਦੇ ਆ, ਕੁਝ ਨਸਾਂ ਸਾਡੀਆਂ ਟਾਈਟ ਰਹਿੰਦੀਆਂ, ਪਟਕੇ ਤੋਂ ਥੋੜਾ ਹੌਲੀ ਹੌਲੀ ਇਹਨੂੰ ਨਾ ਛੱਡਣ ਦਾ ਯਤਨ ਕਰੋ। ਰਿਲੈਕਸ ਹੋ ਕੇ ਪਰਨਾ ਬੰਨਿਆ ਕਰੋ, ਦਮਾਲਾ ਬੰਨਿਆ ਕਰੋ। ਮੈਂ ਤੁਹਾਨੂੰ ਕਿਤੇ ਦਿਖਾਵਾਂ, ਮੇਰਾ ਭਚੰਗੀ ਛੋਟਾ ਜਿਹਾ ਹੀ ਆ, ਜੇ 10 ਕੁ ਸਾਲ ਦਾ ਨਹੀਂ ਅਜੇ ਹੋਇਆ। ਤੇ ਮੈਂ ਆਪਣੀਆਂ ਦਸਤਾਰਾਂ ਪਹਿਲੀਆਂ ਜਿਹੜੀਆਂ ਸਿਲਾਈ ਵਾਲੀਆਂ ਸੀ ਨਾ, ਉਹ ਮੈਂ ਸਾਰੀਆਂ ਮੈਸੇਜ ਦੇ ਦੇਵਾਂ ਕਿਸੇ ਨੂੰ। ਉਹ ਰੋਣ ਲੱਗ ਗਿਆ, ਕਹਿੰਦਾ ਮੈਂ ਕਿਸੇ ਨੂੰ ਨਹੀਂ ਦੇਣੀਆਂ, ਮੇਰੀਆਂ ਨੇ। ਤੇ ਮੈਂ ਕਿਹਾ ਚਲ ਅੱਧੀਆਂ ਦੇ ਦੇ, ਥੋੜੀਆਂ ਆਪਾਂ ਦੇ ਦਈਏ, ਕਿਸੇ ਦੇ ਕੰਮ ਆ ਜਾਣਗੀਆਂ, ਤੂੰ 2-3 ਰੱਖ ਲੈ ਵਿੱਚੋਂ, ਆਪਣੇ ਕੋਲ ਹੋਰ ਬਥੇਰੀਆਂ ਨੇ। ਉਹ ਫਿਰ ਤੁਹਾਨੂੰ ਦਿਖਾਵਾਂ, ਕਿਤੇ ਮੈਂ ਫੋਟੋ ਖਿੱਚਦਾ ਹੁੰਦਾ, ਉਹ ਸਾਰਾ ਦਿਨ ਵੱਡੀਆਂ ਵੱਡੀਆਂ ਦਸਤਾਰਾਂ ਸਿਰ ਤੇ ਬੰਨ ਕੇ ਨਾ, ਭੂਰੀ ਵਾਲੇ ਮਹਾਂਪੁਰਖ ਤੁਸੀਂ ਦੇਖੇ ਹੋਣੇ, ਇਹ ਏਦਾਂ ਨਾ ਵੱਡੀਆਂ ਵੱਡੀਆਂ ਦਸਤਾਰਾਂ ਬੰਨ ਕੇ ਸਾਰਾ ਦਿਨ ਹੀ ਰਹਿੰਦਾ। ਤੇ ਉਹਨੂੰ ਬੜਾ ਪਿਆਰ ਆ। ਉਹ ਅਸੀਂ ਕਹਿੰਦੇ ਆ, ਮੰਮੀ ਡੈਡੀ ਜੀ ਮੇਰੇ ਕਹਿਣਗੇ ਵੀ ਪੁੱਤਰ ਵੱਡਾ ਹੈ, ਸਿਰ ਕਿਤੇ ਦਰਦ ਨਾ ਕਰਨ ਲੱਗ ਜੇ। ਕਹਿੰਦਾ ਨਹੀਂ, ਉਹਨੂੰ ਹੁਸਨ ਹੈ ਕਿ ਵੱਡੀਆਂ ਵੱਡੀਆਂ ਦਸਤਾਰਾਂ ਸਜਾ ਕੇ ਉੱਚੀਆਂ ਉੱਚੀਆਂ ਸਾਰਾ ਦਿਨ ਏਦਾਂ ਹੀ ਘੁੰਮਦਾ ਹੈ, ਤੇ ਬੜੇ ਆਨੰਦ 'ਚ, ਬੜਾ ਪਿਆਰ ਉਹਨੂੰ ਦਸਤਾਰਾਂ ਨਾਲ। ਤੁਸੀਂ ਇੱਕ ਪਟਕਾ ਛੱਡੋ। ਦੂਸਰਾ ਤੁਸੀਂ ਕਹਿ ਰਹੇ ਹੋ ਇਸੇ ਦੇ ਪ੍ਰਥਾਇਕ ਪੰਕਤੀ ਹੈ, ਤੇ ਇਸ ਤੋਂ ਆਪਾਂ ਗਰੇਜ ਨਹੀਂ ਕਰ ਸਕਦੇ। 4 ਯੁੱਗ ਨੇ, ਇਸੇ ਤਰ੍ਹਾਂ ਕਲਯੁਗ ਵੀ ਇੱਕ ਯੁੱਗ ਹੈ। ਤੇ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਨਾ, ਉਹ ਬਾਣੀ ਦੇ ਪ੍ਰਥਾਏ ਹੈ। ਜਦੋਂ ਆਪਾਂ ਕੋਈ ਕਹਿ ਦਿੰਦੇ ਨਾ ਕਿ ਲਓ ਜੀ ਆ ਬਿੱਲੀ ਲੰਘ ਗਈ ਤੇ ਇਹ ਹੁਣ ਕੰਮ ਆਪਣਾ ਹੋਣਾ ਨਹੀਂ, ਏਦਾਂ ਲੋਕ ਹੋਰ ਧਰਮਾਂ ਦੇ ਕਹਿੰਦੇ ਨੇ। ਸਾਡੇ ਸਿੱਖਾਂ 'ਚ ਵੀ ਕਹਿਣ ਲੱਗ ਪਏ ਹੁਣ ਵੀ ਹੁਣ ਆਹ ਹੋ ਗਿਆ, ਪਿੱਛੋਂ ਕੋਈ ਆਵਾਜ਼ ਪੈ ਗਈ ਹੈ ਵੀ ਆਪਣਾ ਕੰਮ ਨਹੀਂ ਹੋਣਾ। ਇਹ ਤੁਹਾਡੀ ਸੋਚ ਆ। ਪਾਤਸ਼ਾਹ ਦੀ ਬਾਣੀ 'ਚ ਕਹਿੰਦੇ ਆ, ਸ਼ਗਨ ਅਪਸ਼ਗਨ ਕਿਸਕੋ ਲੱਗੇ। ਆੜੇ ਸ਼ਗਨ ਕਹਿੰਦੇ ਅਪਸ਼ਗਨ ਹੋ ਗਿਆ, ਇਹ ਸ਼ਗਨਾਂ ਦੇ ਕੰਮ ਸੀ, ਇਹਨਾਂ ਨੇ ਏਦਾਂ ਕਰਤਾ ਹੈ, ਉਦਾਂ ਕਰਤਾ, ਇਹ ਨਾ ਹੋਣੇ ਨਹੀਂ ਹੋਣਾ, ਇਹ ਅਪਸ਼ਗਨ ਹੋ ਗਿਆ। ਪਾਤਸ਼ਾਹ ਕਹਿੰਦੇ ਸ਼ਗਨ ਅਪਸ਼ਗਨ ਤਿਸਕੋ ਲੱਗੇ ਜਿਸ ਚੀਤ ਨਾ ਆਵੇ। ਜਿਹਦੇ ਚਿੱਤ 'ਚ ਪਰਮਾਤਮਾ ਦਾ ਨਾਂ ਨਹੀਂ, ਜਿਹਦੇ ਚਿੱਤ 'ਚ ਪਰਮਾਤਮਾ ਦਾ ਭਾਵ ਨਹੀਂ,
ਕਿ ਪਾਤਸ਼ਾਹ ਤੁਸੀਂ ਸਹਾਈ ਹੋਏ ਹੋ, ਹੁਣ ਕੋਈ ਵਿਘਨ ਨਹੀਂ ਹੈ। ਤੇਰੇ ਤੋਂ ਅਰਦਾਸ ਕਰਕੇ ਬੇਨਤੀਆਂ ਜਾਚਨਾਵਾਂ ਕਰਕੇ ਆਗਿਆ ਲਈ ਹੈ, ਸਾਨੂੰ ਕਿਸੇ ਦੀ ਪਰਵਾਹ ਨਹੀਂ, ਜਿਹੜੇ ਕੰਮ ਨੂੰ ਤੁਰੇ ਆ ਇਹ ਕਰਕੇ ਆਵਾਂਗੇ। ਇਹ ਸਿੰਘਾਂ ਦੇ ਕੰਮ ਨੇ, ਇਸ ਕਰਕੇ ਉਹਨਾਂ ਨੂੰ ਕਲਯੁਗ ਨਹੀਂ ਪਾਉਂਦਾ, ਜਿਹੜੇ ਬਾਣੀ ਪੜ੍ਹਦੇ, ਜਿਹੜੇ ਬਾਣੀ ਦਾ ਭਰੋਸਾ ਰੱਖਦੇ ਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ ਵੀਰ ਜਬਰਜੋਤ ਸਿੰਘ ਜੀ। ਚਾਹੇ ਠੀਕ ਨਹੀਂ ਸੀ, ਪਰ ਗੁਰੂ ਪਾਤਸ਼ਾਹ ਜੀਆਂ ਨੇ ਸੇਵਾ ਲਈ ਹੈ। ਤੇ ਆਸ ਕਰਦੇ ਹਾਂ ਅੱਜ ਦਾ ਸੈਸ਼ਨ ਬਹੁਤ ਵਧੀਆ ਜੀ। ਸਾਰੇ ਬੱਚੇ ਧੰਨਵਾਦ ਕਰ ਰਹੇ ਆ, ਸਾਰੀ ਸੰਗਤ ਵੀ ਬਹੁਤ ਬਹੁਤ ਧੰਨਵਾਦ ਕਰ ਰਹੀ ਹੈ ਜੀ। ਸੋ ਬੱਚਿਆਂ ਦੇ ਸਵਾਲ ਬਹੁਤ ਹੈ ਜੀ, ਤੇ ਬੜੇ ਵੀਰ ਜੀ ਨੇ ਜਵਾਬ ਵੀ ਦਿੱਤੇ ਹੈ। ਜੇ ਆਪਾਂ ਕਰੀ ਜਾਈਏ 2-3 ਘੰਟੇ ਸੈਸ਼ਨ ਅੱਗੇ ਚੱਲ ਸਕਦਾ ਹੈ, ਪਰ ਇੱਥੇ ਸਾਡੇ ਸਮੇਂ ਦੀ ਲਿਮਿਟ ਖਤਮ ਹੋ ਜਾਂਦੀ ਹੈ ਜੀ। ਇਸ ਕਰਕੇ ਅਸੀਂ ਅੱਜ ਦੇ ਕੈਂਪ ਦੀ ਇੱਥੇ ਸਮਾਪਤੀ ਕਰ ਰਹੇ ਹਾਂ ਜੀ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਗੁਰੂ ਪਾਤਸ਼ਾਹ ਜੀ ਅੱਗੇ ਸਾਰੇ ਬੱਚਿਆਂ ਸਮੇਤ ਅਰਦਾਸ ਕਰਦੇ ਹਾਂ, ਗੁਰੂ ਪਾਤਸ਼ਾਹ ਜੀ ਆਪ ਜੀਆਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦੀ। ਆਪ ਜੀ ਇਸੇ ਤਰ੍ਹਾਂ ਦੇ ਨਾਲ ਕੌਮ ਦੀ ਪੰਥ ਦੀ ਸੇਵਾ ਕਰਦੇ ਰਹੋ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਬੇਨਤੀ ਕਰ ਲੱਗਿਆ, ਹਾਂਜੀ ਵੀਰ ਜੀ। ਸਾਰੇ ਜਿਹੜੇ ਬੱਚੇ ਸਵਾਲ ਪੁੱਛਦੇ ਨੇ ਇਹ ਤੁਸੀਂ ਨੋਟ ਕਰ ਲਓ, ਮੈਨੂੰ ਮੈਸੇਜ ਕਰ ਦਿਓ, ਸਾਰਿਆਂ ਦੇ ਜਿੱਦਾਂ ਵੀ ਹੋ ਸਕਦਾ ਮੈਂ ਆਨਸਰ ਵੀ ਦੇਵਾਂਗਾ, ਜਿੱਦਾਂ ਕਿ ਜਿੰਨੀ ਕੁ ਹਿਕਮਤ ਹੈ। ਪਰ ਮੈਂ ਬੇਨਤੀ ਇਹ ਕਰਾਂ ਕਿ ਸਵਾਲ ਵੀ ਅੰਦਰੋਂ ਉੱਠਦੇ ਤੇ ਜਵਾਬ ਜੇ ਸੱਚੀ ਮੈਨੇ ਚ ਲੈਣੇ ਆ ਨਾ ਬੱਚਿਆਂ ਨੇ, ਤੇ ਭਗਤੀ ਕਰਕੇ ਨਾ ਪਾਤਸ਼ਾਹ ਅੰਦਰੋਂ ਹੀ ਤੁਹਾਨੂੰ ਜਵਾਬ ਦੇ ਰਹੇ। ਬੰਦਾ ਸ਼ਾਇਦ ਤੁਹਾਨੂੰ ਕਿਤੇ ਗਲਤ ਜਵਾਬ ਦਊਗਾ, ਪਰ ਜਿਹੜਾ ਪਾਤਸ਼ਾਹ ਨਾ ਉਹ ਬੜੇ ਸਹੀ ਜਵਾਬ ਦਿੰਦਾ, ਸਾਰੇ ਕਪਾਟ ਖੋਲ ਦਿੰਦਾ। ਫਿਰ ਵੀ ਮੈਂ ਜਵਾਬ ਜਿਹੜੇ ਵੀ ਤੁਸੀਂ ਕਹੋਗੇ ਮੈਂ ਉਹਨਾਂ ਨੂੰ ਜਿਵੇਂ ਹੁਕਮ ਹਕਮਤ ਆਪਣੀ ਮੈਂ ਦੇਵਾਂਗਾ, ਥੋੜਾ ਜਵਾਬ ਦੱਸ ਦਿਓ। ਠੀਕ ਹੈ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਮਾਫੀ ਦਿਓ ਕੋਈ ਭੁੱਲ ਚੁੱਕ ਹੋ ਵੀ, ਜੀਵਨ ਇੰਨਾ ਉੱਚਾ ਨਹੀਂ ਹੈ। ਆਪ ਜੀ ਰਹਿਮਤ ਕਰਿਓ, ਤੰਦਰੁਸਤੀਆਂ ਬਖਸ਼ਣ, ਪਾਤਸ਼ਾਹ ਸੇਵਾ ਲੈਂਦੇ ਰਹਿਣ। ਗੁਰੂ ਵੀਰ ਜੀ ਇੱਕ ਸਵਾਲ ਚੈਟ ਦੇ ਵਿੱਚ ਆਇਆ ਕਿ ਪਾਠ ਕਿਸ ਤਰ੍ਹਾਂ ਕਰੀਏ ਕਿ ਮਨ ਟਿਕ ਜਾਵੇ। ਰੋਟੀ ਕਿੱਦਾਂ ਖਾਈਏ ਕਿ ਪਚ ਜਾਏ। ਸਾਡਾ ਕੰਮ ਆ ਪ੍ਰਸ਼ਾਦਾ ਛਕਣਾ, ਠੀਕ ਹੈ। ਅਸੀਂ ਤਾਂ ਨਹੀਂ ਅੰਦਰ ਜਾ ਕੇ ਦੇਖਦੇ ਕਿ ਪਾਤਸ਼ਾਹ ਪ੍ਰਸ਼ਾਦਾ ਸਹੀ ਤਰ੍ਹਾਂ ਪਚ ਗਿਆ ਕਿ ਨਹੀਂ, ਪਰ ਚਿੱਤ ਕੇ ਖਾਣਾ ਸਾਨੂੰ ਇੰਨਾ ਪਾਤਸ਼ਾਹ ਨੇ ਦੱਸਿਆ, ਤੇ ਕੀ ਖਾਣਾ ਕਿਹੜੇ ਢੰਗ ਨਾਲ ਖਾਣਾ ਇੰਨਾ ਪਾਤਸ਼ਾਹ ਨੇ। ਅੱਛਾ, ਬਾਣੀ ਵਿੱਚ ਸਾਰਾ ਹੀ ਜਿਹੜੇ ਤੇ ਸਹਿਜ ਪਾਠ ਕਰਦੇ ਨੇ ਉਹਨਾਂ ਨੂੰ ਅੰਦਰ ਆਪੇ ਪਤਾ ਚੱਲ ਜਾਂਦਾ, ਜਿੰਨੀ ਅਵਸਥਾ ਬਣਦੀ ਤਿਉਂ ਬਾਣੀ ਦੀਆਂ ਪੰਕਤੀਆਂ ਆਪਣੇ ਅੰਦਰ ਲੈ ਲੈਂਦੇ ਨੇ, ਦਿਮਾਗ 'ਚ ਚੱਲੀ ਜਾਂਦੀਆਂ ਨੇ ਜਿਉਂ ਅਵਸਥਾ ਬਣਦੀ। ਪਾਤਸ਼ਾਹ ਜਦੋਂ ਜਿਹੜਾ ਸਹਿਜ ਪਾਠ ਕਰਦਾ ਨਾ, ਪਾਤਸ਼ਾਹ ਉਹਨੂੰ ਦੱਸ ਦਿੰਦੇ ਨੇ ਕਿ ਬੰਦੇ ਦੀ ਰਹਿਣੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਉਹਦਾ ਬਹਿਣਾ, ਉਹਦਾ ਕਹਿਣ ਦਾ ਢੰਗ, ਉਹਦਾ ਸਹਿਣ ਦਾ ਢੰਗ, ਮਨ 'ਚ ਕਿਹੜੀ ਗੱਲ ਰੱਖਣੀ, ਥੈ ਸੋਟਾ ਨਹੀਂ ਮਾਰ ਦੇਣਾ ਕਿ ਨਹੀਂ ਭਾਈ ਤੁਸੀਂ ਇੱਥੇ ਗਲਤ ਹੋ, ਨਹੀਂ ਤੁਸੀਂ ਮਾਤਾ ਪਿਤਾ ਜੀ ਤੁਸੀਂ ਇੱਦਾਂ ਨਹੀਂ ਇੱਦਾਂ। ਪਰਿਵਾਰ ਵਿੱਚ ਨਿੱਕੀ ਗੱਲ ਉਹ ਉਸੇ ਵੇਲੇ ਉਬਾਲਾ ਮਾਰਦਾ ਅੰਦਰ ਵੀ ਮੈਂ ਅੰਦਰ ਨਹੀਂ ਰੱਖਣੀ। ਜੀਵਨ ਕਿੱਦਾਂ ਜਿਉਣਾ, ਇਹ ਸਾਰਾ ਕੁਛ ਜੋ ਬਾਣੀ ਜਿਹੜਾ ਪੜ੍ਹਦਾ ਨਾ ਉਹਨੂੰ ਪਤਾ ਕਿਵੇਂ ਜਿਉਣਾ। ਤੇ ਇਹ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਕਿ ਬਾਣੀ ਕਿੱਦਾਂ ਪੜ੍ਹੀਏ, ਨੇਮ ਕਿਵੇਂ ਕਰੀਏ, ਇਹਦੇ ਵਿੱਚ ਇੱਕ ਹੈਗਾ ਕਿ ਆਮ ਕਰਕੇ ਅਸੀਂ ਬਾਣੀ ਪੜ੍ਹਦੇ ਹਾਂ, ਸਾਨੂੰ ਨੀਂਦ ਬੜੀ ਛੇਤੀ ਆਉਂਦੀ ਹੈ, ਜ਼ਿਆਦਾਤਰ ਲੋਕਾਂ ਨੂੰ ਆਉਂਦੀ ਹੈ ਇੱਦਾਂ। ਇਹ ਸ਼ੁਰੂਆਤ ਹੈ। ਮੈਂ ਤਾਂ ਇਹ ਕਹਿਣਾ ਕਿ ਜਦੋਂ ਨੀਂਦ ਆਉਂਦੀ ਹੈ ਨਾ ਤੇ ਫਿਰ ਗੁਟਕਾ ਸਾਹਿਬ ਹੱਥ 'ਚ ਹੁੰਦਾ ਤੇ ਨੀਂਦ ਆ ਜਾਂਦੀ, ਕਈ ਵਾਰੀ ਤੇ ਕਿਸੇ ਹੱਥੋਂ ਤੇ ਗੁਟਕਾ ਸਾਹਿਬ ਵੀ ਡਿੱਗ ਜਾਂਦਾ। ਤੇ ਅਸੀਂ ਇਹੀ ਗੱਲ ਕਹਿੰਦੇ ਕਿ ਭਾਈ ਸਾਹਿਬ ਤੁਸੀਂ ਗੁਰੂ ਸਾਹਿਬ ਨਾ ਤੁਹਾਡੇ ਤੇ ਕੋਈ ਬੰਦਿਸ਼ ਨਹੀਂ ਲਾਉਂਦੇ, ਜਿੰਨਾ ਪਿਆਰਾ ਉਹ ਆ ਨਾ, ਹੋਰ ਲੋਕੀ ਭਾਵੇਂ ਨਾਰਾਜ਼ ਹੋਣ, ਭਾਈ ਤੂੰ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਤੂੰ ਮੈਨੂੰ ਏਦਾਂ ਕੀਤਾ, ਤੂੰ ਮੇਰਾ ਨਰਾਦਰ ਕੀਤਾ, ਪਰ ਪਾਤਸ਼ਾਹ ਵਰਗਾ ਕੋਈ ਵੀ ਨਹੀਂ। ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ, ਤੈਨੂੰ ਨੀਂਦ ਆਉਂਦੀ ਹੈ ਨਾ, ਬਾਣੀ ਪੜ੍ਹਦੇ ਤੇਰੇ ਅੰਦਰ ਜਿਹੜਾ ਉਹ ਹਨੇਰ ਹੈ ਨਾ ਉਹ ਖੁੱਲ ਰਿਹਾ ਸੀ, ਤਾਂ ਤੈਨੂੰ ਨੀਂਦ ਆ ਰਹੀ, ਉਬਾਸੀਆਂ ਆ ਰਹੀਆਂ ਨੇ, ਤੂੰ ਗੁਟਕਾ ਸਾਹਿਬ ਸੰਕੋਚ ਦੇ ਉੱਥੇ ਰੱਖ ਦੇ ਤੇ ਨੀਂਦ ਲੈ ਲਾ। ਉਹ ਨੀਂਦ ਇੰਨੀ ਸੋਹਣੀ ਹੋਣੀ ਹੈ ਨਾ, 10-15 ਮਿੰਟ 'ਚ ਸਰੀਰ ਰਿਲੈਕਸ ਹੋ ਜਾਂਦਾ। ਉਸ ਤੋਂ ਬਾਅਦ ਫਿਰ ਗੁਟਕਾ ਸਾਹਿਬ ਫੜ ਕੇ ਬਾਣੀ ਪੜ੍ਹ। ਇਹ ਨਾ ਪਹਿਲਾਂ ਜਿਵੇਂ ਬੱਚਾ ਸੈਰਲੈਕਸ ਖਾਂਦਾ ਆ, ਦੁੱਧ ਪੀਂਦਾ ਹੈ, ਹੌਲੀ ਉਹ ਵੱਡਾ ਹੁੰਦਾ, ਉਹ ਆਪਣੀ ਕਪੈਸਿਟੀ ਬਣਾਉਂਦਾ। ਫਿਰ ਤਾਂ 8 ਪਾਠ ਸੁਖਮਨੀ ਸਾਹਿਬ ਦੇ ਕਰਨੇ, ਕਹਿਣਾ ਤੇ ਸੁਣਨਾ ਬੜਾ ਸੌਖਾ। ਜਿਹੜੇ ਕਰਦੇ ਉਹਨਾਂ ਨੂੰ ਪੁੱਛੋ ਇੱਕਦਮ ਤਾਂ ਨਹੀਂ ਕਰਨ ਲੱਗ ਗਏ ਨਾ। ਤੇ ਕਈ ਏਦਾਂ ਦੇ ਨੇ ਉਹ ਇੱਕ ਸੁਖਮਨੀ ਸਾਹਿਬ ਦੇ ਪਾਠ ਵਿੱਚ ਡੁਬਕੀਆਂ ਲਾਉਂਦੇ ਨੇ, ਜਿਵੇਂ ਸਮੁੰਦਰ 'ਚ ਇੱਕ ਪੰਕਤੀ 'ਚ ਇੰਨਾ ਆ ਗਿਆ ਨਾ, ਉੱਥੇ ਖਲੋ ਕੇ ਨਾ ਉਹਦਾ ਰਸ ਪੂਰਾ ਲੈਂਦੇ ਨੇ। ਫਿਰ ਸਮਝ ਰਹੇ ਮੇਰੀ ਗੱਲ ਨੂੰ, ਪੂਰਾ ਆਨੰਦ ਲੈਂਦੇ ਨੇ ਉਸ ਪੰਕਤੀ 'ਚੋਂ। ਅੱਛਾ ਆਹ ਕੈਸੀਆਂ ਖੇਡਾਂ ਨੇ ਤੇਰੇ ਦਰ ਦੀਆਂ। ਅੱਛਾ ਫਿਰ ਅੱਗੇ ਤੁਰਦੇ ਨੇ, ਫਿਰ ਅੱਗੇ ਕਿਤੇ ਰੁਕ ਕੇ ਫਿਰ ਡੁਬਕੀ ਲਾਉਂਦੇ ਨੇ, ਜਿਵੇਂ ਸਮੁੰਦਰ 'ਚ ਰਸ ਆਉਂਦਾ, ਏਦਾਂ ਇੱਕ ਪਾਠ 'ਚੋਂ ਇੰਨਾ ਆਨੰਦ ਲੈ ਲੈਂਦੇ ਨੇ ਇਹ ਹਰੇ। ਅੱਛਾ ਇੱਕ ਬੇਨਤੀ ਹੋਰ ਕਰਾਂ, ਤਪ ਪ੍ਰਸਾਦ ਸਵਈਏ ਦਸਮ ਬਾਣੀ 'ਚੋਂ ਆ, ਉਹ 'ਚ ਲਿਖਿਆ ਸੰਤ ਸਮੂਹ ਅਨੇਕ ਮਤੀ ਕੇ।
ਸਾਰੇ ਹੀ ਸੰਤਾਂ ਦੀ ਮੱਤ ਏਕ ਨਹੀਂ ਹੁੰਦੀ, ਸਾਰੇ ਵੱਖਰੀ ਵੱਖਰੀ ਮੱਤ ਦੇ ਨੇ, ਉਹਨਾਂ ਦਾ ਜਿਉਣ ਦਾ ਢੰਗ ਵੱਖਰਾ, ਕਿਸੇ ਦੇ 8 ਪਾਠ ਨੇ, ਕਿਸੇ ਦੇ 10 ਨੇ, ਕਿਸੇ ਦਾ ਚੌਂਕੜਾ ਜ਼ਿਆਦਾ, ਕਿਸੇ ਦਾ ਘੱਟ ਹੈ, ਹਰੇਕ ਦੀ ਮੱਤ ਵੱਖਰੀ। ਇਸੇ ਤਰ੍ਹਾਂ ਹਰੇਕ ਜੀਆਂ ਦਾ ਨਾਮ ਜਪਣ ਦਾ, ਬਾਣੀ ਪੜ੍ਹਨ ਦਾ ਢੰਗ ਵੱਖਰਾ ਹੈ, ਉਹਦਾ ਜੀਵਨ ਵੱਖਰਾ ਹੈ, ਹਰੇਕ ਦਾ ਹੀ ਵੱਖਰਾ ਹੈ। ਤੇ ਇਹ ਤੁਸੀਂ ਦੇਖਣਾ ਕਿੱਦਾਂ ਚਿੱਤ ਕੇ ਜਿਵੇਂ ਪ੍ਰਸ਼ਾਦਾ ਛਕੀਦਾ ਤੇ ਪਚਦਾ ਸੋਹਣਾ, ਪਚਾਉਣਾ ਉਹਦਾ ਕੰਮ ਹੈ। ਤੁਸੀਂ ਬਾਣੀ ਇੰਨੇ ਪਿਆਰ 'ਚ ਪੜ੍ਹੋ, ਤੁਹਾਡਾ ਧਿਆਨ ਪੂਰਾ ਟਿਕੇ, ਉਹਨਾਂ ਕੁ ਆਨੰਦ ਖੇੜਾ ਪੂਰਾ ਲਓ, ਪੂਰਾ ਫਰੈਸ਼ ਹੋ ਕੇ ਆਰਾਮ ਨਾਲ ਸਾਰੇ ਕੰਮਾਂ ਨੂੰ ਸੰਕੋਚ ਕੇ ਫਿਰ ਪੜ੍ਹਦੇ ਹੋ ਨਾ, ਤੇ ਉਹ ਤੁਹਾਨੂੰ ਕੰਠ ਹੋ ਜਾਂਦਾ। ਫਿਰ ਤੁਸੀਂ ਕੀ ਕਰਦੇ ਹੋ, ਤੁਸੀਂ ਸੁੱਤੇ ਹੋ, ਤੁਹਾਡੇ ਅੰਦਰ ਉਹ ਚੱਲ ਰਿਹਾ ਹੁੰਦਾ, ਤੁਸੀਂ ਕਿਤੇ ਜਾ ਰਹੇ ਹੋ, ਤੁਹਾਡੇ ਅੰਦਰ ਚੱਲੀ ਜਾਂਦਾ, ਉਹ ਛਕਿਆ ਫਲਦਾਇਕ ਹੈ, ਤੁਹਾਡੇ ਅੰਦਰ ਚੱਲੀ ਜਾਂਦਾ। ਸੋ ਮਾਫੀ ਜੇ ਤੁਸੀਂ ਸੰਤੁਸ਼ਟ ਹੋ, ਤੇ ਫਿਰ ਨਹੀਂ ਤੇ ਮੈਂ ਹੋਰ ਕੋਈ ਡਿਟੇਲ ਕਰਾਂ। ਤਾਂ ਵੈਸੇ ਬਹੁਤ ਹੋ ਗਿਆ, ਪਰ 2 ਕੁਐਸਚਨ ਚੈਟ ਵਿੱਚ ਆ ਰਹੇ ਨੇ, ਮੈਨੂੰ ਲੱਗਦਾ ਬੱਚੇ ਵੇਟ ਕਰ ਰਹੇ ਨੇ ਉਹਦੇ ਆਨਸਰ ਦੀ, ਤੇ ਅਗਰ ਆਨਸਰ ਕੀਤਾ ਜਾਵੇ ਤਾਂ ਬੜਾ ਵਧੀਆ ਰਹੇਗਾ। 2 ਸਵਾਲ ਆਏ ਨੇ, ਇਹ ਲਾਸਟ ਸਵਾਲ ਹੋਣਗੇ ਜੀ। ਇੱਕ ਬੱਚੇ ਦਾ ਹੈ ਕਿ ਮੈਂ ਤਾਂ ਲੈ ਰਹੀ ਹਾਂ ਕਿਉਂਕਿ ਕੁਝ ਬੱਚੇ ਨਾ ਜਿਗਿਆਸੂ ਹੁੰਦੇ ਨੇ, ਸਿੱਖਣਾ ਚਾਹੁੰਦੇ ਨੇ। ਬਹੁਤ ਜ਼ਿਆਦਾ। ਇੱਕ ਦਾ ਸਵਾਲ ਹੈ ਕਿ ਅੰਮ੍ਰਿਤ ਵੇਲੇ ਦਾ ਸਮਾਂ, ਤੇ ਦੂਸਰਾ ਹੈਗਾ ਜੀ ਕਿ ਹੰਕਾਰ ਤੇ ਆਪਣੇ ਤੇ ਮਾਨ ਵਿੱਚ ਕੀ ਫਰਕ ਹੈ। ਹਾਂ, ਆਹ ਬੜਾ ਵਧੀਆ ਸਵਾਲ। ਪਹਿਲਾਂ ਤੇ ਮੈਂ ਉਹ ਗੱਲ ਕਰਾਂ, ਅੰਮ੍ਰਿਤ ਵੇਲੇ ਦਾ ਸਮਾਂ ਜਿਹੜਾ ਪਾਤਸ਼ਾਹ ਤੇ ਵੈਸੇ ਤੀਸਰੇ ਪਹਿਰ ਦੀ ਗੱਲ ਕਰਦੇ, ਪਰ ਕੁਝ ਜਗਿਆਸੂ ਲੋਕ ਨੇ 12 ਵਜੇ ਤੋਂ ਬਾਅਦ ਚੌਂਕੜਾ ਲਾਉਣਾ ਸ਼ੁਰੂ ਕਰ ਦਿੰਦੇ ਨੇ, ਰਾਤ 12 ਵਜੇ। ਉਦੋਂ ਤੇ ਇੱਕ ਸ਼ਾਂਤੀ ਬੜੀ ਹੁੰਦੀ ਆ ਤੇ ਅਵਸਥਾ ਸਹਿਜੇ ਬਣ ਜਾਂਦੀ ਹੈ, ਤੇ ਉਦੋਂ ਜਿਹੜੀ ਅਵਸਥਾ ਬਣ ਜਾਂਦੀ ਨਾ, ਫਿਰ ਸਾਰਾ ਦਿਨ ਉਹਦਾ ਰੰਗ ਚੜਿਆ ਰਹਿੰਦਾ। ਤੇ ਵੈਸੇ ਰਾਤ ਦੇ 4 ਪਹਿਰ ਹੁੰਦੇ ਨੇ, ਤੇ 4 ਪਹਿਰ ਦਿਨ ਦੇ ਹੁੰਦੇ ਨੇ। ਇਹ ਕਿਵੇਂ ਪਹਿਰ ਵੰਡੇ ਗਏ ਨੇ? ਵੈਸੇ 12 ਘੰਟੇ ਦਾ ਸਮਾਂ ਹੁੰਦਾ ਦਿਨ, ਤੇ 12 ਘੰਟੇ ਰਾਤ। ਇਹਨੂੰ ਪਹਿਰਾਂ 'ਚ ਵੰਡਿਆ ਜਾਂਦਾ। ਸਵੇਰੇ ਤੁਸੀਂ ਤੀਸਰੇ ਪਹਿਰ ਦੀ ਡਿਊਟੀ ਜਿਵੇਂ ਆਪਾਂ ਕਰਦੇ ਹਾਂ ਹੁੰਦੀ ਨਾ, ਚੌਥਾ ਪਹਿਰ ਰਾਤ 12 ਵਜੇ ਤੋਂ ਲੈ ਕੇ 3 ਵਜੇ ਤੱਕ, ਇਹ ਰਾਤ ਦਾ ਤੀਸਰਾ ਪਹਿਰ ਗਿਣਿਆ ਜਾਂਦਾ। ਫਿਰ 3 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਚੌਥਾ ਪਹਿਰ ਰਾਤ ਦਾ। ਇਹ ਦੋਨੇ ਪਹਿਰ ਰਾਤ ਵੇਲੇ ਜਿਹੜਾ ਤੇ 12 ਵਜੇ ਬੈਠ ਕੇ ਚੌਂਕੜਾ ਲਾ ਸਕਦਾ, ਪਰ ਤੁਸੀਂ ਕੋਸ਼ਿਸ਼ ਇਹੀ ਕਰੋ ਚੌਥਾ ਪਹਿਰ ਜਿਹੜਾ ਨਾ ਤੀਸਰੇ ਤੋਂ ਬਾਅਦ 3 ਵਜੇ ਤੋਂ ਬਾਅਦ ਇਸ਼ਨਾਨ ਕਰਕੇ ਚੌਂਕੜਾ ਲਾ ਕੇ, ਕਿਸੇ ਨੂੰ ਸ਼ੋਅ ਨਾ ਕਰੋ, ਕੰਬਲ ਲਿਆ, ਲੋਈ ਲਈ ਸਿਰ ਤੇ ਢੱਕ ਕੇ, ਤੇ ਬਸ ਚੌਂਕੜਾ ਲਾ ਕੇ ਹੌਲੀ ਹੌਲੀ ਅੰਦਰ ਆਪਣੇ ਅੰਦਰ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ, ਉਹਦੇ ਵਿੱਚ ਖੁੱਭ ਜਾਣਾ। ਉਹ ਵਾਹਿਗੁਰੂ ਕਹਿੰਦੇ ਆ, ਉਹਦੀਆਂ ਵਡਿਆਈਆਂ ਅੰਦਰ ਵਿਖਿਆਨ ਕਰਨੀਆਂ ਨੇ। ਅੰਦਰ ਜਿਹੜਾ ਸਹਿਜ ਪਾਠ ਕਰਦਾ ਨਾ, ਉਹਨੂੰ ਫਿਰ ਧਿਆਨ ਹੁੰਦਾ ਵੀ ਵਡਿਆਈਆਂ ਉਹਦੀਆਂ ਕੀ ਨੇ, ਉਹ ਫਿਰ ਵਾਹਿਗੁਰੂ ਸਿਮਰਨ ਕਰਦੇ ਆ, ਉਹਦੀਆਂ ਵਡਿਆਈਆਂ ਕਰਦਾ। ਤੇ ਇਸੇ ਤਰ੍ਹਾਂ ਪਹਿਰ ਤੁਹਾਨੂੰ ਮੈਂ ਦੱਸ ਦਿਆਂ ਕਿ ਰਾਤ ਅੱਜ ਸ਼ਾਮ ਨੂੰ ਜਿਵੇਂ 9 ਵਜੇ ਤੋਂ ਲੈ ਕੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਰਾਤ ਦਾ ਪਹਿਲਾ ਪਹਿਰ, ਫਿਰ 9 ਤੋਂ 12 ਦੂਸਰਾ ਪਹਿਰ, ਇਸੇ ਤਰ੍ਹਾਂ 4 ਪਹਿਰ ਰਾਤ ਦੇ। ਦਿਨ ਦੇ 4 ਪਹਿਰ ਫਿਰ ਸ਼ੁਰੂ ਹੋ ਜਾਂਦੇ ਨੇ 6 ਤੋਂ 9, ਫਿਰ 9 ਤੋਂ 12 ਦੁਪਹਿਰ ਦੇ, ਇਹ 2 ਪਹਿਰ ਲੰਘੇ ਦਿਨ ਦੇ। ਫਿਰ 12 ਤੋਂ 3 ਤੇ 3 ਤੋਂ 6 ਤੀਸਰਾ ਤੇ ਚੌਥਾ ਪਹਿਰ, ਇਹ ਦਿਨ ਦੇ 4 ਪਹਿਰ ਨੇ। ਤੇ ਦੂਸਰੀ ਗੱਲ ਮੈਂ ਗੱਲ ਕਰਾਂ, ਤੁਸੀਂ ਕਹਿ ਰਹੇ ਹੰਕਾਰ ਤੇ ਮਾਣ 'ਚ ਕੀ ਫਰਕ ਹੈ? ਹੰਕਾਰ ਹੁੰਦਾ ਹੈ ਜਿਹੜਾ ਫਸਲਾਂ 'ਚ ਐਵੇਂ ਬੂਟੇ ਉੱਗ ਪੈਂਦੇ ਨੇ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਘਾਹ ਐਵੇਂ ਉੱਗ ਜਾਂਦਾ, ਉਹਨੂੰ ਮਾਲੀ ਕੱਢਦਾ ਰਹਿੰਦਾ ਫਲਾਂ ਦੇ ਲਾਗੋਂ, ਬੂਟਿਆਂ ਦੇ ਲਾਗੋਂ, ਉਹਦਾ ਕੋਈ ਫਾਇਦਾ ਨਹੀਂ, ਇਹ ਨੁਕਸਾਨ ਕਰਦਾ। ਇਸੇ ਤਰ੍ਹਾਂ ਜਿਹੜਾ ਹੰਕਾਰ ਹੈ ਨਾ, ਇਹ ਆਪਣੀ ਹਿਕਮਤ ਹੈ ਕਿ ਮੈਂ ਕੀਤਾ, ਇਹ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦਾ। ਇਹ ਰੋੜੇ ਨੇ ਸਾਡੇ ਰਸਤੇ ਵਿੱਚ। ਤੇ ਮਾਣ ਕਰੋ ਤੋਂ ਉੱਪਰੇ ਮੇਰੇ ਪ੍ਰੀਤਮ ਪਿਆਰੇ, ਮਾਣ ਤੇ ਸਦਾ ਹੀ ਕਰਨਾ ਚਾਹੀਦਾ। ਜਦੋਂ ਦਾਸਰੇ ਨੂੰ ਡਿਊਟੀ ਮਿਲੀ ਸੀ ਨਾ ਸੱਚਖੰਡ, ਤੇ ਪਹਿਲਾ ਦਿਨ ਸੀ, ਹਾਜ਼ਰੀ ਲਾਉਣੀ ਸੀ, ਤੇ ਪਰਿਕਰਮਾ 'ਚ ਛਾਤੀ ਚੌੜੀ ਕਰਕੇ ਸ੍ਰੀ ਸਾਹਿਬ ਉੱਪਰੋਂ ਦੀ ਜਿਹੜੀ ਪਾਈ, ਤੇ ਇਹ ਇੰਨਾ ਮਾਣ ਸੀ ਕਿ ਮਤਲਬ ਉੱਡਦਾ ਹੀ ਜਾਂਦਾ ਸੀ ਕਿ ਮੈਂ ਅੱਜ ਹਾਜ਼ਰੀ ਲਾਉਣ ਚੱਲਿਆ ਪਾਤਸ਼ਾਹ ਅੱਗੇ। ਮੈਂ ਮੰਗ ਕੇ ਹਾਜ਼ਰੀ ਕਰਦਾ ਸੀ ਕਿ ਮੈਨੂੰ ਡਿਊਟੀ ਦੇ ਦਿਓ, ਸ਼ਹੀਦਾਂ ਸਾਹਿਬ ਮੈਨੂੰ ਦਰਬਾਰ ਸਾਹਿਬ ਡਿਊਟੀ ਦੇ ਦਿਓ, ਮੰਗਦਾ ਸੀ। ਤੇ ਡਿਊਟੀਆਂ ਤਰਲਿਆਂ ਨਾਲ ਮਿਲਣੀਆਂ, ਤੇ ਫਿਰ ਭੱਜੇ ਜਾਣਾ। ਤੇ ਉਦਣ ਮਾਣ ਸੀ, ਪਾਤਸ਼ਾਹ ਅੱਜ ਤੁਸੀਂ ਆਪ ਬੁਲਾਇਆ ਕਰਨਾ ਕਿ ਹੁਣ ਪੁੱਤਰ ਇੰਨੇ ਵਜੇ ਆ ਕੇ ਮੈਨੂੰ ਕੀਰਤਨ ਸੁਣਾ, ਇੰਨੇ ਵਜੇ ਆ ਕੇ ਮੇਰੇ ਕੋਲ ਬਹਿ ਜਾ। ਹੁਣ ਤੁਸੀਂ ਆਪਣਾ ਨੌਕਰ ਬਣਾ ਲਿਆ, ਆਪਣਾ ਪੁੱਤਰ ਬਣਾ ਲਿਆ, ਹੁਣ ਮੈਨੂੰ ਆ ਕੇ ਇੰਨਾ ਮਾਣ ਦਿਆ ਕਰੋਗੇ। ਇਹ ਹੁੰਦਾ ਮਾਣ। ਤੇ ਹੰਕਾਰ ਜਿਹੜਾ ਉਹ ਪਾਤਸ਼ਾਹ ਨੂੰ ਨਹੀਂ ਪਾਉਂਦਾ। ਉਹ ਜਿਹੜਾ ਵਾਧੂ ਘਾਟੂ ਜਿਹੜਾ ਸਮਾਨ ਬਾਹਰ ਕੱਟ ਕੇ ਸੁੱਟਿਆ ਚੰਗਾ, ਘਾਹ ਜਿਹੜਾ ਉਹ ਮਾਲੀ ਕੱਟਦਾ ਨਾ, ਇਸੇ ਤਰ੍ਹਾਂ ਪਾਤਸ਼ਾਹ ਦੀ ਰਹਿਮਤ ਨਾਲ ਹੀ ਹੰਕਾਰ ਜਿਹੜਾ ਨਾ ਖਤਮ ਕੀਤਾ ਜਾ ਸਕਦਾ। ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਸੋ ਬੇਨਤੀ ਪ੍ਰਵਾਨ ਕਰਿਓ,
ਚੜ੍ਹਦੀ ਕਲਾ। ਵੀਰ ਜੀ ਆਪ ਜੀ ਦੇ ਇੱਕ ਹੋਰ ਸਵਾਲ ਆਇਆ ਹੈ ਕਿ ਜੀ ਸਿਮਰਨ ਇਸ਼ਨਾਨ ਕਰਨ ਤੋਂ ਬਾਅਦ ਹੀ ਕਰ ਸਕਦੇ ਹਾਂ? ਜ਼ਰੂਰੀ ਨਹੀਂ ਹੈ। ਮੈਂ ਤੁਹਾਨੂੰ ਦੱਸਾਂ ਕਿ ਉਹ ਕਿੰਨਾ ਵਿੱਚ ਫੋਨ ਫੇਰ ਆ ਗਿਆ, ਮਾਫੀ ਵਿੱਚ ਫੋਨ ਆ ਗਿਆ ਸੀ। ਨਹੀਂ ਜ਼ਰੂਰੀ ਨਹੀਂ ਆ। ਕਿਸੇ ਵੇਲੇ ਕੋਈ ਬਜ਼ੁਰਗ ਕਹਿੰਦੇ ਹੋ, ਇਹ ਵੀ ਗੱਲਾਂ ਆਮ ਕਰਕੇ ਸਾਡੇ ਨਾਲ ਹੁੰਦੀਆਂ, ਅਵਸਥਾ ਨਹੀਂ ਹੁੰਦੀ ਸਰੀਰ ਦੀ, ਕਿਸੇ ਵੇਲੇ ਅਸੀਂ ਠੀਕ ਨਹੀਂ ਹੁੰਦੇ, ਪਰ ਇੰਨਾ ਯਤਨ ਕਰਨਾ ਜੇ ਤੇ ਪਾਤਸ਼ਾਹ ਕਰਵਾ ਲੈਣ ਇਸ਼ਨਾਨ, ਆਮ ਕਰਕੇ ਆਪਾਂ ਸਾਰੇ ਠੀਕ ਰਹੀਏ, ਚੜ੍ਹਦੀ ਕਲਾ 'ਚ ਰਹੀਏ। ਕਿਤੇ ਸਰੀਰ ਤੇ ਕੋਈ ਰੋਗ ਆ ਜਾਂਦਾ ਜਾਂ ਠੀਕ ਨਹੀਂ ਆ, ਤੇ ਪਾਤਸ਼ਾਹ ਕਹਿੰਦੇ ਮੈਨੂੰ ਤੇ ਭਾਉ ਚਾਹੀਦਾ ਤੇਰੇ ਹਿਰਦੇ 'ਚ, ਤੂੰ ਮੇਰੇ ਪ੍ਰਤੀ ਭਾਉ ਰੱਖਦਾ ਕਿ ਨਹੀਂ। ਤੇ ਉਹ ਹੈਗਾ ਨਾ, ਤੇ 5 ਇਸ਼ਨਾਨਾਂ ਕਰਕੇ, ਜੇ ਅਵਸਥਾ ਨਹੀਂ ਹੈ, ਸਰੀਰ ਠੀਕ ਨਹੀਂ ਹੈ ਤਾਂ, ਤੇ ਜੇ ਸਰੀਰ ਠੀਕ ਹੈ ਫਿਰ ਆਲਸ ਨਹੀਂ ਕਰਨਾ, ਫਿਰ ਇਸ਼ਨਾਨ ਕਰਨਾ। ਪਾਣੀ ਦੇ 2 ਮੱਗੇ ਪਾਏ, ਇਸ਼ਨਾਨ ਕਰਕੇ ਆਣ ਕੇ ਚੌਂਕੜਾ ਲਾ ਲਿਆ, ਫਿਰ ਬੰਦਾ ਪੂਰਾ ਰਿਲੈਕਸ ਹੋ ਜਾਂਦਾ, ਫਰੈਸ਼ ਹੋ ਜਾਂਦਾ, ਫਿਰ ਸੁਰਤ ਜਲਦੀ ਟਿਕਦੀ ਹੈ। ਤੇ ਜੇ ਨਹੀਂ ਸਰੀਰ ਠੀਕ, ਫਿਰ ਅਸੀਂ ਉੱਦਾਂ ਵੀ ਚੌਂਕੜਾ ਲਾ ਕੇ, ਪਿੱਛੇ ਢੋ ਲਾ ਕੇ ਵੀ ਕਰ ਸਕਦੇ ਹਾਂ। ਇਹ ਵੀ ਨਹੀਂ ਕਿ ਅਸੀਂ ਚੌਂਕੜਾ ਲਾਉਣਾ ਤੇ ਢੋ ਨਹੀਂ ਲਾਉਣੀ, ਜੇ ਸਰੀਰ ਠੀਕ ਨਹੀਂ ਚੌਂਕੜਾ ਲਾ ਕੇ ਢੋ ਵੀ ਲਾ ਸਕਦੇ ਹਾਂ ਪਿੱਛੇ, ਪਰ ਸਿਮਰਨ ਕਰਨਾ ਤੁਹਾਡਾ ਨੇਮ ਬਣਿਆ ਰਹੇ, ਬੇਨਤੀ ਇਹੀ ਹੈ ਬਸ। ਹੁਕਮ। ਹਾਂਜੀ, ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਕਿਰਪਾ। ਗੁਰੂ ਪਾਤਸ਼ਾਹ ਜੀ ਆਪ ਜੀ ਤੇ ਇਸੇ ਤਰ੍ਹਾਂ ਦੇ ਨਾਲ ਰਹਿਮਤ ਬਣਾਈ ਰੱਖਣ ਜੀ। ਆਸ ਕਰਦੇ ਹਾਂ। ਬਹੁਤ ਸਾਰੇ ਬੱਚਿਆਂ ਵੱਲੋਂ ਇਹੀ ਫੀਡਬੈਕ ਆ ਰਹੀ ਹੈ ਅੱਜ ਦੀ, ਕਿ ਅੱਜ ਦਾ ਸੈਸ਼ਨ ਬਹੁਤ ਵਧੀਆ ਜੀ। ਵੀਰ ਜੀ ਨੂੰ ਦੁਬਾਰਾ ਫਿਰ ਤੋਂ ਸੈਸ਼ਨ ਦੇ ਵਿੱਚ ਰਹਿਣਾ। ਸੋ ਆਪ ਜੀ ਕੋਲ ਜਦੋਂ ਸਮਾਂ ਹੋਵੇ, ਆਪ ਜੀਆਂ ਨੇ ਜ਼ਰੂਰ ਹੁਕਮ ਕਰਨਾ ਜੀ। ਆਪ ਜੀਆਂ ਨਾਲ ਇਸੇ ਤਰ੍ਹਾਂ ਦੇ ਨਾਲ ਬੱਚਿਆਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਚੜ੍ਹਦੀ ਕਲਾ। ਤੁਹਾਨੂੰ ਬੇਨਤੀ ਹੈ ਜੀ, ਹੋਰ ਜਿਨ੍ਹਾਂ ਬੱਚਿਆਂ ਦੇ ਕੋਈ ਸਵਾਲ ਹੈ ਜੀ, ਜਿਹੜੇ ਤੁਸੀਂ ਰੋਜ਼ਾਨਾ ਫੀਡਬੈਕ ਭੇਜਦੇ ਹੋ, ਉਹ ਫੀਡਬੈਕ ਵਾਲੇ ਨੰਬਰ ਤੇ ਤੁਸੀਂ ਸਵਾਲ ਭੇਜ ਸਕਦੇ ਹੋ। ਉਹ ਭਾਈ ਸਾਹਿਬ ਜੀ ਨੂੰ ਅੱਗੇ ਭੇਜ ਦਿੱਤੇ ਜਾਣਗੇ ਜੀ। ਜੀ ਕਿਰਪਾ। ਜਿਨ੍ਹਾਂ ਬੱਚਿਆਂ ਦੇ ਕੋਈ ਵੀ ਸਵਾਲ ਹੋਣ ਜੀ ਅੱਜ ਦੇ ਸੈਸ਼ਨ ਦੇ ਰਿਲੇਟਡ, ਤੇ ਸਾਰੇ ਬੱਚਿਆਂ ਨੂੰ ਬੇਨਤੀ ਹੈ ਜੀ, ਸਾਰੇ ਬੱਚੇ ਰੋਜ਼ਾਨਾ ਕੈਂਪ ਦੇ ਵਿੱਚ ਜਾਪ ਸੇਵਾ, ਕੀਰਤਨ ਸੇਵਾ ਜ਼ਰੂਰ ਲਓ ਜੀ। ਜਿਨ੍ਹਾਂ ਨੇ ਹਜੇ ਸੇਵਾ ਨਹੀਂ ਕੀਤੀ, ਸਾਰੇ ਬੱਚੇ ਇਹ ਨੰਬਰ ਨੋਟ ਕਰ ਲਓ ਜੀ। ਇੱਕ ਵਾਰ ਫਿਰ ਤੋਂ ਭਾਈ ਜ਼ਬਰਤੋੜ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ। ਤੇ ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਦੇ ਓਟ ਆਸਰੇ ਸਦਕਾ ਅਸੀਂ ਪਿਛਲੇ 6 ਮਹੀਨਿਆਂ ਤੋਂ ਰੋਜ਼ਾਨਾ ਇਸ ਸੰਗਤ ਨੂੰ ਮਾਰ ਰਹੇ ਹਾਂ। ਬੜਾ ਇਹ ਆਨੰਦਮਈ ਸੈਸ਼ਨ ਹੈ, ਰੋਜ਼ਾਨਾ ਇਹ ਆਨੰਦਮਈ ਸੈਸ਼ਨ ਹੁੰਦੇ ਹੈ, ਤੇ ਗੁਰੂ ਪਾਤਸ਼ਾਹ ਜੀ ਰੋਜ਼ਾਨਾ ਸਾਨੂੰ ਇਸੇ ਤਰ੍ਹਾਂ ਦੇ ਨਾਲ ਬਖਸ਼ਿਸ਼ ਕਰਦੇ ਹੈ। ਬਹੁਤ ਵਧੀਆ ਵੀਰ ਭੈਣਾਂ ਆ ਕੇ ਸਾਨੂੰ ਸਾਰਿਆਂ ਨੂੰ ਰੋਜ਼ਾਨਾ ਕੁਛ ਨਾ ਕੁਛ ਸਿੱਖਿਆ ਜ਼ਰੂਰ ਦੇ ਕੇ ਜਾਂਦੇ ਆ ਜੀ। ਸੋ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ। ਕਿਰਪਾ ਕਿਰਪਾ।